हाँ जी, सत श्री अकाल बाई सारिਆਂ ਨੂੰ। बच्चे सक्सैस ट्री पंजाब चैनल ਤੇ ਸਾਰਿਆਂ ਦਾ ਸਵਾਗਤ ਹੈ। ਆਪਣਾ ਜਿਹੜਾ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦਾ ਸੈਸ਼ਨ ਚੱਲ ਰਿਹਾ ਸੀ, ਮਤਲਬ ਜਿਹਦੇ ਵਿੱਚ ਆਪਾਂ ਇੱਕ ਦਿਨ ਕੁਆਂਟਸ ਤੇ ਇੱਕ ਦਿਨ ਰੀਜ਼ਨਿੰਗ ਦੀ ਕਲਾਸ ਲੈ ਰਹੇ ਹਾਂ। ਉਹਦੇ ਵਿੱਚ ਅੱਜ ਆਪਣੀ ਮੈਥ ਦੀ 12ਵੀਂ ਕਲਾਸ ਆ। मतलब मैथ ਦੀਆਂ ਕਲਾਸਾਂ 'ਚ ਆਪਣਾ ਪੈਟਰਨ ਹਮੇਸ਼ਾ ਪਹਿਲੇ ਦਿਨ ਤੋਂ ਇਹੀ ਰਿਹਾ ਕਿ ਪੰਜਾਬ ਦੇ ਪੁਰਾਣੇ ਪੇਪਰਾਂ 'ਚ, ਉਹ ਚਾਹੇ 8-10 ਸਾਲ ਪੁਰਾਣੇ ਪੇਪਰ ਨੇ, 2-4 ਸਾਲ ਪੁਰਾਣੇ ਪੇਪਰ ਨੇ, ਤੇ ਚਾਹੇ ਆ ਜਿਹੜੇ ਪਿਛਲੇ 6 ਮਹੀਨਿਆਂ 'ਚ 8-9 ਪੇਪਰ ਆਪਣੇ ਹੋ ਚੁੱਕੇ ਨੇ, ਉਹ ਪੇਪਰਾਂ ਦੇ ਵਿੱਚ ਜਿੰਨਾ ਮੈਥ ਆਇਆ ਉਹ ਸਾਰੇ ਦਾ ਸਾਰਾ ਆਪਾਂ ਡਿਸਕਸ ਕਰ ਰਹੇ ਹਾਂ, ਉਹ ਸਾਰੇ ਸਵਾਲ ਕਰ ਰਹੇ ਹਾਂ। ਪਲੱਸ ਉਹਨਾਂ ਦੇ ਨਾਲ ਦੇ ਜਿਹੜੇ ਕੁਝ ਹੋਰ ਮਿਲਦੇ ਜੁਲਦੇ ਸਵਾਲ ਨੇ ਜਾਂ ਕੁਝ ਹੋਰ ਜਿਹੜੇ ਮੋਸਟ ਐਕਸਪੈਕਟਡ ਕੁਐਸਚਨਸ ਨੇ, ਜਿਹੜੇ ਐਤਕੀ ਪੇਪਰ ਜਿਹੜੇ ਹੁਣ ਆਪਣੇ ਹੋਣ ਵਾਲੇ ਨੇ ਉਹਨਾਂ ਦੇ ਵਿੱਚ ਦੇਖੇ ਜਾ ਸਕਦੇ ਨੇ। ਕੁਝ 2 ਹਫ਼ਤਿਆਂ ਬਾਅਦ ਆਪਣਾ ਬੱਚੇ ਨੈਬ ਤਹਿਸੀਲਦਾਰ ਦਾ ਪੇਪਰ ਹੈ, 2 ਹਫ਼ਤੇ ਵੀ ਨਹੀਂ ਖੈਰ ਰਹੇ। ਫਿਰ ਆਪਣਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਕਦੇ ਵੀ ਆ ਜਾਊਗਾ। ਆਪਣੇ PSSB ਵੀ ਕਲਰਕ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ, ਕੋਆਪਰੇਟਿਵ ਬੈਂਕ 'ਚ ਕਲਰਕ ਤੇ ਮੈਨੇਜਰ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ। मतलब अपने काफ़ी डिपार्टमेंट्स ਦੀਆਂ ਕਾफ़ੀ मतलब ਪੋਸਟਾਂ डेली आप देख रहे हैं कि नोटिफिकेशनस आ रही हैं। तो अगले समय ਦੇ अपना पटवारी का पेपर, पंचायत सैकटरी का पेपर, तो सब तो इंपॉर्टेंट जिहदी वेट है कि पंजाब पुलिस ਦੀਆਂ कांस्टेबल ते सब इंस्पैक्टर ਦੀਆਂ ਭਰਤੀਆਂ भी निकलनियां ने। ਤਾਂ ਉਹ ਸਾਰੇ ਦੇ ਵਿੱਚ ਆਪਣੇ ਜਿਹੜੇ ਆ PYQ ਦੀ ਸੀਰੀਜ਼ ਚੱਲਦੀ ਹੈ, ਇਹਨੇ ਬਹੁਤ ਹੈਲਪ ਕਰਨੀ ਆ। ਮਤਲਬ ਆਪਾਂ ਪੰਜਾਬ ਦੇ ਪੁਰਾਣੇ ਪੇਪਰ 'ਚ ਹਮੇਸ਼ਾ ਹੀ ਇਹ ਟ੍ਰੈਂਡ ਨੋਟ ਕੀਤਾ ਹੈ ਕਿ ਪਿਛਲੇ ਸਾਲਾਂ 'ਚ ਜਿੰਨਾ ਮੈਥ ਰੀਜ਼ਨਿੰਗ ਆਇਆ, ਸਿਰਫ ਮੈਥ ਰੀਜ਼ਨਿੰਗ ਨਹੀਂ, ਖੈਰ ਬਾਕੀ ਸਬਜੈਕਟ ਵੀ, ਉਹ ਅਗਲੇ ਸਮੇਂ 'ਚ ਹੋਣ ਵਾਲੇ ਪੇਪਰਾਂ 'ਚ ਆਮ ਤੌਰ ਤੇ ਆਪਾਂ ਰੈਪੀਟੀਸ਼ਨ ਦੇਖਦੇ ਹੀ ਹਾਂ। ਤਾਂ ਇਸ ਕਰਕੇ ਹੁਣ ਜਿਹੜੇ ਸਾਡੇ ਪੇਪਰ ਅਗਲੇ ਸਮੇਂ 'ਚ ਹੋਣੇ ਨੇ, ਉਹ ਚਾਹੇ PSSB ਬੋਰਡ ਨੇ ਪੇਪਰ ਕੰਡਕਟ ਕਰਨੇ ਹੋ, ਚਾਹੇ PPS ਨੇ ਪੇਪਰ ਕੰਡਕਟ ਕਰਨੇ ਆ, ਤਾਂ ਉਹਦੇ ਵਿੱਚ ਸਵਾਲਾਂ ਦੀ ਜਿਹੜੀ ਰੈਪੀਟੀਸ਼ਨ ਹੋਣੀ ਹੈ ਉਹ ਸਾਡੇ ਤਿਆਰ ਹੋਣ। ਤਾਂ ਉਹ ਇਸ ਸੈਸ਼ਨ ਦੇ ਵਿੱਚ ਆਪਣੀ ਪੂਰੀ ਤਿਆਰੀ ਹੋ ਰਹੀ ਹੈ, ਪ੍ਰੈਕਟਿਸ ਹੋ ਰਹੀ ਹੈ। ਜੇ ਕੁਝ ਸਿਮਿਲਰ ਸਟੇਟਮੈਂਟਸ ਦੇ ਬੇਸ ਤੇ ਕੁਐਸਚਨ ਆ ਰਹੇ ਨੇ ਉਹ ਸਾਡੇ ਤਿਆਰ ਹੋਣ, ਜਾਂ ਹੋਰ ਜਿਹੜੇ ਮੋਸਟ ਐਕਸਪੈਕਟਡ ਕੁਐਸਚਨਸ ਨੇ, ਤਾਂ ਮੈਥ ਦੇ ਵਿੱਚ ਤਾਂ ਆਪਾਂ ਇਹ ਸਾਰੇ ਦੇ ਸਾਰੇ ਕਵਰ ਕਰਦੇ ਜਾਂਦੇ ਹਾਂ। ਤਾਂ ਕਈ ਵਾਰ ਆਪਾਂ ਪੂਰੇ ਦਾ ਪੂਰਾ ਪੇਪਰ ਚੱਕ ਲੈਂਦੇ ਹਾਂ, ਜਿਵੇਂ ਆਪਾਂ ਵੇਰਕਾ ਦਾ ਅਸਿਸਟੈਂਟ ਮੈਨੇਜਰ ਦਾ ਪੇਪਰ ਕੀਤਾ ਸੀਗਾ, ਅਪ੍ਰੈਲ ਮਹੀਨੇ 'ਚ ਹੀ ਹੋਇਆ ਸੀ। ਜਾਂ ਆਪਾਂ ਕੁਝ ਪੇਪਰ ਜਿਵੇਂ ਪਟਵਾਰੀ ਦਾ ਪੇਪਰ ਪ੍ਰੀ ਵੀ ਹੋਇਆ, ਮੇਨਸ ਵੀ ਹੋਇਆ 6 ਮਹੀਨੇ ਪਹਿਲਾਂ ਅਗਸਤ ਦੇ ਵਿੱਚ, ਉਹ ਵੀ ਕਰ ਲਿਆ ਆਪਾਂ। ਸਬ ਇੰਸਪੈਕਟਰ ਦੇ ਪੇਪਰ ਦੇ ਸਵਾਲ ਵੀ ਕਰ ਲਏ। ਤਾਂ ਅੱਜ ਦੀ ਕਲਾਸ ਦੇ ਵਿੱਚ ਬੱਚੇ ਆਪਣਾ ਜਿਹੜਾ 3-4 ਮਹੀਨੇ ਪਹਿਲਾਂ ਜਨਵਰੀ ਦੇ ਵਿੱਚ PPSC ਨੇ ਐਨਾਲਿਸਟ ਦਾ ਪੇਪਰ ਕੰਡਕਟ ਕੀਤਾ ਸੀ, ਇਸੇ ਸਾਲ 2022 ਦੇ ਵਿੱਚ। ਤਾਂ ਅੱਜ ਦੀ ਕਲਾਸ ਦੇ ਵਿੱਚ ਉਹ ਪੇਪਰ ਕਰਨਾ। ਤਾਂ ਬੱਚੇ ਯੂਜੂਅਲੀ ਮੇਰੀ ਗੱਲ, ਮਤਲਬ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਇੱਕ ਗੱਲ ਧਿਆਨ ਨਾਲ ਸੁਣੋ। ਯੂਜੂਅਲੀ ਮੈਂ ਕੀ ਕਰਦਾ ਹੁੰਦਾ ਸੀਗਾ ਕਿ ਜਿਹੜੇ ਬਹੁਤ ਸੌਖੇ ਕੁਐਸਚਨ ਨੇ ਉਹ ਆਪਾਂ ਛੱਡ ਦਿੰਦੇ ਸੀਗੇ, ਜਿਹੜੇ ਥੋੜੇ ਜਿਹੇ ਮੋਡਰੇਟ ਜਾਂ ਥੋੜੇ ਵਧੀਆ ਲੈਵਲ ਦੇ ਕੁਐਸਚਨਸ ਨੇ ਆਪਾਂ ਉਹ ਲੈ ਕੇ ਆਉਂਦੇ ਹੁੰਦੇ ਸੀ ਪੁਰਾਣੇ ਪੇਪਰਾਂ 'ਚੋਂ। ਜਾਂ ਜੇ ਪੁਰਾਣੇ ਪੇਪਰ 'ਚ ਕੋਈ ਸੌਖਾ ਸਵਾਲ ਵੀ ਆਇਆ ਤਾਂ ਉਹਦੇ ਨਾਲ ਦੇ ਸਿਮਿਲਰ ਕੁਐਸਚਨਸ ਉਸੇ ਟਾਈਪ 'ਚੋਂ ਮੈਂ ਥੋੜੇ ਜਿਹਾ ਟਿਪੀਕਲ ਚੱਕ ਲਿਆਉਂਦਾ ਸੀ। ਤਾਂ ਅੱਜ ਦੀ ਕਲਾਸ ਦੇ ਵਿੱਚ ਜਿਹੜਾ ਆਪਾਂ ਐਨਾਲਿਸਟ ਦਾ ਪੇਪਰ ਕਰਨ ਲੱਗਿਆ, ਇਹਦੇ ਵਿੱਚ ਕੋਈ ਜ਼ਿਆਦਾ ਡਿਫਿਕਲਟ ਜਾਂ ਟਿਪੀਕਲ ਕੁਐਸਚਨਸ ਨਹੀਂ ਹੈਗੇ। ਜਿਹੋ ਜਿਹੇ ਕੁਐਸਚਨਸ ਨੇ ਉਹ ਡਿਟੋ ਕੁਐਸਚਨ ਨੇ, ਤੇ ਪੇਪਰ ਦੇ ਸਾਰੇ ਕੁਐਸਚਨ ਉਹਨਾਂ ਦੇ ਨਾਲ ਦਾ ਇੱਕ ਕੁਐਸਚਨ ਐਡ ਕੀਤਾ ਹੋਇਆ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ, ਇਹਦੇ ਵਿੱਚ ਮੈਂ DI ਦੇ ਕੁਐਸਚਨ ਨਹੀਂ ਸ਼ਾਮਲ ਕੀਤੇ। ਜਿਹੜਾ ਐਨਾਲਿਸਟ ਦੇ ਪੇਪਰ 'ਚ DI ਦਾ ਸਵਾਲ ਆਇਆ ਸੀ, DI ਦੇ ਲਈ ਤੁਸੀਂ ਸਾਰਿਆਂ ਨੇ ਦੇਖ ਲਿਆ ਕਿ ਆਪਣਾ ਇਸ ਸੈਸ਼ਨ ਤੋਂ ਅਲੱਗ ਇੱਕ ਸੈਸ਼ਨ ਹੈ ਜਿਹਦੇ ਵਿੱਚ ਆਪਾਂ ਕੱਲੀ DI ਕਰ ਰਹੇ ਹਾਂ। ਉਹਦੇ ਵਿੱਚ DI ਦਾ ਫੁੱਲ ਸਿਲੇਬਸ ਕਰਾਂਗੇ, ਸਾਰੇ ਫਿਗਰਸ ਨੂੰ ਕਵਰ ਕਰਾਂਗੇ, ਪ੍ਰੈਕਟਿਸ ਕਰਾਂਗੇ, ਹੋਮਵਰਕ ਮਿਲਦਾ। ਤਾਂ ਉਹਦੇ ਲਈ ਸਕਸੈਸ ਟਰੀ ਤੇ ਡੇਲੀ ਸਵੇਰੇ 10 ਵਜੇ ਆਪਾਂ 1 ਘੰਟੇ ਦਾ ਸੈਸ਼ਨ ਲੈਂਦੇ ਹਾਂ। ਤਾਂ 2 ਵਜੇ ਵਾਲੇ ਸੈਸ਼ਨ ਦੇ ਵਿੱਚ ਸਿਰਫ ਆਪਾਂ ਕੁਆਂਟਸ ਕਵਰ ਕਰਾਂਗੇ, DI ਆਪਾਂ ਸਵੇਰੇ 10 ਵਜੇ ਕਵਰ ਕਰਾਂਗੇ। ਤਾਂ ਅੱਜ ਦੀ ਕਲਾਸ 'ਚ ਤੁਸੀਂ ਕੁਆਂਟਸ ਦੇ ਕੁਐਸਚਨ ਦੇਖੋਗੇ। ਤਾਂ ਬੱਚੇ ਆਪਣਾ ਪਹਿਲਾ ਕੁਐਸਚਨ ਦੇਖੋ। ਪਹਿਲਾ ਕੁਐਸਚਨ ਪਤਾ ਲੱਗ ਰਿਹਾ ਏਜਿਸ ਦਾ ਕੁਐਸਚਨ ਹੈ। ਐਗਜ਼ਾਮੀਨਰ ਕਹਿੰਦਾ ਦਾ ਰੇਸ਼ੀਓ ਆਫ ਪ੍ਰੈਜ਼ੈਂਟ ਏਜ ਆਫ ਸੋਨੂ ਐਂਡ ਮੋਨੂ ਇਜ਼ 4:3। ਸੋਨੂ ਤੇ ਮੋਨੂ 2 ਪਰਸਨ ਨੇ, ਉਹਨਾਂ ਦੀ ਪ੍ਰੈਜ਼ੈਂਟ ਏਜ ਦੀ ਰੇਸ਼ੀਓ ਐਗਜ਼ਾਮੀਨਰ ਕਹਿੰਦਾ 4:3 ਹੈ। ਇਫ ਸੋਨੂ ਵਿਲ ਬੀ 26 years old after 6 years, ਉਹ ਕਹਿੰਦੇ ਜੇ 6 ਸਾਲ ਬਾਅਦ ਸੋਨੂ ਦੀ ਉਮਰ 26 ਹੋ ਜੇ, ਫਾਈਂਡ ਦਾ ਪ੍ਰੈਜ਼ੈਂਟ ਏਜ ਆਫ ਮੋਨੂ। ਤਾਂ ਮੋਨੂ ਦੀ ਪ੍ਰੈਜ਼ੈਂਟ ਏਜ ਦੱਸੋ। ਬੱਚੇ ਬਹੁਤ ਸਿੰਪਲ ਕੁਐਸਚਨ ਹੈ, ਪੇਪਰ ਦਾ ਕੁਐਸਚਨ ਹੈ। ਉਹ ਕਹਿੰਦੇ ਸੋਨੂ ਤੇ ਮੋਨੂ ਦੀ ਪ੍ਰੈਜ਼ੈਂਟ ਏਜ ਦੀ ਰੇਸ਼ੀਓ ਕੀ ਹੈ? 4:3। ਵੈਸੇ ਕਾਫੀ ਬੱਚਿਆਂ ਨੇ ਇਹ ਤੋਂ ਆਈਡੀਆ ਲਾ ਲਿਆ ਹੋਣਾ ਹੈ ਕਿ ਭਾਈ ਸੋਨੂ ਨੇ 6 ਸਾਲਾਂ ਬਾਅਦ 26 ਦਾ ਹੋਣਾ, ਤਾਂ ਅੱਜ 20 ਦਾ ਹੋਊਗਾ, ਤਾਂ ਸੋਨੂ ਦੀ ਪ੍ਰੈਜ਼ੈਂਟ ਏਜ ਆ ਗਈ। ਪਰ ਐਡੇ ਚੱਕਰ 'ਚ ਵੀ ਹਲੇ ਪੈਣ ਦੀ ਲੋੜ ਨਹੀਂ ਹੈਗੀ। ਸੋਨੂ ਤੇ ਮੋਨੂ ਦੀ ਪ੍ਰੈਜ਼ੈਂਟ ਏਜ ਬੱਚੇ ਜੇ 4:3 ਦਿੱਤੀ ਹੈ, ਤਾਂ ਇਹਦਾ ਇੱਕ ਮਤਲਬ ਤਾਂ ਕਲੀਅਰ ਹੈ ਨਾ ਕਿ ਸੋਨੂ ਦੀ ਪ੍ਰੈਜ਼ੈਂਟ ਏਜ 4 ਦਾ ਮਲਟੀਪਲ, ਮੋਨੂ ਦੀ ਪ੍ਰੈਜ਼ੈਂਟ ਏਜ 3 ਦਾ ਮਲਟੀਪਲ। ਤਾਂ ਜੇ ਕੁਐਸਚਨ 'ਚ ਐਗਜ਼ਾਮੀਨਰ ਸਾਨੂੰ ਮੋਨੂ ਦੀ ਪ੍ਰੈਜ਼ੈਂਟ ਏਜ ਪੁੱਛ ਰਿਹਾ ਤਾਂ ਬੱਚਿਓ ਘੱਟੋ ਘੱਟ 3 ਦਾ ਮਲਟੀਪਲ ਤਾਂ ਹੋਊਗੀ। ਤਾਂ ਜੇ ਸਾਡਾ ਆਨਸਰ ਆਊਗਾ ਉਹ 3 ਦਾ ਮਲਟੀਪਲ ਤਾਂ ਹੋਣਾ ਹੀ ਚਾਹੀਦਾ। ਤਾਂ ਅਸੀਂ ਦੇਖਦੇ ਹਾਂ ਆਪਸ਼ਨਸ ਦੇ ਵਿੱਚ ਬੱਚੇ ਸਾਡੇ ਕੋਲ 3 ਆਪਸ਼ਨ ਇਹੋ ਜਿਹੇ ਨੇ ਜਿਹੜੇ 3 ਦਾ ਮਲਟੀਪਲ ਨਹੀਂ ਹੈਗੇ।
ਤਾਂ ਸਾਨੂੰ ਇੱਕ ਗੱਲ ਕਨਫਰਮ ਹੋ ਗਈ ਕਿ ਜਿਹੜਾ ਆਪਸ਼ਨ 3 ਦਾ ਮਲਟੀਪਲ ਨਹੀਂ ਹੋਊਗਾ ਉਹ ਪੱਕਾ ਗਲਤ ਹੈ। ਤਾਂ ਸਾਡੇ ਜੇ 3 ਆਪਸ਼ਨ ਗਲਤ ਹੋ ਗਏ, ਸਿਰਫ ਇੱਕੋ ਹੀ ਬਚਿਆ, ਤਾਂ ਬੱਚੇ ਉਹ ਸਾਡਾ ਸਹੀ ਆਨਸਰ ਹੈ। ਤਾਂ ਪੇਪਰ ਦੇ ਵਿੱਚ ਇਹ ਕੁਐਸਚਨ ਸੋਲਵ ਕਰਨ ਦੀ ਲੋੜ ਨਹੀਂ ਸੀ ਹੈਗੀ, ਸਿੱਧਾ ਪਤਾ ਲੱਗ ਰਿਹਾ ਮੋਨੂ ਦੀ ਪ੍ਰੈਜ਼ੈਂਟ ਏਜ 15 ਸਾਲ ਆ ਜੂਗੀ। ਸਾਨੂੰ 15 ਸਹੀ ਨਹੀਂ ਪਤਾ ਲੱਗਿਆ, ਸਾਨੂੰ ਇਹ ਕਨਫਰਮ ਹੋ ਗਿਆ ਕਿ ਬਾਕੀ 3 ਆਪਸ਼ਨ ਪੱਕਾ ਗਲਤ ਨੇ। ਤਾਂ ਆਪਸ਼ਨਸ ਨੂੰ ਐਲੀਮੀਨੇਟ ਕਰਕੇ ਇਹ ਕੁਐਸਚਨ ਹੱਦ ਮਾਰ ਕੇ 5 ਸਕਿੰਟ ਲਊਗਾ ਸਾਡੇ ਪੇਪਰ 'ਚ। ਇੰਨੇ ਵੀ ਨਹੀਂ ਸਮਾਂ ਲੈਣਾ ਸੀਗਾ। ਇੱਥੇ ਤਾਂ ਮੈਨੂੰ ਥੋੜਾ ਜਿਹਾ 2-4 ਚੀਜ਼ਾਂ ਲਿਖਣੀਆਂ ਪਈਆਂ, ਸਮਝਾਉਣੀਆਂ ਪਈਆਂ, ਬੋਲ ਕੇ ਦੱਸਣੀਆਂ ਪਈਆਂ। ਪੇਪਰ 'ਚ ਦਿਮਾਗ 'ਚ ਚੱਲੂਗਾ ਤੇ 5 ਸਕਿੰਟ ਦੇ ਵਿੱਚ ਅਸੀਂ ਮਾਰਕ ਕਰ ਦਾਂਗੇ। ਜੇ ਤੁਸੀਂ ਸੋਲਵ ਕਰਨਾ ਤਾਂ ਸੋਲਵ ਕਿਵੇਂ ਕਰੋਗੇ? ਸੋਨੂੰ 6 ਸਾਲ ਬਾਅਦ 26 ਦਾ ਹੋਊਗਾ ਤਾਂ ਸੋਨੂੰ ਦੀ ਪ੍ਰੈਜ਼ੈਂਟ ਏਜ ਕੀ ਹੋਊਗੀ? 26 - 6 = 20। ਬੱਚੇ ਜੇ ਮੈਂ 2 ਸਾਲ ਬਾਅਦ 32 ਦਾ ਹੋਣਾ ਹੈ ਤਾਂ ਮੇਰੀ ਪ੍ਰੈਜ਼ੈਂਟ ਏਜ 32 ਚੋਂ 2 ਮਾਈਨਸ ਕਰਕੇ 30 ਹੋਊਗੀ ਨਾ। ਤਾਂ ਸੋਨੂੰ ਨੇ ਜੇ 6 ਸਾਲਾਂ ਬਾਅਦ 26 ਦਾ ਹੋਣਾ ਤਾਂ ਉਹਦੀ ਪ੍ਰੈਜ਼ੈਂਟ ਏਜ 20 ਹੋਊਗੀ। ਰੇਸ਼ੀਓ 'ਚ ਉਹਦੀ ਪ੍ਰੈਜ਼ੈਂਟ ਏਜ 4 ਹੈ ਜੋ ਕਿ ਅਸਲ 'ਚ 20 ਸਾਲ ਦੇ ਬਰਾਬਰ ਹੈ। ਤਾਂ ਬੱਚੇ ਜੇ 4 ਦੀ ਵੈਲਿਊ 20 ਹੈ 5 ਗੁਣਾ, ਤਾਂ 3 ਦੀ ਵੈਲਿਊ ਕੀ ਹੋਊਗੀ? ਮੋਨੂ ਦੀ ਪ੍ਰੈਜ਼ੈਂਟ ਏਜ ਕੀ ਹੋਊਗੀ? ਉਹ 5 ਗੁਣਾ ਕਰਕੇ ਆਨਸਰ ਆ ਜਾਊਗਾ 15 ਇਅਰਸ। ਪਰ ਇੰਨਾ ਕਰਨ ਦੀ ਲੋੜ ਨਹੀਂ ਸੀ ਹੈਗੀ, ਪੇਪਰ 'ਚ ਸਾਡਾ ਸਿੱਧਾ ਆਨਸਰ ਆ ਜਾਂਦਾ 15 ਸਾਲ। ਤਾਂ ਇਹ ਬੱਚੇ ਕੁਐਸਚਨ ਸੀ। ਇਹਦੇ ਨਾਲ ਦਾ ਕੁਐਸਚਨ ਮੈਂ ਹਰ ਇੱਕ ਪੇਪਰ ਦਾ ਕੁਐਸਚਨ ਤੇ ਉਹਦੇ ਨਾਲ ਇੱਕ ਕੁਐਸਚਨ ਲੈ ਕੇ ਆਇਆ। ਤਾਂ ਅਗਲਾ ਕੁਐਸਚਨ ਏਜਿਸ ਦਾ ਇਹਦੇ ਨਾਲ ਦਾ ਹੋਊਗਾ, ਫਿਰ ਉਸ ਤੋਂ ਅਗਲਾ ਕੁਐਸਚਨ ਪੇਪਰ ਦਾ ਕੁਐਸਚਨ, ਉਸ ਤੋਂ ਅਗਲਾ ਉਹਦੇ ਨਾਲ ਦਾ ਹੋਊਗਾ। ਤਾਂ ਅੱਜ ਦੀ ਪੂਰੀ ਫਾਈਲ ਇਸੇ ਤਰ੍ਹਾਂ ਬਣੀ ਹੋਈ ਹੈ। ਤਾਂ ਬੱਚੇ ਕੁਐਸਚਨ ਦੇਖੋ, ਦ ਪ੍ਰੈਜ਼ੈਂਟ ਏਜ ਆਫ ਲਤਿਕਾ ਇਜ਼ 1/4 ਦੈਟ ਆਫ ਹਰ ਫਾਦਰ। ਉਹ ਕਹਿੰਦੇ ਲਤਿਕਾ ਕੋਈ ਕੁੜੀ ਆ, ਉਹਦੀ ਪ੍ਰੈਜ਼ੈਂਟ ਏਜ ਕਿੰਨੀ ਹੈ? ਉਹਦੇ ਫਾਦਰ ਤੋਂ 1/4। ਤਾਂ ਬੱਚੇ ਲਤਿਕਾ ਤੇ ਫਾਦਰ ਦੀ ਪ੍ਰੈਜ਼ੈਂਟ ਏਜਿਸ ਦਾ ਡਾਟਾ ਕੀ ਹੈ? 1/4। ਮਤਲਬ ਪ੍ਰੈਜ਼ੈਂਟ ਏਜਿਸ ਦੇ ਵਿੱਚ ਲਤਿਕਾ ਤੇ ਫਾਦਰ ਕਿੱਥੇ ਸਟੈਂਡ ਕਰ ਰਹੇ ਨੇ? 1/4 ਪ੍ਰੈਜ਼ੈਂਟ ਏਜਿਸ ਦੀ ਰੇਸ਼ੀਓ। 6 ਸਾਲ ਬਾਅਦ ਆਫਟਰ 6 ਇਅਰਸ, ਇਹ ਤਾਂ ਬੱਚੇ ਪ੍ਰੈਜ਼ੈਂਟ ਦਾ ਡਾਟਾ ਗਿਵਨ ਹੈ। 6 ਸਾਲ ਬਾਅਦ ਕੀ ਹੋ ਜੂ? ਫਾਦਰਸ ਏਜ ਵਿਲ ਬੀ ਟਵਾਈਸ ਦਾ ਏਜ ਆਫ ਜਮਾਲ। ਨਵਾਂ ਪਰਸਨ ਇੰਟਰੋਡਿਊਸ ਹੋ ਗਿਆ ਕੁਐਸਚਨ ਦੇ ਵਿੱਚ। ਐਗਜ਼ਾਮੀਨਰ ਕਹਿੰਦੇ 6 ਸਾਲ ਬਾਅਦ ਕੀ ਹੋ ਜੂਗੀ ਕਹਾਣੀ? ਕਿ ਫਾਦਰ ਦੀ ਏਜ, ਕੋਈ ਦੂਜਾ ਪਰਸਨ ਆ ਗਿਆ ਜਮਾਲ, ਉਹਦੇ ਤੋਂ ਟਵਾਈਸ ਯਾਨੀ ਕਿ 2:1। ਤਾਂ ਆ ਫਾਦਰ 6 ਸਾਲ ਬਾਅਦ, ਆ ਜਮਾਲ ਵੀ 6 ਸਾਲ ਬਾਅਦ, ਇਹ ਬੱਚੇ 2:1 ਦੇ ਵਿੱਚ ਹੋਣਗੇ। ਫਾਦਰ ਦੀ ਪ੍ਰੈਜ਼ੈਂਟ ਏਜ ਨੂੰ ਅਸੀਂ F ਲਿਖਿਆ ਤਾਂ 6 ਸਾਲ ਬਾਅਦ F+6 ਤੇ ਜਮਾਲ 6 ਸਾਲ ਬਾਅਦ J+6, ਉਹ 2:1 ਦੇ ਵਿੱਚ ਹੈ। ਐਗਜ਼ਾਮੀਨਰ ਕਹਿੰਦਾ ਇਫ ਜਮਾਲ ਸੈਲੀਬ੍ਰੇਟਡ ਹਿਸ 5th ਬਰਥਡੇ 8 ਇਅਰਸ ਅਗੋ, ਤਾਂ ਲਤਿਕਾ ਦੀ ਪ੍ਰੈਜ਼ੈਂਟ ਏਜ ਫਾਈਂਡ ਕਰਨੀ ਹੈ। ਐਗਜ਼ਾਮੀਨਰ ਕਹਿੰਦਾ ਜਮਾਲ ਨੇ ਆਪਣਾ 5ਵਾਂ ਜਨਮ ਦਿਨ ਮਨਾਇਆ ਸੀ ਕਦੋਂ? 8 ਸਾਲ ਪਹਿਲਾਂ। ਤਾਂ ਯਾਰ ਤੁਸੀਂ ਇਹ ਦੱਸੋ, ਜੇ ਮੈਂ 4 ਸਾਲ ਪਹਿਲਾਂ ਆਪਣਾ 26ਵਾਂ ਜਨਮ ਦਿਨ ਮਨਾਇਆ ਸੀ ਤਾਂ ਮੇਰੀ ਪ੍ਰੈਜ਼ੈਂਟ ਏਜ ਕੀ ਹੋਊਗੀ? ਮੈਂ ਤੁਹਾਨੂੰ ਆਪਣੀ ਪ੍ਰੈਜ਼ੈਂਟ ਏਜ ਨਹੀਂ ਦੱਸੀ, ਮੈਂ ਕਹਿ ਰਿਹਾ ਕਿ ਮੈਂ 4 ਸਾਲ ਪਹਿਲਾਂ ਆਪਣਾ 26ਵਾਂ ਜਨਮ ਦਿਨ ਮਨਾਇਆ ਸੀ ਤਾਂ ਮੇਰੀ ਪ੍ਰੈਜ਼ੈਂਟ ਏਜ ਕੀ ਹੋਊਗੀ? 26 ਚ 4 ਹੋਰ ਜੋੜ ਦਿਓ, 30 ਸਾਲ ਹੋਊਗੀ। ਤਾਂ ਜਮਾਲ ਨੇ ਜੇ 8 ਸਾਲ ਪਹਿਲਾਂ ਆਪਣਾ 5ਵਾਂ ਜਨਮ ਦਿਨ ਮਨਾਇਆ ਸੀ ਤਾਂ ਬੱਚੇ ਜਮਾਲ ਦੀ ਏਜ ਕੀ ਹੋਊਗੀ? 8 ਤੇ 5 13। ਤਾਂ ਜਮਾਲ ਦੀ ਪ੍ਰੈਜ਼ੈਂਟ ਏਜ ਪਤਾ ਲੱਗ ਗਈ ਸਾਨੂੰ 13। ਤਾਂ ਬੱਚੇ ਜੇ ਜਮਾਲ ਦੀ ਪ੍ਰੈਜ਼ੈਂਟ ਏਜ 13 ਸਾਲ ਹੈ ਤਾਂ ਸਾਡੇ ਕੋਲ ਰੇਸ਼ੀਓ 'ਚ ਫਾਦਰ +6 ਤੇ ਜਮਾਲ +6 ਹੈ 6 ਸਾਲ ਬਾਅਦ। ਤਾਂ ਜਮਾਲ ਦੀ ਪ੍ਰੈਜ਼ੈਂਟ ਏਜ 13 ਤਾਂ 6 ਸਾਲ ਬਾਅਦ 19। ਤਾਂ ਰੇਸ਼ੀਓ 'ਚ ਜਿਹੜਾ 1 ਹੈ ਉਹਦੀ ਵੈਲਿਊ ਬੱਚੇ ਤੁਹਾਡੀ ਆ ਗਈ 19 ਸਾਲ। 1 ਦੀ ਵੈਲਿਊ 19 ਤਾਂ 2 ਦੀ ਵੈਲਿਊ ਕੀ ਆ ਜੂ? 38। ਤਾਂ 2 ਕੀ ਆ ਗਿਆ? ਫਾਦਰ 6 ਸਾਲ ਬਾਅਦ 38 ਦਾ ਹੋ ਜਾਊਗਾ। ਫਾਦਰ ਜੇ 6 ਸਾਲ ਬਾਅਦ 38 ਦਾ ਹੋਊਗਾ ਤਾਂ ਫਾਦਰ ਦੀ ਪ੍ਰੈਜ਼ੈਂਟ ਏਜ 32 ਹੋਊਗੀ। ਆਪਾਂ ਲਤਿਕਾ ਤੇ ਪਹੁੰਚਣਾ ਤਾਂ ਲਤਿਕਾ ਤੇ ਤਾਂ ਫਾਦਰ ਤੋਂ ਹੀ ਪਹੁੰਚਾਂਗੇ। ਫਾਦਰ ਤੇ ਜਮਾਲ ਤੋਂ ਪਹੁੰਚੇ ਆ, ਜਮਾਲ ਦਾ ਸਾਨੂੰ ਡਾਟਾ ਗਿਵਨ ਸੀ। ਤਾਂ ਫਾਦਰ 6 ਸਾਲ ਬਾਅਦ 38, ਤਾਂ ਫਾਦਰ ਦੀ ਪ੍ਰੈਜ਼ੈਂਟ ਏਜ ਆ ਗਈ 32। ਤਾਂ ਫਾਦਰ ਰੇਸ਼ੀਓ 'ਚ ਪ੍ਰੈਜ਼ੈਂਟ ਏਜ 32 ਸਾਲ ਹੈ, 4 ਯੂਨਿਟ। 4 ਦੀ ਵੈਲਿਊ 32 ਸਾਲ ਹੈ ਤਾਂ 1 ਦੀ ਵੈਲਿਊ ਕੀ ਹੋਊਗੀ? ਇੱਥੇ ਬੱਚੇ ਜੇ 8 ਗੁਣਾ ਤਾਂ ਇੱਥੇ ਵੀ 8 ਗੁਣਾ ਹੋ ਜੂ। 1 ਦਾ 8 ਗੁਣਾ ਲਤਿਕਾ ਦੀ ਪ੍ਰੈਜ਼ੈਂਟ ਏਜ 8 ਇਅਰਸ। ਤਾਂ ਬੱਚੇ ਤੁਹਾਡਾ ਆਨਸਰ ਕੀ ਆ ਜਾਊਗਾ? 8 ਸਾਲ। ਸਮਝ ਆ ਗਿਆ ਜੀ ਸਾਰਿਆਂ ਨੂੰ? ਤਾਂ ਇਹ ਬੱਚੇ ਆਪਣਾ ਮਿਲਦਾ ਜੁਲਦਾ ਕੁਐਸਚਨ ਜਿਹੜਾ ਮੈਂ ਆਪਣੇ ਵੱਲੋਂ ਲੈ ਕੇ ਆਇਆ ਤਾਂ ਇਹ ਕੁਐਸਚਨ ਸੀ। ਅਗਲਾ ਕੁਐਸਚਨ ਬੱਚੇ ਆਪਣਾ ਪਰਸੈਂਟੇਜ ਚੈਪਟਰ ਦੇ ਵਿੱਚੋਂ ਇਲੈਕਸ਼ਨਸ ਦਾ ਜਿਹੜਾ ਕਿ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ। ਇਹ ਪੇਪਰ ਦਾ ਕੁਐਸਚਨ ਹੈ। ਉਹ ਕਹਿੰਦੇ ਇਨ ਐਨ ਇਲੈਕਸ਼ਨ ਬਿਟਵੀਨ 2 ਕੈਂਡੀਡੇਟਸ, 2 ਕੈਂਡੀਡੇਟਸ ਦੇ ਵਿੱਚ ਇਲੈਕਸ਼ਨਸ ਹੋਈਆਂ। One got 55% of the total valid votes। ਇੱਕ ਕੈਂਡੀਡੇਟ ਨੂੰ ਕਿੰਨੀਆਂ ਮਿਲੀਆਂ? 55% ਵੋਟਸ ਮਿਲੀਆਂ। ਕਹਿੰਦੇ 2 ਕੈਂਡੀਡੇਟਸ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ ਜਿਹਦੇ ਵਿੱਚੋਂ ਇੱਕ ਕੈਂਡੀਡੇਟ ਨੂੰ ਕਿੰਨੀਆਂ ਮਿਲੀਆਂ? 55%। ਤੇ 55% ਕਾਹਦਾ? ਆਫ ਦਾ ਟੋਟਲ ਵੈਲਿਡ ਵੋਟਸ। ਬੱਚੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ 55% ਵੋਟਾਂ ਤਾਂ ਮਿਲੀਆਂ ਇੱਕ ਕੈਂਡੀਡੇਟ ਨੂੰ, ਪਰ 55% ਦਾ ਬੇਸ ਕੀ ਹੈ? ਟੋਟਲ ਵੈਲਿਡ ਵੋਟਸ। ਵੈਲਿਡ ਵੋਟਸ ਮਤਲਬ ਜਿਹੜੀਆਂ ਗਿਣੀਆਂ ਗਈਆਂ ਜਾਇਜ਼ ਵੋਟਾਂ। ਇਹਦਾ ਮਤਲਬ ਕੁਝ ਇਨਵੈਲਿਡ ਵੀ ਹੋਣਗੀਆਂ, ਨਜਾਇਜ਼ ਵੀ ਹੋਣਗੀਆਂ।
ਜਿਨ੍ਹਾਂ 'ਚ ਮੋਹਰ ਇੰਨੀ ਫਿੱਕੀ ਲੱਗੀ ਕਿ ਪਤਾ ਹੀ ਨਹੀਂ ਲੱਗਿਆ ਕਿਹਨੂੰ ਵੋਟ ਪਾਈ ਹੈ, ਜਾਂ ਮੋਹਰ ਸੈਂਟਰ ਚਲਾਤੀ ਪਤਾ ਨਹੀਂ ਲੱਗ ਰਿਹਾ ਇਧਰਲੇ ਨੂੰ ਪਾਈ ਹੈ ਕੈਂਡੀਡੇਟ ਨੂੰ ਕਿ ਦੂਜੇ ਨੂੰ ਪਾਈ ਹੈ, ਤਾਂ ਉਹ ਇਨਵੈਲਿਡ ਹੋ ਗਈਆਂ। ਤਾਂ ਟੋਟਲ ਵੋਟਾਂ ਟੋਟਲ ਵੋਟਾਂ ਗਿਣਤੀ 'ਚ ਜਿੰਨੀਆਂ ਮਰਜ਼ੀ ਨੇ ਪਰਸੈਂਟੇਜ 'ਚ ਤਾਂ 100% ਮੰਨੀਆਂ ਜਾਣਗੀਆਂ, ਤਾਂ ਉਹਦੇ ਵਿੱਚੋਂ ਕੁਝ ਇਨਵੈਲਿਡ ਹੋਈਆਂ ਉਹ ਕੱਢ ਕੇ ਬਾਕੀ ਬਚੀਆਂ ਹੋਈਆਂ ਵੈਲਿਡ ਨੇ। ਵੈਲਿਡ ਦਾ 55% ਇੱਕ ਕੈਂਡੀਡੇਟ ਲੈ ਗਿਆ। ਐਗਜ਼ਾਮੀਨਰ ਕਹਿੰਦਾ 20% ਆਫ ਦਾ ਵੋਟਸ ਵਰ ਇਨਵੈਲਿਡ, ਅੱਗੇ ਹੀ ਦੇਤਾ ਉਹਨੇ ਕਿ 20% ਇਨਵੈਲਿਡ ਸੀ, ਮਤਲਬ ਬਾਕੀ 80% ਵੈਲਿਡ ਸੀਗੀਆਂ। ਇਫ ਦਾ ਟੋਟਲ ਨੰਬਰ ਆਫ ਵੋਟਸ ਵਰ 7500 ਵਾਜ਼ ਆਊਗਾ, ਵਰ ਨਹੀਂ ਆਊਗਾ। ਇਫ ਦਾ ਟੋਟਲ ਨੰਬਰ ਆਫ ਵੋਟਸ ਵਾਜ਼ 7500 ਦੈਨ ਦਾ ਨੰਬਰ ਆਫ ਵੈਲਿਡ ਵੋਟਸ ਦਾ ਅਦਰ ਕੈਂਡੀਡੇਟ ਗॉट, ਤਾਂ ਦੂਜੇ ਕੈਂਡੀਡੇਟ ਨੂੰ ਕਿੰਨੀਆਂ ਵੈਲਿਡ ਵੋਟਾਂ ਮਿਲੀਆਂ ਇਹ ਆਪਾਂ ਫਾਈਂਡ ਕਰਨਾ ਹੈ। ਤਾਂ ਬੱਚੇ ਸਾਨੂੰ ਟੋਟਲ ਵੋਟਾਂ ਦਿੱਤੀਆਂ ਹੋਈਆਂ ਨੇ 7500, ਉਹ 7500 ਦੇ ਵਿੱਚੋਂ ਜਿਹੜਾ ਦੂਜਾ ਕੈਂਡੀਡੇਟ ਹੈ ਉਹਨੂੰ ਕਿੰਨੀਆਂ ਮਿਲੀਆਂ ਇਹ ਦੱਸਣੀਆਂ ਨੇ। ਤਾਂ ਬੱਚੇ ਚਾਹੇ ਪਹਿਲਾ ਕੈਂਡੀਡੇਟ ਹੈ ਚਾਹੇ ਦੂਜਾ ਕੈਂਡੀਡੇਟ ਹੈ, ਇਹਨਾਂ ਦੋਨਾਂ 'ਚ ਜਿਹੜੀਆਂ ਵੋਟਾਂ ਵੰਡੀਆਂ ਗਈਆਂ ਨੇ ਉਹ ਵੰਡੀਆਂ ਤਾਂ ਵੈਲਿਡ ਵੋਟਾਂ ਹੀ ਗਈਆਂ ਨੇ ਨਾ, ਕਿਉਂਕਿ ਜਿਹੜੀਆਂ ਇਨਵੈਲਿਡ ਨੇ ਤਾਂ ਕਿਸੇ ਦੇ ਖਾਤੇ ਨਹੀਂ ਪਈਆਂ। ਤਾਂ 20% ਇਨਵੈਲਿਡ ਦਾ ਮਤਲਬ 20% ਹੁੰਦਾ 1/5, ਤਾਂ ਬੱਚੇ 1/5 ਇਨਵੈਲਿਡ ਦਾ ਮਤਲਬ ਬਾਕੀ ਵੈਲਿਡ ਤਾਂ 4/5 ਹੀ ਨੇ। ਜੇ ਤੁਸੀਂ ਪਰਸੈਂਟੇਜ ਦੇ ਵਿੱਚ ਦੇਖਣਾ ਤਾਂ 20% ਦਾ ਮਤਲਬ ਬਾਕੀ 80% ਵੈਲਿਡ ਨੇ, ਉਹ ਵੀ 4/5 ਆਊਗਾ। ਤੇ ਜੇ ਤੁਸੀਂ ਫ੍ਰੈਕਸ਼ਨ 'ਚ ਦੇਖਣਾ ਹੈ ਤਾਂ 20% ਦੀ ਫ੍ਰੈਕਸ਼ਨ ਹੁੰਦੀ ਹੈ 1/5, ਤਾਂ 1/5 ਇਨਵੈਲਿਡ ਹੈ, 5 ਚੋਂ 1 ਇਨਵੈਲਿਡ ਹੈ, ਤਾਂ ਬਾਕੀ 4 ਵੈਲਿਡ ਨੇ, ਤਾਂ 4/5 ਇਹ ਆਪਾਂ ਕੱਢ ਲਿਆ ਵੈਲਿਡ। ਬੱਚੇ 7500 ਕੀ ਸੀ ਟੋਟਲ ਵੋਟਾਂ, ਉਹਦਾ 4/5 ਕਰਕੇ ਵੈਲਿਡ ਕੱਢ ਲਿਆ। ਫਿਰ ਵੈਲਿਡ ਦੇ ਵਿੱਚੋਂ ਦੂਜੇ ਕੈਂਡੀਡੇਟ ਨੂੰ ਕੀ ਮਿਲਿਆ ਇਹ ਦੱਸਣੀਆਂ ਨੇ। ਤਾਂ ਪਹਿਲੇ ਕੈਂਡੀਡੇਟ ਨੂੰ ਮਿਲਿਆ 55%। 55% ਦਾ ਬੇਸ ਦੇਖੋ ਕੀ ਹੈ ਬੱਚੇ, 55% ਦਾ ਬੇਸ ਟੋਟਲ ਵੋਟਾਂ ਨਹੀਂ ਹੈਗੀਆਂ, 55% ਦਾ ਬੇਸ ਹੈ ਵੈਲਿਡ ਵੋਟਾਂ। ਤਾਂ ਕਿਉਂਕਿ ਬੇਸ ਵੈਲਿਡ ਵੋਟ ਹੈ ਤਾਂ ਬੇਸ ਤਾਂ ਆਪਣੇ ਆਪ 'ਚ 100% ਹੁੰਦਾ। ਤਾਂ ਹੁਣ ਜੇ ਇੱਕ ਕੈਂਡੀਡੇਟ ਨੂੰ 55% ਵੋਟਾਂ ਮਿਲੀਆਂ, ਉਸ 55% ਵੈਲਿਊ ਹੈ ਜਿਹੜੀ 55%, ਉਹਦਾ ਬੇਸ ਵੈਲਿਡ ਹੈ, ਤਾਂ ਇਹਦਾ ਮਤਲਬ ਵੈਲਿਡ ਆਪਣੇ ਆਪ 'ਚ 100 ਹੈ। ਤਾਂ 100 ਚੋਂ 55 ਇੱਕ ਕੈਂਡੀਡੇਟ ਲੈ ਗਿਆ ਤਾਂ 45 ਦੂਜੇ ਨੂੰ ਮਿਲੀਆਂ ਹੋਣਗੀਆਂ, ਤਾਂ 45% ਬੱਚੇ 45% ਹੁੰਦਾ 9/20, ਤਾਂ 9/20 ਦੂਜੇ ਕੈਂਡੀਡੇਟ ਨੂੰ ਮਿਲੀਆਂ ਹੋਣਗੀਆਂ। ਤਾਂ ਇਹ ਆ ਜਾਣਗੀਆਂ ਦੂਜੇ ਕੈਂਡੀਡੇਟ ਦੀਆਂ ਵੋਟਾਂ। ਤਾਂ ਬੱਚੇ ਦੂਜੇ ਕੈਂਡੀਡੇਟ ਦੀਆਂ ਵੋਟਾਂ ਕਿੰਨੀਆਂ ਆ ਗਈਆਂ, 5 × 20 ਕਿੰਨਾ ਹੁੰਦਾ 100, ਤਾਂ ਉੱਪਰ 00 ਕੱਟੀ ਗਈ, 5 × 20 ਥੱਲੇ 100 ਉੱਪਰ ਵੀ 00 100 ਕੱਟਿਆ ਗਿਆ, ਤਾਂ 75 × 4 ਹੋ ਗਿਆ 300, 300 × 9 ਹੋ ਗਿਆ 2700। ਤਾਂ ਬੱਚੇ ਦੂਜੇ ਕੈਂਡੀਡੇਟ ਨੂੰ ਮਿਲੀਆਂ 2700 ਵੋਟਾਂ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਆ ਜਾਊਗਾ 2700। ਪਰ ਇੰਨਾ ਕਰਨ ਦੀ ਲੋੜ ਹੀ ਨਹੀਂ, ਜਦੋਂ ਇੱਕ ਕੈਂਡੀਡੇਟ ਨੂੰ 55% ਮਿਲ ਗਈਆਂ ਤਾਂ ਪੱਕਾ ਹੈ ਕਿ ਦੂਜੇ ਨੂੰ 45% ਮਿਲੀਆਂ ਹੋਣਗੀਆਂ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿਸੇ ਨੂੰ। ਬੱਚੇ ਇੱਕ ਗੱਲ ਕਲੀਅਰ ਹੈ ਨਾ ਕਿ ਇੱਕ ਕੈਂਡੀਡੇਟ ਨੂੰ ਸਾਨੂੰ ਗਿਵਨ ਹੈ ਕਿ 55% ਵੋਟਾਂ ਮਿਲੀਆਂ, ਤਾਂ ਪੱਕਾ ਦੂਜੇ ਨੂੰ 45% ਮਿਲੀਆਂ ਹੋਣਗੀਆਂ। ਆਪਾਂ ਜਿਹਦੀਆਂ ਫਾਈਂਡ ਕਰਨੀਆਂ ਨੇ ਉਹਦੇ 45% ਹੈ, 45% ਦੀ ਫ੍ਰੈਕਸ਼ਨ 9/20 ਹੁੰਦੀ ਹੈ। ਤਾਂ ਬੱਚੇ ਦੂਜੇ ਕੈਂਡੀਡੇਟ ਨੂੰ ਵੋਟਾਂ ਕੀ ਮਿਲੀਆਂ ਹੋਣਗੀਆਂ ਕਿਸੇ ਚੀਜ਼ ਦਾ 9/20, ਤਾਂ 9/20 ਦਾ ਮਤਲਬ ਉਹਦੀਆਂ ਵੋਟਾਂ 9 ਦਾ ਮਲਟੀਪਲ ਹੋਣਗੀਆਂ। 20 ਤਾਂ ਹੇਠਾਂ ਕੱਟਿਆ ਜਾਊਗਾ, 20 ਤਾਂ ਕਿਸੇ ਨਾਲ ਕੱਟਿਆ ਜਾਊ, ਉਹਦੀਆਂ ਵੋਟਾਂ 9 ਦਾ ਮਲਟੀਪਲ ਹੋਣਗੀਆਂ। ਤਾਂ ਜਿਹੜਾ ਆਪਸ਼ਨ 9 ਦਾ ਮਲਟੀਪਲ ਨਹੀਂ ਹੈਗਾ ਉਹ ਗਲਤ ਹੈ, ਇੱਕੋ ਹੀ ਆਪਸ਼ਨ ਬਚਿਆ ਉਹ ਤੁਹਾਡਾ ਆਨਸਰ ਆ ਜਾਊਗਾ। ਤਾਂ ਆ ਵੀ ਪੇਪਰ ਦਾ ਕੁਐਸਚਨ ਹੈ, ਦੂਜਾ ਹੀ ਕੁਐਸਚਨ ਹੈ ਪੇਪਰ ਦਾ, ਇਹਦੇ ਵਿੱਚ ਵੀ ਆਪਾਂ ਨੂੰ ਪੈਨ ਚੱਕਣ ਦੀ ਲੋੜ ਨਹੀਂ, ਸਿੱਧਾ ਪਤਾ ਲੱਗ ਜੂ। ਮੈਂ ਸੋਲਵ ਕਰਕੇ ਵੈਸੇ ਦੱਸਤਾ ਕਿ ਜੇ ਸੋਲਵ ਕਰਨਾ ਪੈ ਜੇ, ਬਟ ਸਟਿਲ ਸਿੱਧਾ। ਤਾਂ ਪਹਿਲਾ ਕੁਐਸਚਨ ਵੀ 5 ਸਕਿੰਟ ਕਿਉਂਕਿ ਆਪਸ਼ਨਸ ਐਲੀਮੀਨੇਟ ਹੋ ਗਏ, ਦੂਜਾ ਕੁਐਸਚਨ ਵੀ 5 ਸਕਿੰਟ ਕਿਉਂਕਿ ਆਪਸ਼ਨਸ ਐਲੀਮੀਨੇਟ ਹੋ ਗਏ। ਪਰ ਇਹਦੇ ਨਾਲ ਦਾ ਇੱਕ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ, ਉਹ ਦੇਖੋ। ਕੁਐਸਚਨ ਹੈ ਇਨ ਐਨ ਇਲੈਕਸ਼ਨ ਬਿਟਵੀਨ 2 ਕੈਂਡੀਡੇਟਸ 10% ਵੋਟਰਸ ਡਿਡਨਟ ਕਾਸਟ देयर ਵੋਟ। 2 ਕੈਂਡੀਡੇਟਸ ਦੇ ਵਿੱਚ ਚੋਣਾਂ ਹੋਈਆਂ ਜਿਹਦੇ ਵਿੱਚ 10% ਲੋਕ ਵੋਟ ਪਾਉਣੀ ਨਹੀਂ ਗਏ। ਫਿਰ ਜਿਹੜੇ ਵੋਟ ਪਾਉਣ ਗਏ ਉਹਦੇ ਵਿੱਚ ਕੀ ਵੰਡ ਕੀਤਾ ਇਹਨੇ, ਇਫ ਦਾ ਵਿਨਿੰਗ ਕੈਂਡੀਡੇਟ ਗॉट 55% ਆਫ ਦਾ ਪੋਲਡ ਵੋਟਸ। ਬੱਚੇ ਪਿਛਲੇ ਦੇ ਵਿੱਚ ਜਿਵੇਂ ਇਨਵੈਲਿਡ ਹੋਈਆਂ ਸੀ, ਇਹਦੇ ਵਿੱਚ ਵੋਟਾਂ ਪਈਆਂ ਨਹੀਂ ਹੈਗੀਆਂ, ਅਨਪੋਲਡ ਰਹਿ ਗਈਆਂ, ਤਾਂ ਬਾਕੀ ਵੈਲਿਡ ਸੀ, ਇਹਦੇ ਵਿੱਚ ਬਾਕੀ ਪੋਲਡ ਨੇ। ਤਾਂ ਜਿੱਤਣ ਵਾਲੇ ਨੂੰ 55% ਵੋਟਾਂ ਮਿਲੀਆਂ, ਪਰ ਕਾਹਦਾ 55%, ਪੋਲਡ ਵੋਟਾਂ ਦਾ 55%। ਤਾਂ ਕਿਉਂਕਿ 55% ਦਾ ਬੇਸ ਪੋਲਡ ਵੋਟਸ ਹੈ ਤਾਂ ਇਹ ਆਪਣੇ ਆਪ 'ਚ 100% ਗਿਣਿਆ ਜਾਊਗਾ, ਇਹ ਆਪਣੇ ਆਪ 'ਚ 100%। ਇਹਦੇ ਵਿੱਚੋਂ 55% ਜਿੱਤਣ ਵਾਲਾ ਲੈ ਗਿਆ ਤਾਂ 45% ਹਾਰਨ ਵਾਲੇ ਨੂੰ ਮਿਲਿਆ। ਐਂਡ 1/4140 ਵੋਟਸ, ਤੇ ਜਿੱਤਣ ਵਾਲੇ ਨੂੰ 55% ਆਫ ਦਾ ਪੋਲਡ ਪਈਆਂ ਤੇ ਉਹ 4140 ਵੋਟਾਂ ਨਾਲ ਜਿੱਤ ਗਿਆ। ਤਾਂ 4140 ਕੀ ਹੈ ਬੱਚੇ,
4140 ਹੈ ਮਾਰਜਨ, ਤੇ ਮਾਰਜਨ ਕਿਵੇਂ ਦੇਖੀਦਾ ਹੁੰਦਾ, ਵਿਨਰ ਦੇ ਵਿੱਚੋਂ ਲੂਜ਼ਰ ਦਾ ਹਿੱਸਾ ਮਾਈਨਸ ਕਰ ਦੋ, ਉਹ ਮਾਰਜਨ ਹੁੰਦਾ। ਤਾਂ 4140 ਵੋਟਾਂ ਕਿਨੇ, ਵਿਨਰ ਤੇ ਲੂਜ਼ਰ ਦਾ ਡਿਫਰੈਂਸ। ਉਹ ਕਹਿੰਦੇ ਫਾਈਂਡ ਦਾ ਟੋਟਲ ਨੰਬਰ ਆਫ ਵੋਟਰਸ ਐਨਰੋਲਡ ਇਨ ਦਾ ਲਿਸਟ। ਤਾਂ ਟੋਟਲ ਵੋਟਾਂ ਦੱਸੋ ਕਿੰਨੀਆਂ ਹੋਣਗੀਆਂ। ਤਾਂ ਬੱਚੇ ਤੁਸੀਂ ਟੋਟਲ ਵੋਟਾਂ ਆਪਣੇ ਵੱਲੋਂ 20 ਮੰਨ ਲਓ, ਟੋਟਲ ਵੋਟਾਂ 20 ਮੰਨ ਲਓ। ਉਹਦੇ ਵਿੱਚ ਪਹਿਲਾਂ ਕੀ ਹੋਇਆ, ਇਸ 20 ਦੇ ਵਿੱਚ ਪਹਿਲਾਂ ਕੀ ਹੋਇਆ, ਕੁਝ ਲੋਕ ਵੋਟ ਪਾਉਣ ਨਹੀਂ ਗਏ, ਫਿਰ ਜਿਹੜੇ ਵੋਟ ਪਾਉਣ ਗਏ ਉਹਨਾਂ ਚੋਂ ਕੀ ਹੋਇਆ, ਜਿੰਨੀਆਂ ਵੋਟਾਂ ਪਈਆਂ ਉਹਦਾ 55% ਇੱਕ ਲੈ ਗਿਆ। ਫਿਰ ਸਾਡੀ ਅੰਡਰਸਟੈਂਡਿੰਗ ਹੈ ਕਿ ਜੇ ਇੱਕ 55% ਲੈ ਗਿਆ ਤਾਂ ਦੂਜੇ ਨੂੰ 45% ਪਈਆਂ ਹੋਣਗੀਆਂ, ਤੇ ਉਹ 4140 ਵੋਟਾਂ ਨਾਲ ਜਿੱਤ ਗਿਆ। ਤਾਂ ਬੱਚੇ ਸਾਨੂੰ ਗਿਣਤੀ ਦਿੱਤੀ ਹੋਈ ਹੈ 4140, ਤਾਂ 4140 ਤੱਕ ਪਹੁੰਚੋ ਜੀ। ਤਾਂ ਟੋਟਲ ਵੋਟਾਂ ਦੇ ਵਿੱਚੋਂ 4140 ਕੈਲਕੂਲੇਟ ਕਰਦੇ ਆ ਕਿੱਥੇ ਜੇ ਪਿਆ। ਤਾਂ ਸਭ ਤੋਂ ਪਹਿਲਾਂ ਕੀ ਹੋਇਆ, 10% ਵੋਟਾਂ ਪੋਲ ਹੀ ਨਹੀਂ ਹੋਈਆਂ। ਤਾਂ 10% ਮਤਲਬ 1/10 ਪੋਲ ਨਹੀਂ ਹੋਇਆ, ਤਾਂ ਬਾਕੀ 9/10 ਪੋਲ ਹੋਈਆਂ ਬੱਚੇ, ਇਹ ਕਲੀਅਰ ਹੈ। ਬਾਕੀ 9/10 ਪੋਲ ਹੋਈਆਂ, ਇਹ ਪੋਲਡ ਵੋਟਾਂ ਨੇ। ਇਹਦੇ ਵਿੱਚੋਂ ਇੱਕ ਕੈਂਡੀਡੇਟ 55% ਵੋਟਾਂ ਲੈ ਗਿਆ ਤਾਂ 4140 ਨਾਲ ਜਿੱਤ ਗਿਆ। ਤਾਂ 4140 ਕਿਹਦੇ ਬਰਾਬਰ ਹੈ, ਮਾਰਜਨ ਦੇ ਬਰਾਬਰ ਹੈ। ਇੱਕ ਨੂੰ ਜੇ 55% ਮਿਲਿਆ ਤਾਂ ਬੱਚੇ ਦੂਜੇ ਨੂੰ 45% ਮਿਲਿਆ ਹੋਣਗੀਆਂ, ਤਾਂ ਮਾਰਜਨ 10% ਦਾ ਹੀ ਰਹਿ ਗਿਆ। ਤਾਂ 10% ਦੀ ਵੈਲਿਊ 4140 ਹੈ, ਤਾਂ 10% ਇਜ਼ 1/10, ਉਹ 4140 ਦੇ ਬਰਾਬਰ ਹੈ। ਤਾਂ ਬੱਚੇ ਤੁਹਾਡੀਆਂ ਟੋਟਲ ਵੋਟਸ ਕੀ ਹੋ ਜਾਣਗੀਆਂ, ਟੋਟਲ ਵੋਟਸ ਹੋ ਜਾਣਗੀਆਂ ਆ 9 ਕੱਟਿਆ 414 ਦੇ ਨਾਲ 9 × 4 36 54 60, ਇੱਕ 10 ਉੱਪਰ ਚੱਲ ਗਿਆ, ਇੱਕ 10 ਹੋਰ ਉੱਪਰ ਚੱਲ ਗਿਆ, ਤਾਂ ਟੋਟਲ ਵੋਟਾਂ ਆ ਗਈਆਂ 46000। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਕਿੰਨਾ ਆ ਜੂ, 46000, ਫਸਟ ਆਪਸ਼ਨ। ਕਲੀਅਰ ਹੈ ਜੀ ਸਾਰਿਆਂ ਨੂੰ। ਪਿਛਲੇ 'ਚ ਸਾਨੂੰ ਟੋਟਲ ਵੋਟਾਂ ਗਿਵਨ ਸੀਗੀਆਂ, ਕੌਣ ਜਿੱਤੇ, ਕਿੰਨੇ ਨਾਲ ਜਿੱਤਿਆ ਜਾਂ ਦੂਜੇ ਨੂੰ ਕਿੰਨੀਆਂ ਮਿਲੀਆਂ ਉਹ ਕੱਢਣਾ ਸੀ। ਇਹਦੇ ਵਿੱਚ ਕਿੰਨੇ ਨਾਲ ਜਿੱਤਿਆ ਉਹ ਗਿਵਨ ਹੈ ਤੇ ਟੋਟਲ ਵੋਟਾਂ ਕੱਢਣੀਆਂ ਨੇ। ਬਿਲਕੁਲ ਉਸੇ ਤਰ੍ਹਾਂ ਹੋ ਰਿਹਾ ਕੁਐਸਚਨ। ਤਾਂ ਇਹ ਬੱਚੇ ਆਪਣਾ ਇਲੈਕਸ਼ਨਸ ਵਾਲਾ ਕੁਐਸਚਨ ਜਿਹੜਾ ਮੈਂ ਆਪਣੇ ਵੱਲੋਂ ਲੈ ਕੇ ਆਇਆ। ਅਗਲਾ ਕੁਐਸਚਨ ਫਿਰ ਉਹੀ ਜਿਹੜਾ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ। ਤਾਂ ਪੇਪਰ 'ਚ ਜਿਹੜਾ ਕੁਐਸਚਨ ਆਇਆ ਉਹ ਕਾਹਦਾ ਹੈਗਾ, ਟ੍ਰੇਨਸ ਦਾ ਕੁਐਸਚਨ ਹੈ। ਐਗਜ਼ਾਮੀਨਰ ਕਹਿੰਦਾ ਇੱਕ ਟ੍ਰੇਨ ਹੈ ਜਿਹਦੀ ਲੈਂਥ 150 ਮੀਟਰ ਹੈ, ਮੂਵਿੰਗ ਐਟ ਅ ਸਪੀਡ ਆਫ 90 ਕਿਲੋਮੀਟਰਸ ਪਰ ਆਵਰ, ਕੈਨ ਕ੍ਰੋਸ ਹੈ 200 ਮੀਟਰ ਬ੍ਰਿਜ ਇਨ ਹਾਊ ਮਚ ਟਾਈਮ। ਤਾਂ ਬੱਚੇ ਆਪਾਂ ਟਾਈਮ ਦੱਸਣਾ ਹੈ ਕਿ 150 ਮੀਟਰ ਲੰਬੀ ਟ੍ਰੇਨ ਨੇ 200 ਮੀਟਰ ਲੰਬਾ ਬ੍ਰਿਜ ਕ੍ਰੋਸ ਕਰਨਾ ਹੈ, 90 ਦੀ ਸਪੀਡ ਤੇ ਭੱਜ ਰਹੀ ਹੈ, ਤਾਂ ਟਾਈਮ ਕਿੰਨਾ ਲੱਗੂ। ਤਾਂ ਬੱਚੇ ਟਾਈਮ ਕਿਹਦੇ ਬਰਾਬਰ ਹੁੰਦਾ, ਟਾਈਮ ਹੁੰਦਾ ਡਿਸਟੈਂਸ ਅਪੋਨ ਸਪੀਡ। ਟਾਈਮ ਹੁੰਦਾ ਡਿਸਟੈਂਸ ਅਪੋਨ ਸਪੀਡ। ਡਿਸਟੈਂਸ ਕੀ ਲਿਆ ਜਾਂਦਾ ਹੈ, ਆਪਣੀ ਟ੍ਰੇਨ ਦੀ ਲੈਂਥ 150 ਮੀਟਰ ਹੈ, ਉਹਨੇ 200 ਮੀਟਰ ਲੰਬਾ ਬ੍ਰਿਜ ਕ੍ਰੋਸ ਕਰਨਾ ਹੈ, ਤਾਂ ਬੱਚੇ ਡਿਸਟੈਂਸ ਕੀ ਹੋਊਗਾ, ਟ੍ਰੇਨ ਦੀ ਲੈਂਥ ਪਲੱਸ ਬ੍ਰਿਜ ਦੀ ਲੈਂਥ। ਤਾਂ ਬੱਚੇ ਡਿਸਟੈਂਸ ਹਮੇਸ਼ਾ ਕੀ ਲੈਂਦੇ ਆਪਾਂ ਟ੍ਰੇਨਸ ਵਾਲੇ ਸਵਾਲਾਂ ਦੇ ਵਿੱਚ, ਆਪਣੀ ਟ੍ਰੇਨ ਦੀ ਲੈਂਥ ਪਲੱਸ ਦੂਜੇ ਆਬਜੈਕਟ ਦੀ ਲੈਂਥ। ਜੇ ਕਿਤੇ ਦੂਜਾ ਆਬਜੈਕਟ ਬੰਦਾ ਹੋਵੇ ਜਾਂ ਖੰਭਾ ਹੋਵੇ ਜਾਂ ਕੋਈ ਮਾਈਲਸਟੋਨ ਹੋਵੇ, ਉਹਨਾਂ ਦੀ ਤਾਂ ਆਪਦੀ ਕੋਈ ਲੰਬਾਈ ਨਹੀਂ ਹੁੰਦੀ, ਉਦੋਂ ਤਾਂ ਆਪਾਂ ਟ੍ਰੇਨ ਦੀ ਲੈਂਥ ਨੂੰ ਹੀ ਡਿਸਟੈਂਸ ਮੰਨ ਲੈਂਦੇ ਹਾਂ। ਪਰ ਜਦੋਂ ਕੋਈ ਦੂਜਾ ਆਬਜੈਕਟ ਇਹੋ ਜਿਹਾ ਹੋਵੇ ਜਿਹਦੀ ਆਪਣੀ ਕੋਈ ਲੈਂਥ ਹੈ, ਉਦੋਂ ਟ੍ਰੇਨ ਦੀ ਲੈਂਥ ਪਲੱਸ ਦੂਜੇ ਆਬਜੈਕਟ ਦੀ ਲੈਂਥ ਐਡ ਕਰਕੇ ਅਸੀਂ ਡਿਸਟੈਂਸ ਲੈਂਦੇ ਹਾਂ। ਤਾਂ ਡਿਸਟੈਂਸ ਆ ਜਾਊਗਾ 350 ਮੀਟਰ। ਡਿਵਾਈਡ ਬਾਈ ਸਪੀਡ ਸਪੂਡ ਜੋ ਮਰਜ਼ੀ ਹੋਵੇ, 350 7 ਦਾ ਮਲਟੀਪਲ ਹੈ, 350 7 ਦਾ ਮਲਟੀਪਲ ਹੈ, 7 ਤਾਂ ਨਹੀਂ ਕੱਟਿਆ ਜਾਂਦਾ ਕਿਸੇ ਨਾਲ, ਤਾਂ ਸਾਡਾ ਆਨਸਰ 7 ਦਾ ਮਲਟੀਪਲ ਆਊਗਾ। ਇੱਕੋ ਹੀ ਆਪਸ਼ਨ ਹੈ 7 ਦਾ ਮਲਟੀਪਲ। ਤੀਜਾ ਕੁਐਸਚਨ ਵੀ ਬੱਚੇ 5 ਸਕਿੰਟਾਂ ਦੇ ਵਿੱਚ ਹੋ ਗਿਆ। ਜੇ ਸੋਲਵ ਕਰਨਾ ਤਾਂ ਸਪੀਡ 90, ਸਪੀਡ ਹਮੇਸ਼ਾ ਰਿਲੇਟਿਵ ਸਪੀਡ ਲਈ ਜਾਂਦੀ ਹੈ। ਰਿਲੇਟਿਵ ਸਪੀਡ ਉਦੋਂ ਜਦੋਂ ਦੂਜਾ ਆਬਜੈਕਟ ਵੀ ਮੂਵ ਕਰੇ ਤਾਂ ਰਿਲੇਟਿਵ ਸਪੀਡ ਲੈ ਲਾਂਗੇ, ਪਰ ਜਦੋਂ ਦੂਜਾ ਆਬਜੈਕਟ ਬ੍ਰਿਜ ਹੈ ਜਿਹੜਾ ਕਿ ਮੂਵ ਨਹੀਂ ਕਰ ਰਿਹਾ ਤਾਂ ਟ੍ਰੇਨ ਦੀ ਸਪੀਡ ਲਈ ਜਾਊਗੀ 90। ਤਾਂ ਬੱਚੇ ਡਿਸਟੈਂਸ ਆਪਣਾ ਮੀਟਰਾਂ 'ਚ ਹੈ, ਟਾਈਮ ਆਪਣਾ ਸਕਿੰਟਾਂ 'ਚ ਆਉਣਾ, ਸਾਰੇ ਆਪਸ਼ਨ ਸਕਿੰਟਾਂ 'ਚ ਨੇ, ਤਾਂ ਸਪੀਡ ਵੀ ਮੀਟਰ ਪਰ ਸੈਕਿੰਡ 'ਚ ਹੋਣੀ ਚਾਹੀਦੀ ਹੈ। ਤਾਂ 90 ਕਿਲੋਮੀਟਰ ਪਰ ਆ ਰਿਹਾ, ਉਹਨੂੰ ਮੀਟਰ ਪਰ ਸੈਕਿੰਡ ਬਣਾਉਣ ਲਈ 5/18, 5 ਤਾਂ ਉਹਦੇ ਨਾਲ 18 ਹੇਠਲਾ ਉੱਪਰ ਚੱਲ ਜੂਗਾ। ਤਾਂ ਆਨਸਰ ਸਾਡਾ ਕੀ ਆ ਜੂਗਾ, ਆਨਸਰ ਆ ਜੂ 18 × 5 90। ਤਾਂ ਉੱਪਰ ਕੁਛ ਨਹੀਂ ਬਚਿਆ, 5 × 5 25, 25 ਦਾ 14 ਗੁਣਾ 350। ਤਾਂ ਆਨਸਰ ਵਿਲ ਬੀ 14 ਸੈਕਿੰਡਸ। ਤਾਂ ਇਸ ਕੁਐਸਚਨ ਦਾ ਆਨਸਰ ਵੈਸੇ ਹੀ ਪਤਾ ਲੱਗ ਗਿਆ ਸੀ ਕਿ 350 7 ਦਾ ਮਲਟੀਪਲ ਹੈ। ਇਹਦੇ ਵਿੱਚ ਜਿਹੜਾ 7 ਬੈਠਾ ਉਹ ਕਿਸੇ ਨਾਲ 7 ਕੱਟਿਆ ਨਹੀਂ ਜਾ ਰਿਹਾ, ਤਾਂ 7 ਆਨਸਰ ਤੱਕ ਜਾਊਗਾ, ਤਾਂ ਸਾਡਾ ਆਨਸਰ 7 ਦਾ ਮਲਟੀਪਲ ਆਊਗਾ। ਤਾਂ ਇੱਕੋ ਹੀ ਆਪਸ਼ਨ ਸੀ 7 ਦਾ ਮਲਟੀਪਲ। ਤਾਂ ਬੱਚੇ ਪੇਪਰ 'ਚ ਕੁਐਸਚਨ 5 ਸਕਿੰਟ ਲੈ ਰਹੇ ਨੇ, 15 ਸਕਿੰਟ ਹੋਏ ਨੇ, 3 ਕੁਐਸਚਨ ਮਾਰਕ ਕਰਤੇ ਅਸੀਂ, ਜਾਂ 20 ਸਕਿੰਟ ਮੰਨ ਲਓ। ਚੌਥਾ ਇਹਦੇ ਨਾਲ ਦਾ ਕੁਐਸਚਨ ਜਿਹੜਾ ਮੈਂ ਲੈ ਕੇ ਆਇਆ, ਅ ਟ੍ਰੇਨ 300 ਮੀਟਰ ਲੌਂਗ, 300 ਮੀਟਰ ਲੰਬੀ ਟ੍ਰੇਨ ਟੇਕਸ 9 ਸੈਕਿੰਡਸ ਟੂ ਕ੍ਰੋਸ ਅ ਮੈਨ ਵਾਕਿੰਗ। ਬੰਦਾ ਖੜਾ ਨਹੀਂ ਹੈਗਾ, ਪਿਛਲੇ ਕੁਐਸਚਨ 'ਚ ਬ੍ਰਿਜ ਖੜਾ ਸੀਗਾ, ਬੰਦਾ
walking at 10 ਕਿਲੋਮੀਟਰਸ ਪਰ ਆਵਰ ਇਨ ਦਾ ਡਾਇਰੈਕਸ਼ਨ ਆਪੋਜ਼ਿਟ। ਮੈਂ ਕਿਹਾ ਸੀ ਨਾ ਕਿ ਸਪੀਡ ਹਮੇਸ਼ਾ ਰਿਲੇਟਿਵ ਲਈ ਜਾਂਦੀ ਆ, ਤਾਂ ਬੰਦੇ ਦੀ ਸਪੀਡ ਹੈ ਕਿਉਂਕਿ ਵਾਕ ਕਰ ਰਿਹਾ ਤਾਂ ਕੋਈ ਸਪੀਡ ਹੈ 10 ਕਿਲੋਮੀਟਰ ਪਰ ਆਰ, ਕਿਉਂਕਿ ਅਸੀਂ ਰਿਲੇਟਿਵ ਸਪੀਡ ਲੈਣੀ ਹੈ ਤਾਂ ਸਾਨੂੰ ਡਾਇਰੈਕਸ਼ਨ ਪਤਾ ਹੋਣੀ ਚਾਹੀਦੀ ਹੈ। ਤਾਂ ਮੈਂਸ਼ਨ ਕਰਤੇ ਐਗਜ਼ਾਮੀਨਰ ਨੇ ਕਿ ਬੰਦਾ 10 ਦੀ ਸਪੀਡ ਤੇ ਵਾਕ ਕਰ ਰਿਹਾ ਇਨ ਦਾ ਡਾਇਰੈਕਸ਼ਨ ਆਪੋਜ਼ਿਟ ਟੂ ਦੈਟ ਆਫ ਦਾ ਟ੍ਰੇਨ, ਸੋ ਫਾਈਂਡ ਦਾ ਸਪੀਡ ਆਫ ਦਾ ਟ੍ਰੇਨ। ਤਾਂ ਬੱਚੇ ਆਪਾਂ ਟ੍ਰੇਨ ਦੀ ਸਪੀਡ ਫਾਈਂਡ ਕਰਨੀ ਹੈ। ਸਪੀਡ ਹਮੇਸ਼ਾ ਕਿਹਦੇ ਬਰਾਬਰ ਹੁੰਦੀ ਹੈ? ਡਿਸਟੈਂਸ ਅਪੋਨ ਟਾਈਮ। डिस्टेंस की लवांगे 300 मीटर लंबी ट्रेन है, बंदे की कोई लंबाई नहीं होंगी तो डिस्टेंस लवांगे 300 डिवाइड बाय टाइम कितना लग गया 9 सेकंड लग गए। तो डिस्टेंस मीटर दे विच है, टाइम सकिंटा च, मीटर पर सैकेंड आ गया, पर साडे सारे ऑप्शन की है बच्चे किलोमीटर पर आवर दे विच ने, तो इनू किलोमीटर पर आवर बनावांगे 18/5 करके, तो ये स्पीड आ जूगी। पर यह स्पीड की आ गई रिलेटिव स्पीड। रिलेटिव स्पीड ट्रेन की स्पीड नूं असी एस मान लेने आ, बंदे की स्पीड 10 है इन द ऑपोजिट डायरैक्शन, तो ऑपोजिट के केस च रिलेटिव स्पीड की हो जाती है ऐड हो जाती है, तो एस प्लस 10 की वैल्यू की आ गई ये बराबर, तो 9 ते 18 आ गया 2, 5 ते 300 आ गया 60, तो ये वैल्यू आ गई 60 गुना 2 120, एस प्लस 10 120 के बराबर है, तो 10 उधर माइनस हो जाएगा, एस की वैल्यू आ जू ट्रेन की स्पीड आ जू 110 किलोमीटर पर आवर। तो बच्चे डी ऑप्शन अपना आंसर है। तो यह क्वेश्चन इन्नी छेती हो रहा है, ये मैं आपदे वालों लेके आया क्वेश्चन है। ਇਹਦੇ ਵਿੱਚ ਸਾਨੂੰ ਕਹਿੰਦੇ ट्रेन है 300 मीटर लंबी, ਉਹ ਇੱਕ ਬੰਦੇ ਨੂੰ क्रॉस कर रही है 9 ਸੈਕਿੰਡਸ ਦੇ ਵਿੱਚ, ਬੰਦਾ ਜਿਹੜਾ ਕਿ ਤੁਰ ਰਿਹਾ ਹੈ, ਖੜਾ ਨਹੀਂ ਹੈਗਾ, ਤੁਰ ਰਿਹਾ ਹੈ 10 ਦੀ ਸਪੀਡ ਤੇ ਇਨ ਦਾ ਆਪੋਜ਼ਿਟ ਡਾਇਰੈਕਸ਼ਨ। ਤਾਂ ट्रेन ਦੀ ਸਪੀਡ ਫਾਈਂਡ ਕਰਨੀ ਹੈ। ਸਪੀਡ ਫਾਈਂਡ ਕਰਨੀ ਹੈ ਬੱਚੇ, ਸਪੀਡ ਹਮੇਸ਼ਾ ਰਿਲੇਟਿਵ ਹੁੰਦੀ ਹੈ। ਬੰਦਾ ਕਿਉਂਕਿ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਤਾਂ ਰਿਲੇਟਿਵ ਸਪੀਡ 'ਚ ਦੋਵੇਂ ਸਪੀਡਸ ਐਡ ਹੋ ਜਾਣਗੀਆਂ, ਤਾਂ s + 10 ट्रेन की स्पीड S, बंदे की स्पीड 10, वो किहदे बराबर? डिस्टेंस अपॉन टाइम के बराबर। डिस्टेंस 300, टाइम 9, पर ये मीटर पर सैकेंड है, इधर किलोमीटर पर आवर है, 10 भी किलोमीटर पर आवर दे विच है, जिहड़ी स्पीड असीं फाइंड करनी है वो ऑप्शन भी किलोमीटर पर आवर च ने, तो ये भी किलोमीटर पर आवर च होना चाहिए। तो 300 ते 9 मीटर पर सैकेंड से उन्होंने किलोमीटर पर आवर बनाया 18/5 करके, वो आ गया 120, S + 10 जे 120 है तो S की वैल्यू 110 किलोमीटर पर आवर। तो ये बच्चे अपना क्वेश्चन है। इस तो अगला क्वेश्चन देखो बच्चे, अ नंबर कंसिस्ट ऑफ 2 डिजिट, वो कहते एक 2 डिजिट नंबर है अपने कोल, द सम ऑफ द डिजिट्स इज 9, ਉਹਦੇ ਦੋਵਾਂ डिजिट्स ਦਾ सम की है 9 है। एग्जामिनर कहता इफ 45 इज सबट्रैक्टेड फ्रॉम द नंबर इट्स डिजिट्स आर इंटरचेंज्ड। एग्जामिनर कहता साडे कोल एक 2 डिजिट नंबर है, 2 डिजिट नंबर बच्चे की हो सकता है? 23 हो सकता है, 47 हो सकता है, 31 हो सकता है, 93 भी हो सकता है, 68 भी हो सकता है, 55 भी हो सकता है। वो कहता कोई एक 2 डिजिट नंबर है पर ਉਹਦੇ डिजिट्स का सम कहता 9 है, डिजिट्स का सम 9 है, तो की नंबर हो सकता है? 18 हो सकता है, 27 हो सकता है, 36 45 54 63 72 ये नंबर हो सकता है। एग्जामिनर कहता इफ 45 इज सबट्रैक्टेड फ्रॉम द नंबर, जे उस नंबर चो जेड़ा भी वो नंबर है ए बी, जे ਉਹਦੇ ਵਿੱਚੋਂ 45 ਮਾਈਨਸ ਕਰ ਦੇ ਤਾਂ ਉਹਦੇ ਡਿਜਿਟਸ ਇੰਟਰਚੇਂਜ ਹੋ ਜਾਣਗੇ, ਤਾਂ ਵਟ ਇਜ਼ ਦਾ ਨੰਬਰ? ਤਾਂ ਬੱਚੇ ਐਗਜ਼ਾਮੀਨਰ ਨੇ ਇੱਕ ਤਾਂ ਸਾਨੂੰ a + b ਦਿੱਤਾ ਹੋਇਆ 9 ਕਿ ਦੋਨਾਂ ਡਿਜਿਟਸ ਦਾ ਸਮ 9 ਹੈ, ਜਿਹੜੇ 4 ਆਪਸ਼ਨ ਨੇ 4 ਆਪਸ਼ਨਾਂ 'ਚ ਦੋਨਾਂ ਡਿਜਿਟਸ ਦਾ ਸਮ 9 ਹੈ। ਕਹਿੰਦਾ ਜੇ ਉਹਦੇ ਵਿੱਚੋਂ ਆਪਾਂ 45 ਮਾਈਨਸ ਕਰ ਦਈਏ ਤਾਂ ਉਹਦੇ ਡਿਜਿਟਸ ਇੰਟਰਚੇਂਜ ਕਰ ਜਾਣਗੇ। 45 ਬੱਚੇ ਤੁਸੀਂ ਹਮੇਸ਼ਾ ਯਾਦ ਰੱਖਣਾ, ਇਸ ਕੁਐਸਚਨ 'ਚ ਮੈਂ ਲਿਖ ਕੇ ਸਮਝਾਉਣ ਵਾਲਾ ਕੁਛ ਨਹੀਂ ਹੈਗਾ, ਹਮੇਸ਼ਾ ਯਾਦ ਰੱਖਣਾ ਹੈ कि कोई भी 2 डिजिट नंबर है। मैं जो एक गल मैं हुण सवाल छड्ड रहा, मैं तुहानूं वैसे दस रहा, तुसी कोई भी 2 डिजिट नंबर अज्यूम कर लो, दिमाग च आपदे अज्यूम कर लो, साइड ते कापी ते लिख लो जां सोच लो। मैं आपदे वलों 25 सोच लिया, तुसी कोई भी 2 डिजिट नंबर अज्यूम कर लो, अज्यूम कर लिया, ये तुहाडा ओरिजिनल नंबर है बच्चे। फिर ये डिजिट्स नूं इंटरचेंज कर दो, तो डिजिट्स नूं इंटरचेंज करके की बन जूगा? जिहड़ा 25 सीगा वो 52 बन जूगा। ਤਾਂ ਤੁਸੀਂ ਵੀ ਆਪਦਾ ਦੇਖ ਲਿਆ ਹੋਊਗਾ, ਜੇ ਕਿਸੇ ਬੱਚੇ ਨੇ 13 ਸੋਚਿਆ ਤਾਂ ਉਹਦਾ 31 ਬਣ ਜੂਗਾ, ਜੇ ਕਿਸੇ ਬੱਚੇ ਨੇ 27 ਸੋਚਿਆ ਤਾਂ 72 ਬਣ ਜੂਗਾ, ਮੈਂ 25 ਸੋਚਿਆ ਤਾਂ 52 ਬਣ ਗਿਆ। ਤੁਸੀਂ ਜੋ ਵੀ ਸੋਚਿਆ डिजिट्स इंटरचेंज करके देख लो की बन जूगा। तो बच्चे इन्हां दा डिफरेंस की है मैं दसदा, सारे बच्चों का डिफरेंस 9 का मल्टीपल आया होगा। ओरिजिनल नंबर ते डिजिट्स इंटरचेंज करके जो नंबर बन गया उन्हां दा डिफरेंस सारे बच्चों का 9 का मल्टीपल आया होगा। तो मेरा डिफरेंस 27 आ गया, ये भी 9 का मल्टीपल है। तुसीं आपो अपना देख लो, सारिਆਂ ਦਾ 9 का मल्टीपल आया होगा। इत्थे तक तो देख लिया कि एक ओरिजिनल नंबर
ਤੇ ਇੱਕ ਉਹਦੇ ਡਿਜਿਟਸ ਨੂੰ ਇੰਟਰਚੇਂਜ ਕਰਕੇ ਜਿਹੜਾ ਨੰਬਰ ਬਣ ਗਿਆ ਉਹ ਚ ਡਿਫਰੈਂਸ ਹਮੇਸ਼ਾ 9 ਦਾ ਮਲਟੀਪਲ ਹੁੰਦਾ ਹੈ। ਤਾਂ ਕੱਲੀ ਮੈਂ ਇਹ ਗੱਲ ਨਹੀਂ ਦੱਸਣ ਲੱਗਿਆ ਕਿ 9 ਦਾ ਮਲਟੀਪਲ ਹੁੰਦਾ ਹੈ। ਆਹ ਦੇਖੋ ਇੱਥੇ ਵੀ ਤਾਂ 9 ਦਾ ਮਲਟੀਪਲ ਹੀ ਹੈ ਨਾ ਡਿਫਰੈਂਸ, ਕਿ ਜੇ ਉਹਦੇ ਵਿੱਚੋਂ 45 ਮਾਈਨਸ ਕਰਦੇ ਡਿਜਿਟਸ ਇੰਟਰਚੇਂਜ ਕਰ ਜਾਣਗੇ, ਮਤਲਬ 45 ਦਾ ਡਿਫਰੈਂਸ ਹੈ 9 ਦਾ ਮਲਟੀਪਲ। 9 ਦਾ ਵੀ ਕਿੰਨਵਾਂ ਮਲਟੀਪਲ? ਕੁਛ ਬੱਚੇ ਦਾ 27 ਡਿਫਰੈਂਸ ਆਇਆ, ਕੁਛ ਦਾ 36 ਆਇਆ, ਕਿਸੇ ਦਾ ਹੋ ਸਕਦਾ 9 ਆਇਆ ਹੋਵੇ, ਕਿਸੇ ਦਾ ਹੋ ਸਕਦਾ 45 ਆਇਆ ਹੋਵੇ। ਤਾਂ ਬੱਚੇ 9 ਦਾ ਕਿਹੜਾ ਮਲਟੀਪਲ ਡਿਫਰੈਂਸ ਆਊਗਾ? 9 ਦਾ ਕਿਹੜਾ ਮਲਟੀਪਲ ਡਿਫਰੈਂਸ ਆਊਗਾ? ਜਿੰਨਾ ਤੁਹਾਡੇ ਦੋ ਡਿਜਿਟਸ ਦੇ ਵਿੱਚ ਡਿਫਰੈਂਸ ਹੈ, 2 ਤੇ 5 ਚ 3 ਦਾ ਡਿਫਰੈਂਸ ਹੈ ਨਾ, ਤਾਂ 9 ਦਾ 3 ਗੁਣਾ ਡਿਫਰੈਂਸ ਆਊਗਾ। ਤਾਂ ਜਿੰਨਾ ਤੁਹਾਡੇ ਡਿਜਿਟਸ ਦਾ ਡਿਫਰੈਂਸ ਹੈ 9 ਦਾ ਓਨੇ ਗੁਣਾ ਡਿਫਰੈਂਸ ਆਊਗਾ। ਤਾਂ ਇੱਥੇ ਬੱਚੇ ਦੋਨਾਂ ਨੰਬਰਾਂ 'ਚ ਓਰੀਜਨਲ ਨੰਬਰ ਤੇ ਇੰਟਰਚੇਂਜ ਕਰਕੇ ਜਿਹੜਾ ਨੰਬਰ ਬਣ ਗਿਆ ਉਹਨਾਂ ਦੇ ਵਿੱਚ 5 ਦਾ, ਉਹਨਾਂ ਦੇ ਵਿੱਚ 45 ਦਾ ਡਿਫਰੈਂਸ ਹੈ। ਇਹਦਾ ਮਤਲਬ ਦੋਨਾਂ ਡਿਜਿਟਸ ਦੇ ਵਿੱਚ 5 ਦਾ ਡਿਫਰੈਂਸ ਹੈ। ਸਾਨੂੰ ਡਿਜਿਟਸ ਦਾ ਸਮ ਤਾਂ 9 ਕੁਐਸਚਨ 'ਚ ਦਿੱਤਾ ਹੈ, ਸਾਨੂੰ ਉਹਦਾ ਡਿਫਰੈਂਸ ਪਤਾ ਲੱਗ ਗਿਆ 5, ਤਾਂ ਐਡ ਕਰ ਦੋ। 2a ਦੀ ਵੈਲਿਊ 14 ਆ ਗਈ ਤਾਂ a ਦੀ ਵੈਲਿਊ 7 ਆ ਗਈ। ਜੇ a ਦੀ ਵੈਲਿਊ 7 ਹੈ ਤਾਂ b ਦੀ ਵੈਲਿਊ 2 ਹੈ, ਤਾਂ ਆਨਸਰ ਆ ਜਾਊ ਤੁਹਾਡਾ 72। ਤਾਂ ਇਹ ਹਮੇਸ਼ਾ ਯਾਦ ਰੱਖਣਾ ਹੈ, ਓਰੀਜਨਲ ਨੰਬਰ ਤੇ ਉਹਦੇ ਡਿਜਿਟਸ ਨੂੰ ਜੇ ਇੰਟਰਚੇਂਜ ਕਰ ਦਾਂਗੇ ਉਹ ਨੰਬਰ, ਉਹਨਾਂ ਦਾ ਡਿਫਰੈਂਸ ਹਮੇਸ਼ਾ 9 ਦਾ ਮਲਟੀਪਲ ਹੋਊਗਾ। ਤੇ 9 ਦਾ ਵੀ ਕਿੰਨਵਾਂ ਮਲਟੀਪਲ ਉਹ ਵੀ ਮੈਂ ਦੱਸਤਾ। ਤੇ ਜੇ ਇਹ ਤਾਂ ਆਪਾਂ ਡਿਫਰੈਂਸ ਮਤਲਬ ਮਾਈਨਸ ਕੀਤਾ, ਜੇ ਤੁਸੀਂ ਸਮ ਦੇਖਣਾ ਹੈ ਓਰੀਜਨਲ ਨੰਬਰ ਤੇ ਡਿਜਿਟਸ ਨੂੰ ਇੰਟਰਚੇਂਜ ਕਰਕੇ ਜਿਹੜਾ ਨੰਬਰ ਬਣ ਗਿਆ, ਜੇ ਇਹਦਾ ਸਮ ਦੇਖਣਾ, ਸਮ ਹਮੇਸ਼ਾ 11 ਦਾ ਮਲਟੀਪਲ ਹੋਊਗਾ। ਸਮ ਹਮੇਸ਼ਾ 11 ਦਾ ਮਲਟੀਪਲ ਹੋਊਗਾ। ਤਾਂ 11 ਦਾ ਕਿੰਨਵਾਂ ਮਲਟੀਪਲ? ਜਿੰਨਾ ਇਹਨਾਂ ਦਾ ਸਮ ਹੈ 2 ਤੇ 5 ਦਾ 7, ਤਾਂ ਇਹਦਾ 77 ਬਣੂਗਾ। 11 × 7 77 ਬਣੂਗਾ। ਉਹ ਦੇਖ ਲਓ ਤੁਹਾਡੇ ਸਾਹਮਣੇ ਆ। ਤਾਂ ਇਹ ਤਾਂ ਬੱਚੇ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈਗਾ ਹੀ ਹੈਗਾ। ਅਗਲਾ ਕੁਐਸਚਨ ਜਿਹੜਾ ਮੈਂ ਆਪਦੇ ਵੱਲੋਂ ਲੈ ਕੇ ਆਇਆ ਉਹ ਵੀ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਲੈ ਕੇ ਆਇਆ, ਤੇ ਆ 11 ਦਾ ਮਲਟੀਪਲ ਇਹ ਕੁਐਸਚਨ ਹੈ। ਅ ਨੰਬਰ ਕੰਸਿਸਟਸ ਆਫ 2 ਡਿਜਿਟਸ ਇਫ ਦਾ ਡਿਜਿਟਸ ਇੰਟਰਚੇਂਜ देयर ਪਲੇਸਿਸ ਐਂਡ ਦਾ ਨਿਊ ਨੰਬਰ ਇੰਟਰਚੇਂਜ ਕਰਨ ਤੋਂ ਬਾਅਦ ਜਿਹੜਾ ਨਿਊ ਨੰਬਰ ਬਣ ਗਿਆ ਇਜ਼ ਐਡਿਡ ਟੂ ਦਾ ਓਰੀਜਨਲ ਨੰਬਰ, ਦੈਨ ਦਾ ਰਿਜ਼ਲਟਿੰਗ ਨੰਬਰ ਵਿਲ ਬੀ ਡਿਵੀਜ਼ੀਬਲ ਬਾਈ 11। ਐਗਜ਼ਾਮੀਨਰ ਕਹਿੰਦਾ ਇੱਕ ਤਾਂ ਓਰੀਜਨਲ ਨੰਬਰ ਹੈ 2 ਡਿਜਿਟਸ ਦਾ, ਫਿਰ ਉਹਦੇ ਡਿਜਿਟਸ ਨੂੰ ਇੰਟਰਚੇਂਜ ਕਰਕੇ ਦੂਜਾ ਨੰਬਰ ਬਣਾ ਲਿਆ ਤੇ ਉਹਨਾਂ ਨੂੰ ਐਡ ਕਰਤਾ ਓਰੀਜਨਲ ਦੇ ਵਿੱਚ। ਓਰੀਜਨਲ ਨੰਬਰ ਉਹਦੇ ਡਿਜਿਟਸ ਨੂੰ ਇੰਟਰਚੇਂਜ ਕਰਤਾ ਤਾਂ ਦੂਜਾ ਨੰਬਰ ਆ ਗਿਆ, ਉਸ ਨੰਬਰ ਨੂੰ is added to the original number, ਤਾਂ ਉਹ ਰਿਜ਼ਲਟੈਂਟ ਜਿਹੜਾ ਬਣ ਜੂ, ਉਹ ਜਿਹੜਾ ਰਿਜ਼ਲਟ ਬਣ ਜੂ ਉਹ ਹਮੇਸ਼ਾ ਕਾਹਦੇ ਤੇ ਡਿਵਾਈਡ ਹੋਊਗਾ? ਮੈਂ ਹੁਣੇ ਦੱਸਿਆ 11 ਤੇ। ਉਹਨਾਂ ਦਾ ਡਿਫਰੈਂਸ ਜੇ ਐਡ ਦੀ ਥਾਂ ਤੇ ਸਬਟਰੈਕਟ ਕਰਦੇ ਤਾਂ ਡਿਫਰੈਂਸ ਵਿਲ ਆਲਵੇਜ਼ ਬੀ ਡਿਵੀਜ਼ੀਬਲ ਬਾਈ 9, ਤੇ ਜੇ ਐਡ ਕੀਤਾ ਤਾਂ ਸਮ ਵਿਲ ਬੀ ਡਿਵੀਜ਼ੀਬਲ ਬਾਈ 11। ਤਾਂ ਇਹ ਵੀ ਪੁਰਾਣੇ ਪੇਪਰ ਦਾ ਕੁਐਸਚਨ ਹੈ ਬੱਚੇ। ਇਹ ਹੁਣ ਲਿਖ ਕੇ ਸਮਝੋ ਉਹਨੂੰ ਕੁਛ ਨਹੀਂ ਹੈਗਾ, ਇਹ ਦਿਮਾਗ 'ਚ ਚੱਲੇ ਤਾਂ 5 ਸਕਿੰਟ ਵੀ ਨਾ ਲੱਗਣ। ਬਾਕੀ ਕੁਐਸਚਨਾਂ ਜਦੋਂ ਆਪਾਂ ਹਲੇ 5-5 ਸਕਿੰਟ ਕਹੀ ਗਏ, ਇਹ 'ਚ 5 ਵੀ ਨਾ ਲੱਗਣ। ਤਾਂ 30 ਸਕਿੰਟਾਂ ਦੇ ਵਿੱਚ ਆਪਾਂ 4 ਕੁਐਸਚਨ ਪੇਪਰ ਦੇ ਕਰ ਗਏ। ਟ੍ਰੇਨਸ ਵਾਲਾ ਕੁਐਸਚਨ ਹੈ ਜਿਹਦੇ ਵਿੱਚ ਆਪਾਂ ਆਪਸ਼ਨ ਨਹੀਂ ਸਿੱਧਾ ਮਾਰਕ ਕੀਤਾ, ਥੋੜਾ ਜਿਹਾ ਸੋਲਵ ਕੀਤਾ ਤਾਂ ਅੱਧੇ ਮਿੰਟ 'ਚੋਂ ਸੋਲਵ ਹੋ ਗਿਆ, ਤਾਂ ਪੂਰਾ 1 ਮਿੰਟ ਹੋ ਗਿਆ, ਸਾਡੇ 6 ਕੁਐਸਚਨ ਮਾਰਕ ਹੋ ਗਏ। 6 ਕੁਐਸਚਨ ਸਾਡੇ 1 ਮਿੰਟ 'ਚ। ਚਲੋ ਕਿਸੇ ਬੱਚੇ ਦੀ ਕੈਲਕੂਲੇਸ਼ਨ ਬਹੁਤ ਸਲੋ ਹੈ, 1.25 ਮਿੰਟ ਜਾਂ 1.5 ਮਿੰਟ ਲੱਗ ਗਿਆ, 1.5 ਮਿੰਟ ਜਾਂ 2 ਮਿੰਟ ਲੱਗ ਗਏ, 2 ਮਿੰਟਾਂ 'ਚ 6 ਕੁਐਸਚਨ ਸਾਡੇ ਮਾਰਕ ਹੋ ਗਏ। ਇਹ ਵੀ ਕੁਐਸਚਨ ਸਾਡਾ ਹੋ ਗਿਆ, ਇਹ ਮੈਂ ਆਪਦੇ ਵੱਲੋਂ ਲੈ ਕੇ ਆਇਆ ਸੀ ਕੁਐਸਚਨ। ਅਗਲਾ ਕੁਐਸਚਨ ਬੱਚੇ ਪੇਪਰ ਦਾ ਕੁਐਸਚਨ ਹੈ ਪ੍ਰੋਫਿਟ ਲਾਸ ਦਾ। ਇਹ ਪੇਪਰ ਦਾ ਕੁਐਸਚਨ ਹੈ। ਉਹ ਕਹਿੰਦਾ ਦਾ ਪ੍ਰੋਫਿਟ ਅਰਨਡ ਬਾय ਸੈਲਿੰਗ ਐਨ ਆਰਟੀਕਲ ਫॉर 5760 ਇਜ਼ ਇਕੁਅਲ ਟੂ, ਉਹ ਕਹਿੰਦੇ ਕੋਈ ਆਰਟੀਕਲ ਜੇ 5760 ਰੁਪਏ ਦਾ ਵੇਚੀਏ ਉਦੋਂ ਪ੍ਰੋਫਿਟ ਹੋ ਰਿਹਾ ਹੈ ਕਿੰਨਾ? is equal to loss incurred by selling the same article for 3840। ਉਹ ਕਹਿੰਦੇ ਉਹੀ ਆਰਟੀਕਲ ਜੇ 3840 ਤੇ ਵੇਚੀਏ ਤਾਂ ਜਿੰਨਾ ਲਾਸ ਹੋ ਰਿਹਾ ਹੈ 5760 ਵੇਚਣ ਤੇ ਉਨਾ ਹੀ ਪ੍ਰੋਫਿਟ ਹੋ ਰਿਹਾ। ਕਹਿਣ ਦਾ ਮਤਲਬ ਤੁਹਾਡਾ ਸੀਪੀ ਇੱਥੇ ਕਿਤੇ ਅੱਧ 'ਚ ਹੈ, ਹਲੇ ਕੁਝ ਲਿਖਿਓ ਨਾ, ਤੁਹਾਡਾ ਸੀਪੀ ਇੱਥੇ ਕਿਤੇ ਅੱਧ 'ਚ ਹੈ, 5760 ਅੱਗੇ ਹੈ ਤਾਂ ਪ੍ਰੋਫਿਟ ਹੋਊਗਾ, 3840 ਪਿੱਛੇ ਹੈ ਤਾਂ ਲਾਸ ਹੋਊਗਾ। ਤਾਂ ਐਗਜ਼ਾਮੀਨਰ ਕਹਿੰਦਾ ਇੱਧਰ 5760 ਲਿਖਣਾ ਹੈ। ਐਗਜ਼ਾਮੀਨਰ ਕਹਿੰਦਾ 5760 ਰੁਪਏ ਤੇ ਵੇਚਣ ਤੇ ਜਿਹੜਾ ਪ੍ਰੋਫਿਟ ਹੋਇਆ ਉਹ ਕਿਹਦੇ ਬਰਾਬਰ ਹੈ? 3840 ਤੇ ਵੇਚਣ ਤੇ ਜਿਹੜਾ ਲਾਸ ਹੋਇਆ ਉਹਦੇ ਬਰਾਬਰ ਹੈ। ਦਾ ਪ੍ਰੋਫਿਟ ਅਰਨਡ ਬਾय ਸੈਲਿੰਗ ਦਾ ਆਰਟੀਕਲ ਫॉर 5760, ਉਹ ਪ੍ਰੋਫਿਟ ਅਰਨਡ ਕਿਹਦੇ ਬਰਾਬਰ ਹੈ? ਇਜ਼ ਇਕੁਅਲ ਟੂ ਲਾਸ ਇਨਕਿਉਰਡ ਬਾय ਸੈਲਿੰਗ ਦਾ ਸੇਮ ਆਰਟੀਕਲ ਫॉर 3840। ਆ ਕੁਛ ਸੀਪੀ ਹੈ। ਐਗਜ਼ਾਮੀਨਰ ਕਹਿੰਦਾ ਐਟ ਵਟ ਪ੍ਰਾਈਸ should the article be sold to make 40% profit। ਐਗਜ਼ਾਮੀਨਰ ਕਹਿੰਦਾ ਉਹੀ ਆਰਟੀਕਲ ਫਿਰ ਕਿੰਨੇ 'ਚ ਵੇਚੀਏ ਕਿ 40% ਦਾ
ਪ੍ਰੋਫਿਟ ਹੋ ਜੇ ਤਾਂ ਬੱਚੇ ਆਪਾਂ ਸੀਪੀ ਤਾਂ ਕੱਢਣਾ, ਫਿਰ ਸੀਪੀ ਦੇ ਉੱਤੇ 40% ਦਾ ਪ੍ਰੋਫਿਟ ਵੀ ਲੈਣਾ ਤੇ ਫਿਰ ਆਨਸਰ ਮਾਰਕ ਕਰਨਾ। ਤਾਂ ਇੰਨੀ ਗੱਲ ਕਲੀਅਰ ਹੈ ਕਿ ਬੱਚੇ ਸਾਡਾ ਆਨਸਰ ਕੀ ਆਊਗਾ, ਸੀਪੀ ਦੇ ਉੱਤੇ 40% ਦਾ ਪ੍ਰੋਫਿਟ ਲੈਣਾ। 40% ਦਾ ਪ੍ਰੋਫਿਟ ਕੀ ਹੋ ਜਾਊਗਾ, 40% ਦੀ ਫ੍ਰੈਕਸ਼ਨ ਹੁੰਦੀ ਹੈ 2/5। 2/5 ਦਾ ਪ੍ਰੋਫਿਟ ਮਤਲਬ ਸੈਲਿੰਗ ਪ੍ਰਾਈਸ ਕੀ ਹੋ ਜੂ 7/5। ਤਾਂ ਇੰਨੀ ਗੱਲ ਕਲੀਅਰ ਹੈ ਬੱਚੇ, ਸੈਲਿੰਗ ਪ੍ਰਾਈਸ ਕੀ ਹੋ ਜੂ ਤੁਹਾਡਾ 7/5। ਸੀਪੀ ਜਿੰਨਾ ਵੀ ਆ ਜਾਊਗਾ ਉਹਦਾ 7/5 ਕਰਕੇ ਤੁਹਾਡਾ ਸੈਲਿੰਗ ਪ੍ਰਾਈਸ ਆ ਜਾਊਗਾ। 7/5 ਕਰਨ ਦਾ ਮਤਲਬ 5 ਤਾਂ ਕੱਟਿਆ ਜਾਊਗਾ, ਆਨਸਰ ਤੁਹਾਡਾ 7 ਦਾ ਮਲਟੀਪਲ ਆਊਗਾ। ਇੰਨੀ ਗੱਲ ਕਲੀਅਰ ਹੈ, ਆਨਸਰ ਤੁਹਾਡਾ ਸੈਲਿੰਗ ਪ੍ਰਾਈਸ 7 ਦਾ ਮਲਟੀਪਲ ਆਊਗਾ। ਤਾਂ ਜਿਹੜਾ ਆਪਸ਼ਨ 7 ਦਾ ਮਲਟੀਪਲ ਨਹੀਂ ਹੈਗਾ ਉਹ ਗਲਤ ਹੈ। 57 60 ਵੀ ਨਹੀਂ ਹੈਗਾ, 62 60 ਵੀ ਨਹੀਂ ਹੈਗਾ, ਤਾਂ 6720 ਹੈ ਜਿਹੜਾ 7 ਦਾ ਮਲਟੀਪਲ ਹੈ। ਤਾਂ ਬੱਚੇ ਸੀ ਆਪਸ਼ਨ ਸਹੀ ਹੈ। ਆਪਸ਼ਨਸ ਐਲੀਮੀਨੇਟ ਹੋ ਗਏ। ਇਹ ਕੁਐਸਚਨ ਨੇ ਵੀ 10 ਸਕਿੰਟ ਤੋਂ ਵੱਧ ਸਮਾਂ ਨਹੀਂ ਲਿਆ, ਇਹਦੇ ਵਿੱਚ ਵੀ ਆਪਸ਼ਨਸ ਐਲੀਮੀਨੇਟ ਹੋ ਗਏ। ਜੇ ਤੁਸੀਂ ਫ੍ਰੈਕਸ਼ਨ 'ਚ ਨਹੀਂ ਦੇਖਣਾ, ਪਰਸੈਂਟੇਜ ਦੇ ਵਿੱਚ ਦੇਖਣਾ ਤਾਂ 140% ਪ੍ਰੋਫਿਟ ਦਾ ਮਤਲਬ ਸੈਲਿੰਗ ਪ੍ਰਾਈਸ 140% ਹੋਊਗਾ। 140% ਵੀ 7 ਦਾ ਮਲਟੀਪਲ ਹੈ। ਤਾਂ 7 ਦਾ ਮਲਟੀਪਲ ਫ੍ਰੈਕਸ਼ਨ 'ਚੋਂ ਵੀ ਪਤਾ ਲੱਗ ਰਿਹਾ, ਇਧਰੋਂ ਵੀ ਪਤਾ ਲੱਗ ਰਿਹਾ ਹੈ। ਤਾਂ ਬੇਸਿਕਲੀ ਹਾਂਜੀ, ਤਾਂ ਬੇਸਿਕਲੀ ਆਪਾਂ 7 ਦਾ ਮਲਟੀਪਲ ਆਪਸ਼ਨ ਲੱਭ ਕੇ ਸੈਲਿੰਗ ਪ੍ਰਾਈਸ ਮਾਰਕ ਕਰ ਸਕਦੇ ਹਾਂ। ਤੇ ਜੇ ਕਿਤੇ ਆਪਾਂ ਕੁਐਸਚਨ ਸੋਲਵ ਕਰਨਾ ਹੁੰਦਾ ਜਾਂ ਇਕੱਲਾ ਆਪਾਂ ਸੀਪੀ ਕੱਢਣਾ ਹੁੰਦਾ ਫਿਰ ਆਪਾਂ ਨੂੰ ਕੁਐਸਚਨ ਸੋਲਵ ਕਰਨਾ ਪੈਂਦਾ। ਕੁਐਸਚਨ ਸੋਲਵ ਕਰਨਾ ਤਾਂ ਬਹੁਤ ਸੌਖਾ ਤਰੀਕਾ ਹੈ। ਜਿੰਨਾ ਪ੍ਰੋਫਿਟ ਹੈ ਓਨਾ ਹੀ ਲਾਸ ਹੈ। ਤਾਂ ਸੀਪੀ ਕਿੱਥੇ ਹੈ, ਇਹਦੇ ਤੇ ਇਹਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਸੀਪੀ। ਤਾਂ ਸੀਪੀ ਕਿੰਨਾ ਆ ਜਾਊਗਾ, ਇਹਨਾਂ ਦੋਨਾਂ ਦੀ ਐਵਰੇਜ 57 60 ਪਲੱਸ 38 40 ਬਟੇ 2। ਤਾਂ ਬੱਚੇ ਸੀਪੀ ਤੁਹਾਡਾ ਆ ਗਿਆ 57 60 ਤੇ 38 40 ਬਟੇ 2। ਤਾਂ 57 ਇਹ ਹੋ ਗਿਆ 9600, 9600 2 ਬਟੇ 2 ਹੋ ਗਿਆ 4800। ਤਾਂ ਬੱਚੇ ਤੁਹਾਡਾ ਸੀਪੀ ਆ ਗਿਆ 4800। ਫਿਰ ਤੁਸੀਂ ਫਾਈਂਡ ਕਰਨਾ ਹੈ ਸੈਲਿੰਗ ਪ੍ਰਾਈਸ ਜੋ ਕਿ 40% ਦੇ ਪ੍ਰੋਫਿਟ ਤੋਂ ਬਾਅਦ ਹੈ। 40% ਦਾ ਪ੍ਰੋਫਿਟ ਮਤਲਬ ਸੈਲਿੰਗ ਪ੍ਰਾਈਸ ਤੁਹਾਡਾ ਹੋਊਗਾ ਸੀਪੀ ਦਾ 7/5। ਤਾਂ 4800 ਦਾ 7/5 ਕਰ ਦੋ, ਨਹੀਂ ਤਾਂ 14/10 ਕਰ ਦੋ। ਕੈਲਕੂਲੇਸ਼ਨ ਈਜ਼ੀ ਹੋ ਜੂ, 0 ਨਾਲ 0 ਕੱਟੀ ਗਈ। ਮੈਂ 7/5 ਦੀ ਥਾਂ ਤੇ 14/10 ਕਰਤਾ। ਤਾਂ 480 ਗੁਣਾ 14, 0 ਨਾਲ 0 ਲੱਗ ਜੂਗੀ ਪਿੱਛੇ। 14 × 8 14 × 8 112, 2 ਲਿਖਿਆ 11 ਕਰੀ 14 × 56 ਤੇ 11 67। ਤਾਂ 6720 ਬੱਚੇ ਤੁਹਾਡਾ ਆਨਸਰ ਆ ਜਾਊਗਾ ਸੀ ਆਪਸ਼ਨ 6720। ਇਹੀ ਆਪਾਂ ਮਾਰਕ ਕੀਤਾ ਸੀ। ਤਾਂ ਇਹ ਕੁਐਸਚਨ ਬੱਚੇ ਆਪਣਾ ਆਪਸ਼ਨ ਚੱਕ ਕੇ ਵੀ ਹੋ ਗਿਆ ਸੀ, ਕਿਉਂਕਿ ਸਾਨੂੰ ਪਤਾ ਸੈਲਿੰਗ ਪ੍ਰਾਈਸ ਜੋ ਕੱਢਣਾ ਉਹ 7 ਦਾ ਮਲਟੀਪਲ ਹੋਣਾ ਹੀ ਹੋਣਾ। ਤਾਂ ਜਿਹੜਾ ਆਪਸ਼ਨ 7 ਦਾ ਮਲਟੀਪਲ ਨਹੀਂ ਹੈਗਾ ਉਹ ਗਲਤ ਹੈ। ਤਾਂ ਇੱਕੋ ਹੀ ਆਪਸ਼ਨ ਬਚਿਆ ਤਾਂ ਉਹ ਆਪਣਾ ਸਹੀ ਆਨਸਰ ਆ ਗਿਆ ਸੀ। ਤੇ ਜੇ ਕਿਤੇ ਸੋਲਵ ਵੀ ਕਰਨਾ ਤਾਂ ਸੋਲਵ ਵੀ ਤੁਹਾਨੂੰ ਕਰਨਾ ਪਤਾ ਲੱਗ ਗਿਆ ਕਿਵੇਂ ਕੀਤਾ ਜਾ ਸਕਦਾ। ਸੀਪੀ ਕੱਢਾਂਗੇ, ਸੀਪੀ ਕੱਢਣ ਤੋਂ ਬਾਅਦ 40% ਦਾ ਪ੍ਰੋਫਿਟ ਲਾ ਕੇ ਐਸਪੀ ਆ ਜਾਊਗਾ। ਅਗਲਾ ਕੁਐਸਚਨ ਬੱਚੇ ਮਿਲਦਾ ਜੁਲਦਾ। The profit earned after selling an article for ₹625 625 ਰੁਪਏ ਦੇ ਉੱਤੇ ਵੇਚਣ ਤੇ ਜਿਹੜਾ ਪ੍ਰੋਫਿਟ ਹੋਇਆ is same as the loss incurred after selling the same article for 435। 625 ਰੁਪਏ ਤੇ ਵੇਚਣ ਤੇ ਜਿਹੜਾ ਪ੍ਰੋਫਿਟ ਹੋਇਆ ਉਹ ਕਿਹਦੇ ਬਰਾਬਰ ਹੈ, 435 ਤੇ ਵੇਚਣ ਤੇ ਜੋ ਲਾਸ ਹੋਇਆ। ਪਿਛਲੇ ਕੁਐਸਚਨ ਵਾਂਗੂ ਹੀ ਫਾਈਂਡ ਦਾ ਕਾਸਟ ਪ੍ਰਾਈਸ ਆਫ ਦਾ ਆਰਟੀਕਲ। ਤਾਂ ਬੱਚੇ ਕਾਸਟ ਪ੍ਰਾਈਸ ਕੀ ਹੈ, ਸੀਪੀ 625 ਤੇ ਵੇਚਣ ਤੇ ਜੋ ਪ੍ਰੋਫਿਟ ਹੋਇਆ ਉਹ ਕਿਹਦੇ ਬਰਾਬਰ ਹੈ, 435 ਤੇ ਵੇਚਣ ਤੇ ਜੋ ਲਾਸ ਹੋਇਆ ਲਾਸ ਦੇ ਬਰਾਬਰ ਹੈ। ਤਾਂ ਜਿੰਨਾ ਪ੍ਰੋਫਿਟ ਓਨਾ ਹੀ ਲਾਸ, ਜਿੰਨਾ ਸੀਪੀ ਤੋਂ ਅੱਗੇ ਓਨਾ ਹੀ ਸੀਪੀ ਤੋਂ ਪਿੱਛੇ। ਤਾਂ ਸੀਪੀ ਕਿੱਥੇ ਹੈ, ਇਹਨਾਂ ਦੋਨਾਂ ਦੇ ਬਿਲਕੁਲ ਅੱਧ 'ਚ। ਤਾਂ ਸੀਪੀ ਵਿਲ ਬੀ ਇਹਨਾਂ ਦੋਨਾਂ ਦੀ ਐਵਰੇਜ 625 ਪਲੱਸ 435 ਬਟੇ 2। ਤਾਂ 1060 ਆ ਗਿਆ, ਬਟੇ 2 ਕਰਾਂਗੇ ਤਾਂ 530 ਰੁਪਏ ਆਨਸਰ ਆ ਜੂ ਬੱਚੇ ਤੁਹਾਡਾ। ਤਾਂ ਸੀਪੀ ਵਿਲ ਬੀ 530 ਰੁਪਏ। ਤਾਂ ਇੰਨੀ ਗੱਲ ਸਮਝ ਲੱਗ ਗਈ ਕਿ ਭਾਈ ਸੀਪੀ ਜਿੰਨਾ ਮਰਜ਼ੀ ਹੋਵੇ, ਆਰਟੀਕਲ ਨੂੰ 625 ਤੇ ਵੇਚਿਆ ਤਾਂ ਜੋ ਪ੍ਰੋਫਿਟ ਹੋਇਆ ਉਹ ਕਿਹਦੇ ਬਰਾਬਰ ਹੈ, ਉਹੀ ਆਰਟੀਕਲ 435 ਤੇ ਵੇਚਣ ਤੇ ਜੋ ਲਾਸ ਹੋ ਰਿਹਾ। ਤਾਂ ਸੀਪੀ ਤੋਂ 625 ਜਿੰਨਾ ਅੱਗੇ ਹੈ 435 ਉਨਾ ਹੀ ਪਿੱਛੇ ਹੈ। ਤਾਂ ਸੀਪੀ ਇਹਨਾਂ ਦੇ ਬਿਲਕੁਲ ਅੱਧ 'ਚ ਹੈ। ਬਿਲਕੁਲ ਅੱਧ ਦਾ ਮਤਲਬ ਸੀਪੀ ਇਹਨਾਂ ਦੋਨਾਂ ਦੀ ਐਵਰੇਜ ਆ। ਤਾਂ 625 ਪਲੱਸ 435 ਬਟੇ 2 ਸੀਪੀ ਆਪਣਾ ਆ ਗਿਆ 530 ਰੁਪਏ। ਤੇ ਜੇ ਆਪਾਂ ਸੀਪੀ ਨਾ ਫਾਈਂਡ ਕਰਨਾ ਹੁੰਦਾ, ਪਿਛਲੇ ਕੁਐਸਚਨ ਵਾਂਗੂ ਹੁੰਦਾ ਕਿ ਭਾਈ ਸੀਪੀ ਕੱਢ ਕੇ 40% ਦਾ ਪ੍ਰੋਫਿਟ ਲੈ ਕੇ ਕਿੰਨੇ 'ਚ ਵੇਚੀਏ, ਤਾਂ ਸੀਪੀ ਦੇ ਉੱਤੇ 40% ਦਾ ਪ੍ਰੋਫਿਟ ਲਾਤਾ ਜੇ ਕੈਲਕੂਲੇਟ ਕਰਨਾ ਹੈ। ਆਲਦੋ ਮੈਂ ਇੱਥੇ ਸ਼ਾਰਟਕਟ ਦੱਸਿਆ ਸੀ ਕਿ ਸਿੱਧਾ ਆਪਸ਼ਨਸ ਲੱਭ ਸਕਦੇ ਆਂਗੇ। ਤਾਂ ਇਹ ਬੱਚੇ ਆਪਣਾ ਕੁਐਸਚਨ ਸੀਗਾ। ਅਗਲਾ ਕੁਐਸਚਨ ਬੱਚੇ ਆਪਣਾ ਹੈਂਜ਼ ਐਂਡ ਕਾਊਜ਼ ਵਾਲਾ, ਬਹੁਤ ਸਿੰਪਲ ਕੁਐਸਚਨ ਹੈ। ਆਪਾਂ ਆਪਣੀ PYQ ਵਾਲੀ ਸੀਰੀਜ਼ ਦੇ ਵਿੱਚ ਇੱਕ ਵਾਰ ਹੈਂਜ਼ ਐਂਡ ਕਾਊਜ਼ ਕੁਝ ਬੱਚਿਆਂ ਨੇ ਕਮੈਂਟ ਸੈਕਸ਼ਨ 'ਚ ਕਿਹਾ ਹੋਇਆ ਸੀ ਕਿ ਹੈਂਜ਼ ਐਂਡ ਕਾਊਜ਼ ਵਾਲੇ ਕੁਐਸਚਨ ਕਰਵਾ ਦਿਓ, ਤਾਂ ਆਪਾਂ ਕਰ ਲਏ ਸੀਗੇ। ਫਿਰ ਹੈਂਜ਼ ਐਂਡ ਕਾਊਜ਼ ਦੇ ਨਾਲ ਮਿਲਦੇ ਜੁਲਦੇ ਹੋਰ ਐਲੀਗੇਸ਼ਨ ਵਾਲੇ ਕੁਐਸਚਨਸ ਵੀ ਕਰ ਲਏ ਸੀ। ਪਰ ਇਹ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ, ਹੈਂਜ਼ ਐਂਡ ਕਾਊਜ਼ ਦੀ ਜਗ੍ਹਾ ਡੀਅਰਸ ਐਂਡ ਪੀਕੌਕਸ ਲਿਖਿਆ। ਉਹ ਕਹਿੰਦੇ देयर आर सम डियर्स एंड पीकॉक्स इन ए जू।
ਬਾय ਕਾਊਂਟਿੰਗ देयर ਹੈਡਸ ਦੇ ਆਰ 80, ਉਹਨਾਂ ਦੇ ਸਿਰ ਗਿਣੇ ਤਾਂ 80 ਐਂਡ ਦਾ ਨੰਬਰ ਆਫ ਲੈਗਸ ਇਜ਼ 200 ਤੇ ਉਹਨਾਂ ਦੀਆਂ ਲੱਤਾਂ ਗਿਣੇ ਤਾਂ 200। ਸੋ ਹਾਊ ਮੈਨੀ ਪੀਕੌਕਸ ਆਰ देयर। ਬੱਚੇ ਹੈਂਜ਼ ਐਂਡ ਕਾਊਜ਼ ਤੇ ਤਾਂ ਤੁਸੀਂ ਬਹੁਤ ਸਵਾਲ ਦੇਖੇ ਨੇ। ਹੈਂਜ਼ ਐਂਡ ਕਾਊਜ਼ ਦੀ ਵੈਸੇ ਵੀ ਪਛਾਣ ਹੈ, ਤਾਂ ਜਿਵੇਂ ਹੈਂਜ਼ ਐਂਡ ਕਾਊਜ਼ ਦੀ ਪਛਾਣ ਹੈ ਕਿ ਭਾਈ ਸਿਰ ਤਾਂ ਸਾਰਿਆਂ ਦੇ ਇੱਕ ਹੁੰਦਾ, ਹੈਨ ਦੇ ਵੀ ਕਾਊ ਦੇ ਵੀ, ਲੱਤਾਂ ਹੈਨ ਦੀਆਂ 2 ਕਾਊ ਦੀਆਂ 4, ਤਾਂ ਉਸੇ ਤਰ੍ਹਾਂ ਡੀਅਰਸ ਐਂਡ ਪੀਕੌਕਸ ਦਾ ਵੀ ਧਿਆਨ ਰੱਖਣਾ ਹੈ ਕਿ ਸਿਰ ਤਾਂ ਡੀਅਰ ਤੇ ਪੀਕੌਕ ਸਭ ਦਾ ਇੱਕ ਇੱਕ ਹੋਊਗਾ, ਲੱਤਾਂ ਡੀਅਰ ਦੀਆਂ 4 ਹੋਣਗੀਆਂ, ਪੀਕੌਕ ਦੀਆਂ 2 ਹੋਣਗੀਆਂ। ਤਾਂ ਇਸ ਕਰਕੇ ਜਿੰਨੇ ਹੈਡ ਨੇ ਉਨੇ ਐਨੀਮਲ ਹੋਣਗੇ। ਹੈਡ ਤਾਂ ਸਾਰਿਆਂ ਕੋਲ ਇੱਕ ਹੈ, ਸੋ ਡੀਅਰ ਪਲੱਸ ਪੀਕੌਕ 80। ਜੇ ਤੁਸੀਂ ਐਲੀਗੇਸ਼ਨ ਲਾਉਣੀ ਹੈ ਤਾਂ ਐਲੀਗੇਸ਼ਨ ਲਾ ਕੇ ਇੱਕ ਡੀਅਰ ਕੋਲ ਕਿੰਨੀਆਂ ਲੱਤਾਂ ਹੁੰਦੀਆਂ ਨੇ ਬੱਚੇ? 4। ਇੱਕ ਪੀਕੌਕ ਕੋਲ ਕਿੰਨੀਆਂ ਲੱਤਾਂ ਹੁੰਦੀਆਂ ਨੇ? 2। ਤਾਂ ਜੇ ਸਾਰੇ ਡੀਅਰ ਹੋਣ ਤਾਂ ਕਿੰਨੀਆਂ ਲੱਤਾਂ ਬਣ ਗਿਆ ਬੱਚੇ? 80 ਐਨੀਮਲ ਨੇ ਸਾਰੇ ਡੀਅਰ ਹੋਣ ਤਾਂ 4 ਦੇ ਹਿਸਾਬ ਨਾਲ 320 ਲੱਤਾਂ। ਜੇ ਸਾਰੇ ਪੀਕੌਕ ਹੋਣ ਤਾਂ 80 ਐਨੀਮਲ ਨੇ 2 ਦੇ ਹਿਸਾਬ ਨਾਲ 160 ਲੱਤਾਂ। ਪਰ ਨਾ ਸਾਰੇ ਡੀਅਰ ਨੇ ਨਾ ਸਾਰੇ ਪੀਕੌਕ ਨੇ ਤੇ ਲੱਤਾਂ 200 ਆਈਆਂ, ਤਾਂ 200 ਉਹਨਾਂ ਦੀ ਐਕਚੁਅਲ ਵੈਲਿਊ, ਮੀਨ ਵੈਲਿਊ ਸੈਂਟਰ 'ਚ ਲਾ ਦਿਓ ਤੇ ਐਲੀਗੇਸ਼ਨ ਲਾ ਦਿਓ। ਐਲੀਗੇਸ਼ਨ ਲਾਵਾਂਗੇ, ਡਿਫਰੈਂਸ ਦੇਖਾਂਗੇ, ਤਾਂ ਡਿਫਰੈਂਸ ਆ ਗਿਆ ਬੱਚੇ ਇੱਧਰ 40, ਇੱਧਰ 120। 40 ਤੇ 120 ਕੀ ਹੋ ਗਿਆ ਬੱਚੇ? 1:3। ਤਾਂ ਇਹ ਆ ਗਈ ਤੁਹਾਡੀ ਡੀਅਰ ਤੇ ਪੀਕੌਕ ਦੀ ਰੇਸ਼ੋ 1:3। 1:3 ਦਾ ਮਤਲਬ ਜੇ ਟੋਟਲ 1 + 3 4 ਐਨੀਮਲ ਨੇ, ਜੇ ਟੋਟਲ 4 ਐਨੀਮਲ ਨੇ, ਰੇਸ਼ੋ 'ਚ ਟੋਟਲ 4 ਹੈ, ਤਾਂ ਉਹ ਅਸਲ 'ਚ 80 ਦੇ ਬਰਾਬਰ ਹੈ। 4 ਦੀ ਵੈਲਿਊ 80 ਹੈ ਤਾਂ 1 ਦੀ ਵੈਲਿਊ 20, 1 ਦੀ ਵੈਲਿਊ 20, ਤਾਂ ਅਸੀਂ ਕੀ ਫਾਈਂਡ ਕਰਨਾ? ਪੀਕੌਕਸ। ਤਾਂ ਪੀਕੌਕ ਆਏ 3। 1 ਦੀ ਵੈਲਿਊ 20 ਹੈ ਤਾਂ 3 ਦੀ ਵੈਲਿਊ ਬੱਚੇ 60 ਪੀਕੌਕ। ਆਨਸਰ ਆ ਜਾਊਗਾ ਤੁਹਾਡਾ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਡੀ ਆਪਸ਼ਨ 60 ਆ ਗਿਆ। ਐਲੀਗੇਸ਼ਨ ਲਾ ਕੇ ਵੀ ਦੇਖ ਸਕਦੇ ਹੋ। ਤੇ ਆਪਾਂ ਇਹ ਕੁਐਸਚਨ ਜਦੋਂ ਕੀਤਾ ਸੀ ਮੈਂ ਕਿਹਾ ਸੀ ਐਲੀਗੇਸ਼ਨ ਲਾਉਣ ਦੀ ਵੀ ਲੋੜ ਨਹੀਂ ਹੈਗੀ, ਤੁਸੀਂ ਐਕਸਟਰਾ ਲੈਗਸ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ। ਬੱਚੇ ਪੀਕੌਕ ਕੋਲ ਕਿੰਨੀਆਂ ਨੇ? 2 ਲੈਗਸ। ਡੀਅਰ ਕੋਲ ਕਿੰਨੀਆਂ ਨੇ? 4 ਨੇ, ਤਾਂ 2 + 2 ਐਕਸਟਰਾ, ਤਾਂ 2 ਲੈਗਸ ਤਾਂ ਸਾਰਿਆਂ ਕੋਲ ਨੇ, ਤਾਂ 80 ਲੈਗਸ। 80 ਐਨੀਮਲ ਦੇ ਹਿਸਾਬ ਨਾਲ 160 ਲੈਗਸ ਹੋ ਗਈਆਂ, ਪਰ ਐਕਚੁਅਲ 'ਚ 200 ਨੇ ਤਾਂ 40 ਐਕਸਟਰਾ। ਜੇ 2 ਐਕਸਟਰਾ ਲੈਗ ਇੱਕ ਡੀਅਰ ਕੋਲ ਨੇ ਤਾਂ 40 ਐਕਸਟਰਾ ਲੈਗ 20 ਡੀਅਰਸ ਕੋਲ ਹੋਣਗੀਆਂ। ਤਾਂ 20 ਡੀਅਰ ਮਤਲਬ 80 ਚੋਂ ਮਾਈਨਸ ਕਰ ਦਿਓ 60 ਪੀਕੌਕਸ, ਤਾਂ 60 ਪੀਕੌਕਸ ਆਪਣਾ ਆਨਸਰ ਆ ਗਿਆ, ਜਿਵੇਂ ਆਪਾਂ ਕੀਤਾ ਸੀਗਾ ਪਿਛਲੀ ਕਲਾਸ ਦੇ ਵਿੱਚ ਬੱਚੇ। ਜਿਵੇਂ ਪਿਛਲੀ ਕਲਾਸ ਦੇ ਵਿੱਚ ਆਪਾਂ ਹੈਂਜ਼ ਐਂਡ ਕਾਊਜ਼ ਵਾਲੇ ਕੁਐਸਚਨ ਕੀਤੇ ਸੀ, ਮੈਂ ਉਵੇਂ ਵੀ ਦੱਸਤਾ। ਅਦਰਵਾਈਜ਼ ਜੇ ਆਪਾਂ ਨੂੰ ਐਲੀਗੇਸ਼ਨ ਲਾਉਣ ਦੀ ਲੋੜ ਪੈ ਰਹੀ ਹੈ ਤਾਂ ਮੈਂ ਐਲੀਗੇਸ਼ਨ ਨਾਲ ਵੀ ਸਮਝਾਤਾ। ਇਹ ਕੁਐਸਚਨ ਪੇਪਰ ਦਾ ਕੁਐਸਚਨ ਹੈ ਜਿਹੜਾ ਆਪਾਂ ਐਨਾਲਿਸਟ ਦਾ ਐਗਜ਼ਾਮ ਕਰ ਰਹੇ ਹਾਂ। ਜਿਹੜੇ ਬੱਚਿਆਂ ਨੇ ਲੇਟ ਜੁਆਇਨ ਕੀਤਾ ਮੈਂ ਦੱਸਦਾ ਕਿ ਜਨਵਰੀ ਦੇ ਵਿੱਚ 2022 ਦੀ ਜਨਵਰੀ ਦੇ ਵਿੱਚ ਪੀਪੀਐਸਸੀ ਨੇ ਐਨਾਲਿਸਟ ਦਾ ਪੇਪਰ ਕੰਡਕਟ ਕੀਤਾ ਸੀਗਾ। ਉਹਦੇ ਵਿੱਚ ਜਿੰਨਾ ਕੁਆਂਟਸ ਆਇਆ ਆਪਾਂ ਕੁਆਂਟਸ ਕਵਰ ਕਰ ਰਹੇ ਹਾਂ, ਕੱਲਾ ਕੁਆਂਟਸ ਕਰ ਰਹੇ ਹਾਂ, ਡੀਆਈ ਨਹੀਂ ਕਰ ਰਹੇ। ਪੇਪਰ 'ਚ ਇੱਕ ਡੀਆਈ ਦਾ ਵੀ ਸਵਾਲ ਆਇਆ ਹੋਇਆ, ਤਾਂ ਡੀਆਈ ਦੀ ਪ੍ਰੈਕਟਿਸ ਬੱਚੇ ਆਪਾਂ ਸਾਰੀ ਦੀ ਸਾਰੀ, ਕੱਲੀ ਪ੍ਰੈਕਟਿਸ ਨਹੀਂ ਮਤਲਬ ਫੁੱਲ ਸਿਲੇਬਸ ਡੀਆਈ ਦਾ, ਉਹਦੇ ਲਈ ਇੱਕ ਫ੍ਰੀ ਆਫ ਕੋਸਟ ਆਪਾਂ YouTube ਤੇ ਸੀਰੀਜ਼ ਸਟਾਰਟ ਕੀਤੀ ਹੈ ਜਿਹਦੇ ਵਿੱਚ ਸਾਰੀ ਡੀਆਈ ਕਵਰ ਕਰਵਾਈ ਜਾਊਗੀ। ਤਾਂ ਉਹ ਡੇਲੀ ਸਵੇਰੇ 10 ਵਜੇ ਆਪਣਾ 1 ਘੰਟੇ ਦਾ ਲੈਕਚਰ ਹੁੰਦਾ, ਉਹਦੇ ਵਿੱਚ ਆਪਾਂ ਡੀਆਈ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਕੇ ਸਮਝ ਰਹੇ ਹਾਂ, ਕੈਲਕੂਲੇਸ਼ਨ ਦੀ ਪ੍ਰੈਕਟਿਸ ਕਰ ਰਹੇ ਹਾਂ, ਫਿਰ ਡੀਆਈ ਦੇ ਇਕੱਲੇ ਟਾਈਪ ਨੂੰ ਕਵਰ ਕਰ ਰਹੇ ਹਾਂ। ਤਾਂ ਉਹ ਡੇਲੀ ਸਵੇਰੇ 10 ਵਜੇ, ਤੇ ਉਹਦੇ ਵਿੱਚ ਤੁਹਾਨੂੰ ਡੇਲੀ ਹੋਮਵਰਕ ਵੀ ਮਿਲਦਾ, ਤੇ ਨੈਬ ਤਹਿਸੀਲਦਾਰ ਦੇ ਪੇਪਰ ਤੱਕ ਉਹ ਲਗਾਤਾਰ ਡੇਲੀ ਆਪਣਾ 10 ਵਜੇ ਦਾ ਸੈਸ਼ਨ ਚੱਲਦਾ ਜਾਊਗਾ। ਤਾਂ ਉਹਦੇ ਵਿੱਚ ਇਹ ਬੱਚੇ ਆਪਣਾ ਪੇਪਰ ਦਾ ਕੁਐਸਚਨ ਸੀ। ਅਗਲਾ ਕੁਐਸਚਨ ਮੈਂ ਹੈਂਜ਼ ਐਂਡ ਕਾਊਜ਼ ਦਾ ਆਪਣੇ ਵੱਲੋਂ ਲਿਆਇਆ। ਅ ਮੈਨ ਹੈਜ਼ ਸਮ ਹੈਂਜ਼ ਐਂਡ ਕਾਊਜ਼ ਇਫ ਦਾ ਨੰਬਰ ਆਫ ਹੈਡਸ ਆਰ 48 ਐਂਡ ਦਾ ਨੰਬਰ ਆਫ ਫੀਟ ਇਕੁਅਲਸ 140 ਦੈਨ ਫਾਈਂਡ ਦਾ ਨੰਬਰ ਆਫ ਹੈਂਜ਼। ਤਾਂ ਉਹ ਕਹਿੰਦੇ ਹੈਡਸ 48 ਨੇ, ਬੰਦੇ ਕੋਲ ਕੁਛ ਹੈਂਜ਼ ਤੇ ਕੁਛ ਕਾਊਜ਼ ਨੇ। ਹੈਂਜ਼ ਤੇ ਕਾਊਜ਼, ਜੇ ਹੈਡ 48 ਨੇ ਤਾਂ ਇਹਦਾ ਮਤਲਬ ਹੈਂਜ਼ ਤੇ ਕਾਊਜ਼ ਟੋਟਲ ਐਨੀਮਲ 48 ਨੇ। ਇਹਦਾ ਮਤਲਬ ਟੋਟਲ ਐਨੀਮਲ 48 ਨੇ। ਲੈਗਸ 140 ਨੇ। ਬੱਚੇ ਹੈਨ ਕੋਲ ਕਿੰਨੀਆਂ ਲੈਗਸ ਹੁੰਦੀਆਂ ਨੇ? 2। ਕਾਊ ਕੋਲ ਕਿੰਨੀਆਂ ਲੈਗਸ ਹੁੰਦੀਆਂ ਨੇ? 4। ਤਾਂ ਆਪਾਂ ਐਲੀਗੇਸ਼ਨ ਵੀ ਲਾ ਸਕਦੇ ਹਾਂ। ਐਲੀਗੇਸ਼ਨ ਲਾਵਾਂਗੇ ਤਾਂ ਸਾਰੇ ਦੇ ਸਾਰੇ ਹੈਨ ਮਤਲਬ 96 ਲੈਗਸ, ਸਾਰੀਆਂ ਦੀ ਸਾਰੀਆਂ ਕਾਊਜ਼ ਮਤਲਬ 48 × 4 192 ਕਾਊਜ਼, ਪਰ ਐਕਚੁਅਲ 'ਚ 192 ਲੈਗਸ, ਪਰ ਐਕਚੁਅਲ 'ਚ ਕਿੰਨੀਆਂ ਲੈਗਸ ਨੇ? 140। ਤਾਂ ਐਲੀਗੇਸ਼ਨ ਲਾ ਕੇ ਪਤਾ ਲੱਗ ਜੂਗਾ। ਐਲੀਗੇਸ਼ਨ ਲਾਈ ਤਾਂ ਇੱਧਰ ਵੈਲਿਊ ਆ ਗਈ 44, ਐਲੀਗੇਸ਼ਨ ਲਾਈ ਤਾਂ ਇੱਧਰ ਵੈਲਿਊ ਆ ਗਈ 52। ਤਾਂ ਹੈਂਜ਼ ਤੇ ਕਾਊਜ਼ ਦੀ ਰੇਸ਼ੋ ਕੀ ਆ ਗਈ ਬੱਚੇ ਸਾਡੀ? 13:11। 13:11 ਦਾ ਮਤਲਬ 13 ਹੈਨ ਨੇ, 11
ਕਾਓ ਨੇ, ਜੇ ਟੋਟਲ 24 ਐਨੀਮਲ ਨੇ, 13 ਤੇ 11 ਜੇ ਟੋਟਲ 24 ਐਨੀਮਲ ਨੇ, ਪਰ ਐਨੀਮਲ 24 ਥੋੜੀ ਨੇ, ਐਨੀਮਲ ਤਾਂ 48 ਨੇ, ਰੇਸ਼ੋ ਚ ਟੋਟਲ 24 ਬਣਦਾ ਜੋ ਕਿ ਅਸਲ ਚ 48 ਦੇ ਬਰਾਬਰ ਹੈ। ਤਾਂ ਇੱਕ ਦੀ ਵੈਲਿਊ 2, ਤਾਂ ਆਪਾਂ ਹੈਂਜ਼ ਫਾਈਂਡ ਕਰਨੇ ਆ, ਤਾਂ ਹੈਂਜ਼ ਆ ਗਏ 13, ਤਾਂ ਐਕਚੁਅਲ ਦੇ ਵਿੱਚ ਇੱਕ ਦੀ ਵੈਲਿਊ ਜੇ 2 ਹੈ ਤਾਂ 13 ਦੀ ਵੈਲਿਊ 26 ਆ ਜੂਗੀ, 26 ਹੈਂਜ਼ ਨੇ। ਤਾਂ ਇਸ ਕੁਐਸਚਨ ਦਾ ਬੱਚੇ ਆਪਣਾ ਆਨਸਰ ਆ ਗਿਆ 26। ਕਲੀਅਰ ਹੈ ਬੱਚੇ ਸਾਰਿਆਂ ਨੂੰ? ਇਹ ਆਪਣਾ ਹੈਂਜ਼ ਐਂਡ ਕਾਊਜ਼ ਵਾਲਾ ਕੰਸੈਪਟ ਸੀ। ਆਪਾਂ ਜਦੋਂ PYQ ਸੀਰੀਜ਼ ਜਿਹੜੀ ਆਪਣੀ ਦੁਪਹਿਰੇ 2 ਵਜੇ ਚੱਲਦੀ ਆ, ਉਹਦੇ ਵਿੱਚ ਆਪਾਂ ਇੱਕ ਪਿਛਲੀ ਕਿਸੇ ਕਲਾਸ ਦੇ ਵਿੱਚ ਇਹ ਹੈਂਜ਼ ਐਂਡ ਕਾਊਜ਼ ਵਾਲਾ ਕੰਸੈਪਟ ਕੀਤਾ ਸੀ, ਨਾਲ ਮਿਕਸਚਰ ਐਲੀਗੇਸ਼ਨ ਦੇ ਐਲੀਗੇਸ਼ਨ ਕੱਲੇ ਦੇ ਕੁਝ ਹੋਰ ਇੰਪੋਰਟੈਂਟ ਕੁਐਸਚਨਸ ਕੀਤੇ ਸੀ। ਉਦੋਂ ਵੀ ਮੈਂ 2 ਕੁਐਸਚਨ ਪੰਜਾਬ ਦੇ ਪੁਰਾਣੇ ਪੇਪਰਾਂ ਚੋਂ ਚੱਕ ਕੇ ਲਿਆਇਆ ਸੀ। ਤਾਂ ਹੁਣ ਜਿਹੜਾ ਐਨਾਲਿਸਟ ਦਾ ਇਹ ਐਗਜ਼ਾਮ ਕਰ ਰਹੇ ਹਾਂ ਆਪਾਂ, ਇਹਦੇ ਵਿੱਚ ਵੀ ਹੈਂਜ਼ ਐਂਡ ਕਾਊਜ਼ ਵਾਲਾ ਕੁਐਸਚਨ ਆਇਆ ਹੋਇਆ। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਆਪਣਾ ਪਰਸੈਂਟੇਜ ਦਾ। ਐਗਜ਼ਾਮੀਨਰ ਕਹਿੰਦਾ ਪ੍ਰਭਾਤ ਗੇਵ 30% ਆਫ ਹਿਜ਼ ਮਨੀ ਟੂ ਤੁਸ਼ਾਰ। ਪ੍ਰਭਾਤ ਕੋਲ ਕੁਝ ਪੈਸਾ ਹੈ, ਉਹਦੇ ਵਿੱਚ ਉਹਨੇ 30% ਪੈਸੇ ਤੁਸ਼ਾਰ ਨੂੰ ਦੇਤੇ। ਤੁਸ਼ਾਰ ਇਨ ਟਰਨ ਗੇਵ 2/3 ਆਫ ਵਟ ਹੀ ਰਿਸੀਵਸ ਟੂ ਜੋਤੀ। ਤੁਸ਼ਾਰ ਨੇ ਜਿੰਨੇ ਲਏ ਪੈਸੇ ਉਹਦਾ 2/3 ਉਹਨੇ ਜੋਤੀ ਨੂੰ ਦੇਤਾ। Jyoti gave 100 rupee from the money she receives to a taxi driver and then she is left with rupees 300. So what was the money Prabhat has initially? ਤਾਂ ਪ੍ਰਭਾਤ ਕੋਲ ਇਨੀਸ਼ੀਅਲੀ ਕਿੰਨੇ ਸੀ ਬੱਚੇ? ਪ੍ਰਭਾਤ ਕੋਲ ਇਨੀਸ਼ੀਅਲੀ ਜਿੰਨੇ ਵੀ ਪੈਸੇ ਸੀ ਉਹਦੇ ਵਿੱਚੋਂ 30% ਉਹਨੇ ਤੁਸ਼ਾਰ ਨੂੰ ਦਿੱਤਾ। ਜੇ ਤੁਸ਼ਾਰ ਨੂੰ ਉਹਨੇ ਜਿਹੜਾ ਪੈਸਾ ਦਿੱਤਾ ਉਹ ਸਾਨੂੰ ਪਰਸੈਂਟੇਜ 'ਚ ਦਿੱਤਾ ਹੋਇਆ, ਤਾਂ ਇਹਦਾ ਮਤਲਬ ਪ੍ਰਭਾਤ ਕੋਲ ਟੋਟਲ 100% ਮੰਨ ਸਕਦੇ ਆਪਾਂ। ਪ੍ਰਭਾਤ ਕੋਲ ਕੁੱਲ ਪੈਸਾ ਆਪਾਂ 100% ਮੰਨ ਸਕਦੇ ਹਾਂ, ਜਾਂ 100% ਵੀ ਛੱਡੋ 100 ਰੁਪੀਜ਼ ਮੰਨ ਸਕਦੇ ਹਾਂ। 100 ਦੇ ਵਿੱਚੋਂ 30 ਰੁਪਏ ਉਹਨੇ ਤੁਸ਼ਾਰ ਨੂੰ ਦੇਤੇ। ਤੁਸ਼ਾਰ ਨੇ ਕੀ ਕੀਤਾ? ਤੁਸ਼ਾਰ ਨੇ ਉਹਦਾ 2/3 ਹਿੱਸਾ ਜੋਤੀ ਨੂੰ ਦੇਤਾ। ਤਾਂ ਜੇ ਪ੍ਰਭਾਤ ਕੋਲ 100 ਰੁਪਏ ਨੇ ਤਾਂ ਤੁਸ਼ਾਰ ਕੋਲ 30 ਰੁਪਏ ਗਏ। ਤੁਸ਼ਾਰ ਨੇ ਜੋਤੀ ਨੂੰ ਕੀ ਦਿੱਤਾ? 30 ਦਾ 2/3, 30 ਦਾ 2/3 ਬੱਚੇ ਬਣ ਗਿਆ 20। ਜੋਤੀ ਨੂੰ ਦਿੱਤੇ 20, ਤੇ ਜੋਤੀ ਕੋਲ ਕਿੰਨੇ ਨੇ? ਜੋਤੀ ਨੇ ਉਹਦੇ ਵਿੱਚੋਂ 100 ਰੁਪਏ ਟੈਕਸੀ ਡਰਾਈਵਰ ਨੂੰ ਦੇਤਾ, ਤੇ ਅਖੀਰ ਤੇ ਉਹਦੇ ਕੋਲ 300 ਰੁਪਏ ਬਚ ਗਏ। ਇਹਦਾ ਮਤਲਬ ਜੋਤੀ ਕੋਲ 400 ਰੁਪਏ ਪਹੁੰਚੇ ਸੀਗੇ। ਜੋਤੀ ਕੋਲ 400 ਰੁਪਏ ਪਹੁੰਚੇ ਸੀ, ਤਾਂ ਬੱਚੇ ਰੇਸ਼ੋ ਜਿਹੜਾ 20 ਯੂਨਿਟ ਹੈ ਉਹਦੀ ਵੈਲਿਊ 400 ਰੁਪਏ ਹੈ। ਤਾਂ ਇੱਕ ਦੀ ਵੈਲਿਊ 20 ਰੁਪਏ ਹੈ, ਇੱਕ ਦੀ ਵੈਲਿਊ 20 ਰੁਪਏ ਹੈ, ਤਾਂ 100 ਦੀ ਵੈਲਿਊ 20 ਗੁਣਾ ਕਰਕੇ 2000। ਤਾਂ ਪ੍ਰਭਾਤ ਕੋਲ ਟੋਟਲ ਸੈਕਿੰਡ ਆਪਸ਼ਨ 2000 ਰੁਪਏ ਸੀ। ਇਸ ਕੁਐਸਚਨ 'ਚ ਆਪਾਂ ਨੂੰ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ। ਸਮਝ ਆ ਗਿਆ ਬੱਚੇ ਸਾਰਿਆਂ ਨੂੰ? ਪ੍ਰਭਾਤ ਕੋਲ ਟੋਟਲ 100% ਪੈਸੇ, ਜਿਹਨੂੰ ਆਪਾਂ 100% ਦੀ ਥਾਂ ਤੇ 100 ਰੁਪਏ ਮੰਨ ਲਿਆ। ਉਹਦੇ ਵਿੱਚੋਂ 30 ਉਹਨੇ ਤੁਸ਼ਾਰ ਨੂੰ ਦਿੱਤੇ, ਤੁਸ਼ਾਰ ਕੋਲ 30 ਨੇ। ਤੁਸ਼ਾਰ ਨੇ 30 ਦਾ 2/3 ਜੋਤੀ ਨੂੰ ਦਿੱਤਾ, ਤਾਂ 30 ਦਾ 2/3 20 ਬਣ ਗਿਆ, ਉਹ ਜੋਤੀ ਨੂੰ ਮਿਲ ਗਿਆ। ਤੇ ਜੋਤੀ ਨੇ ਉਹਦੇ ਵਿੱਚੋਂ 100 ਰੁਪਏ ਟੈਕਸੀ ਡਰਾਈਵਰ ਨੂੰ ਦਿੱਤਾ, 300 ਰੁਪਏ ਜੇਬ 'ਚ ਪਾ ਲਏ। ਤਾਂ ਮਤਲਬ ਜੋਤੀ ਕੋਲ ਕੁੱਲ 400 ਰੁਪਏ ਸੀਗੇ। ਤਾਂ ਰੇਸ਼ੋ 'ਚ 20, ਜਦੋਂ ਟੋਟਲ 100 ਹੈ, ਰੇਸ਼ੋ 'ਚ 20 ਉਹ 400 ਦੇ ਬਰਾਬਰ ਹੈ, ਤਾਂ 100 ਦੀ ਵੈਲਿਊ ਕਿੰਨੀ ਹੋਊਗੀ ਪਤਾ ਲੱਗ ਜੂ। 20 ਦੀ ਵੈਲਿਊ 400 ਹੈ, ਤਾਂ 20 ਗੁਣਾ, ਤਾਂ 100 ਦਾ ਵੀ 20 ਗੁਣਾ, 2000 ਰੁਪਏ ਸੀ ਪ੍ਰਭਾਤ ਕੋਲ ਇਨੀਸ਼ੀਅਲੀ। ਸੈਕਿੰਡ ਆਪਸ਼ਨ 2000 ਰੁਪਏ। ਤਾਂ ਇਹ ਬੱਚੇ ਆਪਣਾ ਪੇਪਰ ਦਾ ਕੁਐਸਚਨ ਸੀਗਾ। ਅੱਜ ਦੀ ਸ਼ੀਟ ਮੈਂ ਕਿਵੇਂ ਤਿਆਰ ਕੀਤੀ ਆ ਕਿ ਐਨਾਲਿਸਟ ਦੇ ਐਗਜ਼ਾਮ ਦੇ ਵਿੱਚ ਜਿੰਨਾ ਕੁਆਂਟਸ ਆਇਆ ਸੀ, DI ਬਾਰੇ ਮੈਂ ਤੁਹਾਨੂੰ ਦੱਸਤਾ ਕਿ ਉਹ ਆਪਾਂ ਅਲੱਗ ਕਰਾਂਗੇ, DI ਦੇ ਸੈਸ਼ਨ ਦੇ ਵਿੱਚ ਕੁਐਸਚਨਸ ਕਰਾਂਗੇ। ਜਿੰਨਾ ਕੁਆਂਟਸ ਆਇਆ ਸੀ ਉਹ ਕੱਲੇ ਕੁਐਸਚਨ ਨੂੰ ਮੈਂ ਲਿਆ, ਤੇ ਹਰ ਇੱਕ ਕੁਐਸਚਨ ਦੇ ਨਾਲ ਦਾ ਇੱਕ ਕੁਐਸਚਨ ਲੈ ਕੇ ਆਇਆ। ਮਤਲਬ ਜੇ ਸ਼ੀਟ ਦੇ ਵਿੱਚ ਆਪਣੇ 15 ਕੁਐਸਚਨ ਸੀਗੇ ਪੇਪਰ ਦੇ, ਤਾਂ 15 ਦੇ ਨਾਲ ਇੱਕ ਜੋੜ ਦਿਓ, 30 ਕੁਐਸਚਨ ਅੱਜ ਦੀ ਕਲਾਸ 'ਚ ਆਪਾਂ ਕਰਾਂਗੇ। ਤਾਂ ਇਹ ਕੁਐਸਚਨ ਪੇਪਰ ਦਾ। ਅਗਲਾ ਕੁਐਸਚਨ ਬਿਲਕੁਲ ਇਹਦੇ ਨਾਲ ਦਾ ਹੋਊਗਾ, ਜਿਹੜਾ ਮੈਂ ਆਪਦੇ ਵੱਲੋਂ ਲੈ ਕੇ ਆਇਆ। ਅ ਪਰਸਨ ਗੇਵ 20% ਆਫ ਹਿਜ਼ ਇਨਕਮ ਟੂ ਹਿਜ਼ ਐਲਡਰ ਸਨ। ਕਿਸੇ ਬੰਦੇ ਨੇ ਆਪਣੀ ਤਨਖਾਹ 'ਚੋਂ 20% ਪੈਸੇ ਆਪਣੇ ਵੱਡੇ ਮੁੰਡੇ ਨੂੰ ਦੇਤੇ। 30% ਆਫ ਦਾ ਰਿਮੇਨਿੰਗ, ਇਹ ਰਿਮੇਨਿੰਗ ਦੇ ਉੱਤੇ ਚੱਲ ਰਿਹਾ, ਟੂ ਦਾ ਯੰਗਰ ਸਨ। ਪਿਛਲਾ ਵੀ ਵੈਸੇ ਰਿਮੇਨਿੰਗ ਤੇ ਹੀ ਸੀ। ਜੋ ਬਚ ਗਿਆ 20% ਵੱਡੇ ਮੁੰਡੇ ਨੂੰ ਦੇਣ ਤੋਂ ਬਾਅਦ ਜੋ 80% ਪੈਸਾ ਬਚ ਗਿਆ, ਉਹਦਾ 30% ਉਹਨੇ ਛੋਟੇ ਨੂੰ ਦੇਤੇ। ਐਂਡ ਹੁਣ ਵੀ ਜੋ ਬਚ ਗਿਆ, ਐਂਡ 10% ਆਫ ਦਾ ਬੈਲੈਂਸ ਜਿਹੜੇ ਹੁਣ ਬਚ ਗਏ, ਉਹ ਉਹਨੇ ਇੱਕ ਟਰਸਟ ਨੂੰ ਦੇਤੇ। ਤੇ ਨਾਓ ਹੀ ਇਜ਼ ਲੈਫਟ ਵਿਦ ਰੁਪੀਜ਼ 10,080। ਸੋ ਵਟ ਵਾਜ਼ ਹਿਜ਼ ਟੋਟਲ ਇਨਕਮ? ਤਾਂ ਆਪਾਂ ਉਹਦੀ ਟੋਟਲ ਇਨਕਮ ਫਾਈਂਡ ਕਰਨੀ ਹੈ। ਤਾਂ ਬੱਚੇ ਮੰਨ ਲਓ ਉਹਦੀ ਟੋਟਲ ਇਨਕਮ ਆ ਹੈ INC, ਆ ਉਹਦੀ ਟੋਟਲ ਇਨਕਮ ਹੈ। ਇਹ ਕੁਐਸਚਨ ਬਿਲਕੁਲ ਉਵੇਂ ਹੋਊਗਾ ਜਿਵੇਂ ਆਪਾਂ ਇਲੈਕਸ਼ਨਸ ਵਾਲਾ ਕੁਐਸਚਨ ਸ਼ੁਰੂ 'ਚ ਕੀਤਾ ਸੀ ਕਿ ਭਾਈ ਕਿਸੇ ਸ਼ਹਿਰ 'ਚ ਕੁਝ ਆਬਾਦੀ ਆਪਣੇ ਵੋਟਰ ਲਿਸਟ ਹੈ, ਕੁਝ ਨੰਬਰ ਆਫ ਵੋਟਸ ਨੇਗੀਆਂ, ਉਹਦੇ ਵਿੱਚੋਂ ਇੰਨੇ % ਜੀ ਵੋਟਾਂ ਪਈਆਂ ਨਹੀਂ ਹੈਗੀਆਂ, ਤਾਂ ਇੰਨੇ % ਉਹਨੇ ਵੱਡੇ ਮੁੰਡੇ ਨੂੰ ਦੇਤੀਆਂ। ਤਾਂ ਵੱਡੇ ਮੁੰਡੇ ਨੂੰ ਦੇਣ ਤੋਂ ਬਾਅਦ ਬਚੇ ਹੋਏ ਤਾਂ 30% ਛੋਟੇ ਨੂੰ ਦੇ ਰਿਹਾ ਨਾ। ਉੱਥੇ ਵੀ ਜਿੰਨੀਆਂ ਵੋਟਾਂ ਨਹੀਂ ਪਈਆਂ, ਤਾਂ ਬਾਕੀ ਜਿਹੜੀਆਂ ਪਈਆਂ ਬਚੇ ਹੋਏ 'ਚੋਂ ਹੀ ਇਨਵੈਲਿਡ ਨਿਕਲੇ, ਜਾਂ ਤਾਂ ਉਹ ਵੀ ਆਫ ਦਾ ਰਿਮੇਨਿੰਗ ਤੇ ਚੱਲਦਾ।
ਇਹ ਵੀ ਆਫ ਦਾ ਰਿਮੇਨਿੰਗ ਤੇ ਚੱਲਦਾ। ਉੱਥੇ ਆਪਾਂ ਟੋਟਲ ਵੋਟਾਂ 20 ਅਖੀਰ ਤੇ 4140 ਦੀ ਵੈਲਿਊ ਕੱਢ ਲਈ। ਇੱਥੇ ਟੋਟਲ ਇਨਕਮ INC ਉਹਦੇ ਵਿੱਚੋਂ ਆਪਾਂ 10,080 ਦੀ ਵੈਲਿਊ ਕੱਢ ਲਾਂਗੇ ਕਿਹਦੇ ਬਰਾਬਰ ਹੈ, ਤਾਂ 10,080 ਤੇ ਪਹੁੰਚਦੇ ਆ। ਸਭ ਤੋਂ ਪਹਿਲਾਂ ਕੀ ਹੋਇਆ, ਉਹਨੇ 20% ਵੱਡੇ ਮੁੰਡੇ ਨੂੰ ਦਿੱਤਾ, ਫਿਰ 30% ਆਫ ਦਾ ਰਿਮੇਨਿੰਗ ਕੱਢਣਾ। ਜੇ 20% ਯਾਨੀ ਕਿ 1/5 ਜੇ ਫ੍ਰੈਕਸ਼ਨ 'ਚ ਦੇਖਣਾ 1/5 ਦੇਤੇ ਪੈਸੇ ਤਾਂ 4/5 ਰਹਿ ਗਏ ਨਾ, ਤਾਂ ਇਨਕਮ ਦਾ 4/5 ਰਹਿ ਗਿਆ, ਇਨਕਮ ਦਾ 4/5 ਰਹਿ ਗਿਆ। ਇਹ ਰਿਮੇਨਿੰਗ ਹੈ ਜਿਹੜਾ ਲੈ ਕੇ ਛੋਟੇ ਕੋਲ ਜਾਊਗਾ। ਛੋਟੇ ਨੂੰ ਕੀ ਦਿੱਤਾ, ਇਸ ਰਿਮੇਨਿੰਗ ਦਾ 30% ਛੋਟੇ ਨੂੰ ਦੇਤਾ। ਫਿਰ ਬੈਲੈਂਸ ਦੇਖਣਾ ਕਿੰਨਾ ਬਚਿਆ ਹੋਊਗਾ, ਤਾਂ ਜੇ 30% ਦੇਤਾ 3/10 ਦੇਤਾ ਤਾਂ 7/10 ਬਚਿਆ ਹੋਊਗਾ। ਉਹ 7/10 ਉਹਨੇ ਅੱਗੇ ਲੈ ਗਿਆ ਟਰਸਟ ਨੂੰ ਦੇਣਾ। ਟਰਸਟ ਨੂੰ ਕਿੰਨਾ ਦੇਣਾ, ਇਹਦਾ 1/10, ਇਹਦਾ 10% ਯਾਨੀ ਕਿ 1/10 1/10 ਦੇਣਾ ਹੈ, ਤਾਂ ਬਾਕੀ 9/10 ਬਚਿਆ ਹੋਊਗਾ। ਉਹ 9/10 ਇਹਦੇ ਬਰਾਬਰ ਹੈ, ਇਕੁਅਲ ਪੁੱਟ ਕਰ ਦਾਂਗੇ ਤਾਂ ਆਪਾਂ ਟੋਟਲ ਇਨਕਮ ਕੱਢ ਲਾਂਗੇ। ਟੋਟਲ ਇਨਕਮ ਕਿੰਨੀ ਆ ਜੂਗੀ ਬੱਚੇ, 9 × 4 36 ਦੇ ਟੇਬਲ 'ਚ ਕੱਟੋ ਜੀ। 36 ਦੇ ਟੇਬਲ 'ਚ ਕਿੰਨਾ ਆ ਗਿਆ, 36 × 3 108 ਹੁੰਦਾ। 36 × 2 72, 100 'ਚੋਂ 72 ਨਿਕਲ ਗਏ, 28 ਬਚ ਗਏ। 28 ਦੇ ਨਾਲ 8 ਲੱਗ ਗਿਆ 288, ਤਾਂ 36 × 8 288, ਪਿੱਛੇ 0, ਤਾਂ ਆਹ 7 ਵੀ ਕੱਟੋ 40 ਆ ਗਿਆ। ਤਾਂ ਉੱਪਰ ਸਾਰਾ ਕੁਝ ਕੱਟਿਆ ਗਿਆ, ਉਧਰ 40 ਬਚ ਗਿਆ। ਇੱਕ 0 ਚੱਲ ਗਈ 400, ਇੱਕ ਹੋਰ 0 ਚੱਲ ਗਈ 4000, ਨਾਲ 5 ਚੱਲ ਗਿਆ 20000। ਤਾਂ ਭਾਈ ਸਾਹਿਬ ਦੀ ਟੋਟਲ ਇਨਕਮ ਕਿੰਨੀ ਸੀ, 20000 ਰੁਪਏ। ਤਾਂ ਇਸ ਕੁਐਸਚਨ ਦਾ ਬੱਚੇ ਤੁਹਾਡਾ ਆਨਸਰ ਕਿੰਨਾ ਆ ਗਿਆ, 4th ਆਪਸ਼ਨ 20000 ਰੁਪਏ। ਤਾਂ ਬੱਚੇ ਕਲੀਅਰ ਹੈ। ਜਿਵੇਂ ਇਲੈਕਸ਼ਨਸ ਵਾਲਾ ਕੁਐਸਚਨ ਹੋਇਆ ਸੀ, ਜਿਵੇਂ ਇਲੈਕਸ਼ਨਸ ਵਾਲਾ ਕੁਐਸਚਨ ਕੀਤਾ ਸੀ, ਬਿਲਕੁਲ ਉਸੇ ਤਰੀਕੇ ਨਾਲ ਆਪਣਾ ਇਹ ਕੁਐਸਚਨ ਹੋ ਜਾਊਗਾ। ਇਸ ਤੋਂ ਅੱਗੇ ਦੇਖੋ ਬੱਚੇ ਅਗਲਾ ਕੁਐਸਚਨ, ਇਹ ਪੇਪਰ ਦਾ ਕੁਐਸਚਨ ਹੈ। ਉਹ ਕਹਿੰਦੇ 65% ਆਫ ਏ ਨੰਬਰ, ਕਿਸੇ ਨੰਬਰ ਦਾ 65% ਕਿਹਦੇ ਬਰਾਬਰ ਹੈ, ਇਜ਼ ਇਕੁਅਲ ਟੂ 13/5 ਆਫ ਅਨਦਰ ਨੰਬਰ। ਤਾਂ ਬੱਚੇ ਇੱਕ ਨੰਬਰ ਹੈ A, ਉਹਦਾ 65% ਕਿਹਦੇ ਬਰਾਬਰ ਹੈ, B ਨੰਬਰ ਦੇ 13/5 ਦੇ ਬਰਾਬਰ। ਐਗਜ਼ਾਮੀਨਰ ਕਹਿੰਦਾ ਵਟ ਇਜ਼ ਦਾ ਰੇਸ਼ੋ ਫਸਟ ਟੂ ਦਾ ਸੈਕਿੰਡ ਨੰਬਰ, ਆਪਾਂ A ਰੇਸ਼ੋ B ਫਾਈਂਡ ਕਰਨਾ। ਤਾਂ ਬੱਚੇ ਕੀ ਗਿਵਨ ਹੈ, 65%। 65% ਦੀ ਫ੍ਰੈਕਸ਼ਨ 13/20 ਹੁੰਦੀ ਹੈ, ਤਾਂ 13/20 ਆਫ A ਕਿਹਦੇ ਬਰਾਬਰ ਹੈ, ਪੇਪਰ ਦਾ ਕੁਐਸਚਨ ਹੈ ਬੱਚੇ, ਕਿਹਦੇ ਬਰਾਬਰ ਹੈ, 13/5 ਆਫ ਅਨਦਰ ਨੰਬਰ B। ਤਾਂ ਉੱਪਰ 13 ਦੋਨਾਂ ਦਾ ਕੈਂਸਲ ਹੋ ਗਿਆ। ਤਾਂ ਇੱਥੇ A ਦੇ ਥੱਲੇ 20 ਹੈ, ਇੱਥੇ A ਦੇ ਥੱਲੇ 5 ਹੈ, ਤਾਂ 20 ਤੇ 5 ਕੱਟਿਆ 4 ਆ ਗਿਆ, 1 ਆ ਗਿਆ, ਹੋਰ ਕੁਛ ਨਹੀਂ ਬਚਿਆ। ਤਾਂ ਬੱਚੇ ਧਿਆਨ ਨਾਲ ਦੇਖੋ, ਇੱਥੇ ਕੀ ਬਚਿਆ, A ਦੇ ਥੱਲੇ 4, ਹੋਰ ਕੁਛ ਨਹੀਂ। ਇੱਥੇ ਕੀ ਬਚਿਆ, B ਦੇ ਥੱਲੇ 1, ਹੋਰ ਕੁਛ ਨਹੀਂ। ਤਾਂ A/4 ਇਜ਼ ਇਕੁਅਲ ਟੂ B/1, ਤਾਂ ਰੇਸ਼ੀਓ ਆ ਗਈ 4:1। ਰੇਸ਼ੀਓ ਚੈਪਟਰ ਦੇ ਵਿੱਚ ਆਪਾਂ ਪੜ੍ਹ ਕੇ ਆਏ ਸੀ ਕਿ ਜੇ ਕੋਫੀਸ਼ੀਐਂਟ ਦੇ ਵਿੱਚ ਕੁਛ ਨਾ ਹੋਵੇ, ਕੋਫੀਸ਼ੀਐਂਟਸ ਦੇ ਵਿੱਚ ਕੁਛ ਨਾ ਹੋਵੇ, ਤਾਂ ਜੋ ਉਹਨਾਂ ਦੇ ਡਿਨੋਮੀਨੇਟਰ ਨੇ ਉਹੀ ਰੇਸ਼ੀਓ ਆ ਜੂ। ਤਾਂ ਕੋਫੀਸ਼ੀਐਂਟਸ ਚ ਕੱਟਿਆ ਗਿਆ 13 ਦੋਨੇ ਪਾਸੇ ਸੀ। ਤਾਂ A ਦੇ ਥੱਲੇ 4 ਹੈ, B ਦੇ ਥੱਲੇ 1 ਹੈ, ਤਾਂ A/4 ਇਜ਼ ਇਕੁਅਲ ਟੂ B/1। ਤਾਂ A ਤੇ B ਦੀ ਰੇਸ਼ੀਓ ਆ ਗਈ 4:1। ਤਾਂ ਇਹ ਬੱਚੇ ਤੁਹਾਡਾ ਪੇਪਰ ਦਾ ਕੁਐਸਚਨ ਹੈ। ਪੇਪਰ ਦਾ ਕੁਐਸਚਨ ਜਿਹੜਾ ਆਪਾਂ ਐਨਾਲਿਸਟ ਦਾ ਪੇਪਰ ਕਰ ਰਹੇ ਹਾਂ, ਇਹਦੇ ਨਾਲ ਦਾ ਕੁਐਸਚਨ, ਇਹ 'ਚ ਸਿੰਪਲ ਆਪਾਂ ਨੂੰ ਇੱਕ ਐਕਸਪ੍ਰੈਸ਼ਨ ਦਿੱਤਾ ਤੇ ਆਪਾਂ ਰੇਸ਼ੋ ਕੱਢਣੀ ਹੈ। ਇਹਦੇ ਨਾਲ ਦਾ ਜਿਹੜਾ ਮੈਂ ਕੁਐਸਚਨ ਲੈ ਕੇ ਆਇਆ ਉਹ ਵੀ ਰੇਸ਼ੋ ਕੱਢਣੀ ਹੈ। ਉਹ ਪੰਜਾਬ ਪਟਵਾਰੀ ਦਾ ਜਿਹੜਾ ਆਪਣਾ ਅਗਸਤ 'ਚ ਪ੍ਰੀਲਿਮਸ ਹੋਇਆ ਸੀਗਾ, 8 ਅਗਸਤ ਨੂੰ ਪ੍ਰੀਲਿਮਸ ਹੋਇਆ ਸੀ, ਉਹਦੇ ਵਿੱਚ ਵੀ ਸਿਮਿਲਰ ਮਿਲਦਾ ਜੁਲਦਾ ਕੁਐਸਚਨ ਆਇਆ ਸੀ। ਕੁਐਸਚਨ ਕੀ ਸੀ, ਐਗਜ਼ਾਮੀਨਰ ਕਹਿੰਦਾ 2/3 ਆਫ A ਕਿਹਦੇ ਬਰਾਬਰ ਹੈ, 75% ਆਫ B, ਤਾਂ ਫਾਈਂਡ ਦਾ ਰੇਸ਼ੋ ਆਫ A ਐਂਡ B। ਆ ਬੱਚੇ ਪਟਵਾਰੀ ਦਾ ਪੇਪਰ ਦਾ ਕੁਐਸਚਨ ਹੈ। ਤਾਂ 2/3 ਆਫ A, ਤਾਂ 2/3 ਮਲਟੀਪਲਾਈ A ਕਿਹਦੇ ਬਰਾਬਰ ਹੈ, 75% ਆਫ B। 75% ਦੀ ਫ੍ਰੈਕਸ਼ਨ ਸਾਰਿਆਂ ਨੂੰ ਪਤਾ 3/4, ਤਾਂ ਉਹ ਕਿਹਦੇ ਬਰਾਬਰ ਹੈ, 3/4 ਆਫ B ਦੇ ਬਰਾਬਰ ਹੈ। ਤਾਂ ਇਹ 'ਚ ਕੁਛ ਨਹੀਂ ਕੱਟਿਆ ਜਾਂਦਾ, ਤਾਂ ਕੀ ਆ ਜਾਊਗਾ, ਆ A ਦੇ ਨਾਲ ਜਿਹੜਾ 2 ਲੱਗਿਆ ਉਹ B ਦੇ ਥੱਲੇ ਚੱਲ ਜੂਗਾ, ਆ ਜਿਹੜਾ B ਦੇ ਨਾਲ 3 ਲੱਗਿਆ ਉਹ A ਦੇ ਥੱਲੇ ਚੱਲ ਜੂਗਾ। ਤਾਂ ਬੱਚੇ ਇਹ ਕੀ ਬਣ ਗਿਆ, A ਦੇ ਥੱਲੇ ਇੱਕ 3 ਆਲਰੇਡੀ ਸੀ, ਇੱਕ ਉਧਰੋਂ ਆ ਗਿਆ 9, B ਦੇ ਥੱਲੇ 4 ਆਲਰੇਡੀ ਸੀ, 2 ਇਧਰੋਂ ਆ ਗਿਆ 8। ਤਾਂ A ਤੇ B ਦੀ ਰੇਸ਼ੀਓ ਕੀ ਆ ਜੂ, 9:8। ਇਹ ਬੱਚੇ ਆਪਣਾ ਪਟਵਾਰੀ ਦਾ ਕੁਐਸਚਨ ਸੀਗਾ, ਸੈਕਿੰਡ ਆਪਸ਼ਨ 9:8। ਤਾਂ ਰੇਸ਼ੀਓ ਚੈਪਟਰ ਦੇ ਵਿੱਚ ਤੁਸੀਂ ਇੰਨਾ ਕੁ ਤਾਂ ਸਮਝਿਆ ਹੋਇਆ ਨਾ ਕਿ ਜੇ ਤੁਹਾਨੂੰ ਕਿਹਾ ਜਾਵੇ ਕਿ P/3 ਇਜ਼ ਇਕੁਅਲ ਟੂ Q/4 ਹੈ, ਜੇ ਤੁਹਾਨੂੰ ਕਿਹਾ ਜਾਵੇ ਕਿ P/3 ਇਜ਼ ਇਕੁਅਲ ਟੂ Q/4 ਹੈ, ਤਾਂ P ਤੇ Q ਦੀ ਰੇਸ਼ੀਓ ਕੀ ਹੋਊਗੀ, ਤਾਂ ਬੱਚੇ P ਤੇ Q ਦੀ ਰੇਸ਼ੀਓ ਹੋਊਗੀ, ਜੋ ਇਹਨਾਂ ਦੇ ਡਿਨੋਮੀਨੇਟਰ ਨੇ ਉਹੀ ਰੇਸ਼ੀਓ ਹੋ ਜੂਗੀ। ਧਿਆਨ ਇਹ ਰੱਖਣਾ ਕਿ ਕੋਈ ਕੋਫੀਸ਼ੀਐਂਟ ਨਾ ਹੋਵੇ, ਲਾਈਕ 2P/3 ਨਾ ਹੋਵੇ, ਇਜ਼ ਇਕੁਅਲ ਟੂ 5Q/4 ਨਾ ਹੋਵੇ, P ਤੇ Q ਦਾ ਕੋਈ ਕੋਫੀਸ਼ੀਐਂਟ ਨਾ ਹੋਵੇ, ਤਾਂ ਜੋ ਡਿਨੋਮੀਨੇਟਰ ਨੇ ਉਹੀ ਰੇਸ਼ੀਓ। ਤਾਂ ਬੱਚੇ ਸਾਨੂੰ ਕੋਫੀਸ਼ੀਐਂਟਸ ਨਹੀਂ ਸੀ ਚਾਹੀਦੇ, ਇਸ ਕਰਕੇ ਅਸੀਂ ਇਹਨਾਂ ਨੂੰ ਦੂਜੇ ਪਾਸੇ ਥੱਲੇ ਭੇਜਤਾ।
ਤਾਂ A ਦੇ ਥੱਲੇ 9 B ਦੇ ਥੱਲੇ 8 ਹੈ ਤਾਂ 9:8 ਸਾਡਾ ਆਨਸਰ ਆ ਗਿਆ। ਇਹ ਪਟਵਾਰੀ ਦਾ ਕੁਐਸਚਨ ਸੀਗਾ। ਤਾਂ ਬੱਚੇ ਅੱਜ ਦੀ ਕਲਾਸ 'ਚ ਆਪਾਂ ਸਿੰਪਲ ਜਿਹੋ ਜਿਹਾ ਪੇਪਰ ਆਇਆ ਉਹੀ ਲੈਵਲ ਕਰ ਰਹੇ ਹਾਂ ਤੇ ਜਿਹੜਾ ਮੈਂ ਆਪਣੇ ਵੱਲੋਂ ਕੁਐਸਚਨ ਇੱਕ ਲੈ ਕੇ ਆ ਰਿਹਾ ਤਾਂ ਬਿਲਕੁਲ ਸੇਮ ਲੈਵਲ ਦਾ ਲੈ ਕੇ ਆ ਰਿਹਾ। ਤਾਂ ਆਹ ਸਾਡਾ ਪੇਪਰ ਦਾ ਕੁਐਸਚਨ ਸੀ, ਆਹ ਸਾਡਾ ਖੈਰ ਇਹ ਵੀ ਮੈਂ ਆਪਦੇ ਵੱਲੋਂ ਜਿਹੜਾ ਲੈ ਕੇ ਆਇਆ ਇਹ ਵੀ ਪੇਪਰ ਦਾ ਹੀ ਕੁਐਸਚਨ ਹੈ, ਪਰ ਮੈਂ ਉਸੇ ਲੈਵਲ ਦੇ ਕੁਐਸਚਨਸ ਲੈ ਕੇ ਆਇਆ ਜੋ ਅਸੀਂ ਅੱਗੇ ਜਾ ਕੇ ਪੇਪਰ 'ਚ ਦੇਖਣਾ ਹੈ। ਐਗਜ਼ਾਮੀਨਰ ਕਹਿੰਦਾ ਇਫ ਰਾਕੇਸ਼, ਪੇਪਰ ਦਾ ਕੁਐਸਚਨ ਹੈ ਰੇਸ਼ੋ ਚੈਪਟਰ 'ਚੋਂ, if Rakesh distributes chocolates between his 4 friends A, B, C and D in the ratio 1/3, ratio 1/7, ratio 1/2, ratio 1/5, then find the minimum total number of chocolates Rakesh should have. Examiner ਕਹਿੰਦਾ ਰਕੇਸ਼ ਕੋਲ ਕੁਝ ਚੌਕਲੇਟਸ ਨੇ, ਪਤਾ ਨਹੀਂ ਕਿੰਨੇ, ਉਹਨੇ ਉਹ ਚੌਕਲੇਟ ਆਪਣੇ 4 ਦੋਸਤਾਂ 'ਚ ਵੰਡੇ ABCD ਦੇ ਵਿੱਚ। ਕਿਵੇਂ ਵੰਡੇ? 1/3, ਰੇਸ਼ੋ 1/7, ਰੇਸ਼ੋ 1/2, ਰੇਸ਼ੋ 1/5 ਇਸ ਰੇਸ਼ੋ 'ਚ ਵੰਡੇ। ਤਾਂ ਜੇ ਕਹਿੰਦੇ ਰਕੇਸ਼ ਨੇ ਆਪਣੇ 4 ਦੋਸਤਾਂ 'ਚ ਚੌਕਲੇਟ ਇਸ ਰੇਸ਼ੋ 'ਚ ਵੰਡਣੇ ਆ ਤਾਂ ਉਹਦੇ ਕੋਲ ਘੱਟੋ ਘੱਟ ਕਿੰਨੇ ਚੌਕਲੇਟਸ ਹੋਣੇ ਚਾਹੀਦੇ ਆ? ਤਾਂ ਬੱਚੇ ਉਹਦੇ ਕੋਲ ਘੱਟੋ ਘੱਟ ਕਿੰਨੇ ਚੌਕਲੇਟਸ ਹੋਣੇ ਚਾਹੀਦੇ ਆ? ਕੀ ਉਹਦਾ 50 ਚੌਕਲੇਟਾਂ ਨਾਲ ਸਰ ਜੂਗਾ? ਜੇ ਮੰਨ ਲਓ ਉਹਦੇ ਕੋਲ 50 ਚੌਕਲੇਟ ਹੋਏ ਤਾਂ ਰਕੇਸ਼ ਨੇ ਪਹਿਲੇ ਦੋਸਤ ਨੂੰ ਕਿੰਨੇ ਦਿੱਤੇ? 50 ਦਾ 1/3, 50 ਦਾ 1/3 ਤਾਂ ਡੈਸੀਮਲ 'ਚ ਚੱਲ ਗਿਆ। ਹੁਣ ਕਿਸੇ ਦੋਸਤ ਨੂੰ ਡੈਸੀਮਲ 'ਚ ਤਾਂ ਨਹੀਂ ਚੌਕਲੇਟ ਦਿੰਦਾ ਹੈਗਾ ਕਿ ਆਹ ਚੱਕ ਤੈਨੂੰ 2.17 ਚੌਕਲੇਟ ਦਿੰਦਾ, 2 ਪੂਰੇ ਦਿੱਤੇ 0.17 ਉੱਤੇ ਥੋੜੀ ਦਊਗਾ। ਤਾਂ ਸਾਰੇ ਦੋਸਤਾਂ ਨੂੰ ਉਹਨੇ ਜਿਹੜੇ ਚੌਕਲੇਟਸ ਦੇਣੇ ਆ ਉਹ ਹੋਲ ਨੰਬਰ 'ਚ ਹੀ ਹੋਣੇ ਚਾਹੀਦੇ ਆ। ਤੇ ਚੌਕਲੇਟਸ ਹੋਲ ਨੰਬਰ 'ਚ ਤਾਂ ਹੋਣਗੇ ਜੇ ਟੋਟਲ ਚੌਕਲੇਟਸ ਦਾ 1/3 ਵੀ ਹੋਵੇ, ਮਤਲਬ ਚੌਕਲੇਟ 3 ਤੇ ਵੀ ਡਿਵਾਈਡ ਹੋਣ, 7 ਤੇ ਵੀ ਡਿਵਾਈਡ ਹੋਣ, 2 ਤੇ ਵੀ ਹੋਣ, 5 ਤੇ ਵੀ ਹੋਣ। ਤਾਂ ਟੋਟਲ ਉਹਦੇ ਚੌਕਲੇਟਸ ਕੀ ਹੋਣੇ ਚਾਹੀਦੇ? 3, 7, 2, 5 ਤੇ ਡਿਵਾਈਡ ਹੋਣੇ ਚਾਹੀਦੇ, ਮਤਲਬ 3, 7, 2, 5 ਦਾ ਮਲਟੀਪਲ ਹੋਣੇ ਚਾਹੀਦੇ ਆ। ਤਾਂ 3, 7, 2 ਤੇ 5 ਦਾ ਐਲਸੀਐਮ ਲੈ ਲਓ, 3, 7, 2 ਤੇ 5 ਦਾ ਐਲਸੀਐਮ ਲੈ ਲਓ, ਮੇਰੇ ਖਿਆਲ 'ਚ 210 ਆ ਗਿਆ। ਤਾਂ ਉਹਦੇ ਕੋਲ ਘੱਟੋ ਘੱਟ 210 ਚੌਕਲੇਟ ਹੋਣੇ ਚਾਹੀਦੇ, ਕਿਉਂਕਿ ਐਗਜ਼ਾਮੀਨਰ ਨੇ ਮਿਨੀਮਮ ਪੁੱਛਿਆ ਇਸੇ ਕਰਕੇ ਲੀਸਟ ਕੱਢਿਆ। ਨਹੀਂ ਤਾਂ 420 ਆਪਸ਼ਨ ਪੇ 420 ਨਾਲ ਵੀ ਸਰ ਜੂਗਾ, ਸਾਰੇ ਦੋਸਤਾਂ ਨੂੰ ਆਉਣਗੇ ਚੌਕਲੇਟ ਪੂਰੇ ਆਉਣਗੇ, ਪਰ ਮਿਨੀਮਮ ਪੁੱਛਿਆ ਤਾਂ 210 ਇਸੇ ਕਰਕੇ ਲੀਸਟ ਕਾਮਨ ਮਲਟੀਪਲ ਕੱਢਿਆ। ਵੈਸੇ ਵੀ ਜਦੋਂ ਬੱਚੇ ਤੁਹਾਨੂੰ ਫ੍ਰੈਕਸ਼ਨ ਦੇ ਵਿੱਚ ਰੇਸ਼ੀਓ ਦਿੱਤੀ ਹੁੰਦੀ ਆ, ਜਦੋਂ ਤੁਹਾਨੂੰ ਫ੍ਰੈਕਸ਼ਨ 'ਚ ਰੇਸ਼ੀਓ ਦਿੱਤੀ ਹੁੰਦੀ ਹੈ ਤੇ ਉਹਨੂੰ ਤੁਸੀਂ ਹੋਲ ਨੰਬਰ 'ਚ ਕਨਵਰਟ ਕਰਨਾ ਹੁੰਦਾ। ਫ੍ਰੈਕਸ਼ਨ ਦੀ ਰੇਸ਼ੀਓ ਨੂੰ ਹੋਲ ਨੰਬਰ 'ਚ ਕਨਵਰਟ ਕਰਨਾ ਹੁੰਦਾ ਤਾਂ ਤੁਸੀਂ ਕੀ ਕਰਦੇ ਹੋ? ਡਿਨੋਮੀਨੇਟਰ ਦਾ ਐਲਸੀਐਮ ਲੈ ਕੇ ਉੱਪਰ ਸਾਰਿਆਂ ਨੂੰ ਮਲਟੀਪਲਾਈ ਕਰ ਦਿੰਦੇ ਹੋ। ਤਾਂ ਡਿਨੋਮੀਨੇਟਰ ਦਾ ਐਲਸੀਐਮ 210 ਆ ਗਿਆ, ਤਾਂ 210 ਓਕੇ, ਆਪਣਾ ਆਨਸਰ 210 ਨਹੀਂ ਆਇਆ ਬੱਚੇ ਇਸ ਕੁਐਸਚਨ ਦਾ, 210 ਤਾਂ ਐਲਸੀਐਮ ਆਇਆ। 210 ਆਨਸਰ ਨਹੀਂ ਆਇਆ, 210 ਤਾਂ ਐਲਸੀਐਮ ਆਇਆ। ਫਿਰ ਪਹਿਲੇ ਨੂੰ ਕਿੰਨੇ ਚੌਕਲੇਟ ਦਿੱਤੇ, ਕਿਉਂਕਿ ਆਪਾਂ ਚੌਕਲੇਟਸ ਦੀ ਗਿਣਤੀ ਦੱਸਣੀ ਆ ਨਾ, ਤਾਂ ਪਹਿਲੇ ਨੂੰ ਕਿੰਨੇ ਚੌਕਲੇਟ ਦਿੱਤੇ? 210/3 70, ਦੂਜੇ ਨੂੰ 210/7 30, ਤੀਜੇ ਨੂੰ 210/5 210/2 105, ਤੀਜੇ ਨੂੰ 210/5 42। ਤਾਂ ਬੱਚੇ ਇੰਨੇ ਚੌਕਲੇਟ ਦਿੱਤੇ ਤਾਂ 70 ਤੇ 30 100 ਹੋ ਗਿਆ, 100 ਤੇ 105 205 ਹੋ ਗਿਆ, 205 ਤੇ 42 247 ਹੋ ਗਿਆ। ਤਾਂ ਬੱਚੇ 247 ਚੌਕਲੇਟ ਹੋਣੇ ਚਾਹੀਦੇ ਉਹਦੇ ਕੋਲ। 210 ਤਾਂ ਐਲਸੀਐਮ ਆਇਆ ਸੀ, ਮੈਂ ਐਲਸੀਐਮ ਹੀ ਮਾਰਕ ਕਰ ਗਿਆ ਗਲਤੀ ਨਾਲ। 247 ਚੌਕਲੇਟਸ ਹੋਣੇ ਚਾਹੀਦੇ। ਤਾਂ 247 ਕਿਵੇਂ ਕੱਢਿਆ ਆਪਾਂ? ਐਲਸੀਐਮ ਕੱਢਿਆ, ਐਲਸੀਐਮ ਲੈ ਕੇ ਆਪਾਂ ਜਿਹੜੀ ਆਪਣੀ ਫ੍ਰੈਕਸ਼ਨ ਦੇ ਵਿੱਚ ਰੇਸ਼ੀਓ ਦਿੱਤੀ ਹੋਈ ਸੀ, ਜਿਹੜੀ ਆਪਣੀ ਰੇਸ਼ੀਓ ਫ੍ਰੈਕਸ਼ਨ 'ਚ ਦਿੱਤੀ ਹੋਈ ਸੀ, ਉਹਨੂੰ ਹੋਲ ਨੰਬਰ 'ਚ ਕਨਵਰਟ ਕੀਤਾ। ਤਾਂ ਫ੍ਰੈਕਸ਼ਨ ਵਾਲੀ ਰੇਸ਼ੀਓ ਨੂੰ ਹੋਲ ਨੰਬਰ 'ਚ ਕਨਵਰਟ ਕਰਨਾ ਤਾਂ ਚੁੱਪ ਕਰਕੇ ਤੁਸੀਂ ਡਿਨੋਮੀਨੇਟਰ ਦਾ ਐਲਸੀਐਮ ਲੈ ਲਓ। ਡਿਨੋਮੀਨੇਟਰ ਦਾ ਐਲਸੀਐਮ ਆ ਗਿਆ 210, ਤਾਂ ਸਾਰਿਆਂ ਨੂੰ ਉੱਪਰ 210 ਨਾਲ ਮਲਟੀਪਲਾਈ ਕਰ ਦਿਓ। ਸਾਰਿਆਂ ਨੂੰ ਉੱਪਰ 210 ਨਾਲ ਮਲਟੀਪਲਾਈ ਕੀਤਾ ਤਾਂ ਹੇਠਾਂ 3, 7, 2, 5 ਜੋ ਵੀ ਆ ਕੱਟਿਆ ਗਿਆ ਤੇ ਸਾਡੀ ਰੇਸ਼ੀਓ ਕੀ ਆ ਗਈ? 70 ਰੇਸ਼ੀਓ 30 ਰੇਸ਼ੀਓ 105 ਰੇਸ਼ੀਓ 42। ਤਾਂ ਮਿਨੀਮਮ ਕਿੰਨੇ ਚੌਕਲੇਟ ਹੋਣੇ ਚਾਹੀਦੇ? 70 ਤੇ 105 42, ਇਹੀ ਤਾਂ ਹੋਣੀ ਚਾਹੀਦਾ। ਤਾਂ 247 ਆ ਗਏ। ਤਾਂ ਆਨਸਰ ਵਿਲ ਬੀ 247। ਉਹ 210 ਤੇ 420 ਵਾਲਾ ਜਿਹੜਾ ਮੈਂ ਤਰੀਕਾ ਦੱਸ ਗਿਆ ਸੀ ਉਹ ਬੱਚੇ ਗਲਤ ਸੀਗਾ, ਉਹ ਐਲਸੀਐਮ ਸੀਗਾ। ਤਾਂ ਐਲਸੀਐਮ ਸਾਡੇ ਚੌਕਲੇਟਸ ਨਹੀਂ ਸੀ ਹੈਗੇ, ਐਲਸੀਐਮ ਨਾਲ ਤਾਂ ਅਸੀਂ ਫ੍ਰੈਕਸ਼ਨ ਵਾਲੀ ਰੇਸ਼ੀਓ ਨੂੰ ਹੋਲ ਨੰਬਰ 'ਚ ਕਨਵਰਟ ਕੀਤਾ। ਤਾਂ ਜਿਹੜੀ ਹੋਲ ਨੰਬਰ 'ਚ ਰੇਸ਼ੀਓ ਆ ਗਈ ਉਹ ਸਾਡੇ ਨੰਬਰ ਆਫ ਚੌਕਲੇਟਸ ਹੋਣਗੇ। ਤਾਂ ਮਿਨੀਮਮ ਕੱਢਣੇ ਤਾਂ ਇਹਨਾਂ ਨੂੰ ਹੀ ਐਡ ਕਰ ਲਓ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ 247। ਅਗਲਾ ਕੁਐਸਚਨ ਇਹ ਮੈਂ ਆਪਣੇ ਵੱਲੋਂ ਲੈ ਕੇ ਆਇਆ ਬਾਈ ਮਿਸਟੇਕ, ਗਲਤੀ ਨਾਲ। Instead of dividing 117 rupees among A, B and C in the ratio 1/2 ratio 1/3 ratio 1/4, it was divided in the ratio 2 ratio 3 ratio 4। ਐਗਜ਼ਾਮੀਨਰ ਕਹਿੰਦਾ 117 ਰੁਪਿਆਂ ਨੂੰ ਆਪਾਂ 1/2 1/3 1/4 ਦੀ ਰੇਸ਼ੋ 'ਚ ਵੰਡਣਾ ਸੀ, ਪਰ ਗਲਤੀ ਨਾਲ ਬਾਈ ਮਿਸਟੇਕ ਕੀ ਵੰਡਤਾ? ਇਟ ਵਾਸ ਡਿਵਾਈਡਡ ਇਨ ਦਾ ਰੇਸ਼ੋ 2 ਰੇਸ਼ੋ 3 ਰੇਸ਼ੋ 4। ਸੋ
117 ਨੂੰ ਵੰਡਣਾ ਕਿਸੇ ਹੋਰ ਰੇਸ਼ੀਓ 'ਚ ਸੀ, A B C ਨੂੰ ਹੋਰ ਕੁਝ ਮਿਲਣਾ ਸੀ, ਵੰਡ ਗਲਤੀ ਨਾਲ ਕਿਸੇ ਹੋਰ ਰੇਸ਼ੀਓ 'ਚ ਦਿੱਤਾ, ਮਤਲਬ ਉਹਨਾਂ ਨੂੰ ਕੁਝ ਹੋਰ ਪੈਸੇ ਮਿਲ ਗਏ। ਸੋ ਕਿਸੇ ਨੂੰ ਘੱਟ ਮਿਲੇ, ਕਿਸੇ ਨੂੰ ਵੱਧ ਮਿਲੇ, ਇਹੀ ਹੋਇਆ। ਐਗਜ਼ਾਮੀਨਰ ਉਹੀ ਪੁੱਛ ਰਿਹਾ ਹੂ ਗੇਨਸ ਦਾ ਮੋਸਟ ਐਂਡ ਬਾਈ ਹਾਊ ਮਚ, ਤਾਂ ਕਿਹਨੂੰ ਫਾਇਦਾ ਹੋਇਆ ਤੇ ਕਿੰਨਾ। ਤਾਂ ਬੱਚੇ ਆ ਲਿਖ ਲਓ ਬਾਏ ਮਿਸਟੇਕ, ਬਾਏ ਮਿਸਟੇਕ ਨਹੀਂ, ਪਹਿਲਾਂ ਕਰੈਕਟ ਲਿਖੋ, ਮਿਸਟੇਕ ਪਰਲੇ ਪਾਸੇ ਲਿਖਾਂਗੇ। ਕਰੈਕਟ ਆਪਾਂ ਕੀ ਦੇਣੇ ਸੀ, ਆ ਪੈਸੇ ਦੇਣੇ ਸੀ, ਬਾय ਮਿਸਟੇਕ ਕੀ ਦੇਤੇ, ਆ ਪੈਸੇ ਦੇਤੇ। ਤਾਂ ਆਪਾਂ ਦੋਨੇ ਕੈਲਕੂਲੇਟ ਕਰਾਂਗੇ, ਫਿਰ ਦੇਖਾਂਗੇ ਕਿੰਨੂੰ ਵੱਧ ਘੱਟ ਮਿਲੇ। ਆਪਾਂ ਗੇਨ ਦੱਸਣਾ ਵੀ ਕਿੰਨੂੰ ਗਲਤੀ ਨਾਲ ਵੱਧ ਮਿਲ ਗਏ, ਗਲਤੀ ਨਾਲ ਮਿਲ ਗਏ ਨਾ ਪੈਸੇ, ਕਿੰਨੂੰ ਵੱਧ ਮਿਲੇ, ਜਿਹਨੂੰ ਸਭ ਤੋਂ ਵੱਧ ਮਿਲੇ ਉਹ ਆਨਸਰ ਹੈ। ਤਾਂ ਬੱਚੇ ਕਰੈਕਟ ਕੀ ਦੇਣੇ ਸੀ, 1/2 ਰੇਸ਼ੋ 1/3 ਰੇਸ਼ੋ 1/4 ਦੀ ਰੇਸ਼ੋ 'ਚ, 1/2 ਰੇਸ਼ੋ 1/3 ਰੇਸ਼ੋ 1/4। ਪਰ ਗਲਤੀ ਨਾਲ ਵੰਡ ਕਿਹੜੀ ਰੇਸ਼ੋ 'ਚ ਦਿੱਤੇ, ਇਟ ਵਾਸ ਡਿਵਾਈਡਡ ਇਨ ਦਾ ਰੇਸ਼ੋ 2 ਰੇਸ਼ੋ 3 ਰੇਸ਼ੋ 4, ਵੰਡ ਤੇ 2 ਰੇਸ਼ੋ 3 ਰੇਸ਼ੋ 4 ਦੇ ਵਿੱਚ ਕਿੰਨੇ ਰੁਪਏ ਵੰਡਣੇ ਸੀ ਬੱਚੇ, ਆਪਾਂ 117 ਰੁਪਏ ਵੰਡਣੇ ਸੀ। ਤਾਂ ਆ ਈਜ਼ੀ ਰੇਸ਼ੋ ਹੈ, ਹੋਲ ਨੰਬਰ ਦੇ ਵਿੱਚ ਹੈ, ਤਾਂ ਇਹ 'ਚ ਤਾਂ ਆਰਾਮ ਨਾਲ ਵੰਡ ਦਾਂਗੇ। 2 3 4 ਦਾ ਮਤਲਬ ਟੋਟਲ ਕਿੰਨਾ ਬਣੇ, 4 3 7 2 9, ਰੇਸ਼ੋ ਦਾ ਟੋਟਲ 9 ਹੈ, ਪਰ 9 ਦੀ ਵੈਲਿਊ ਤਾਂ 117 ਹੈਗੀ, 13 ਗੁਣਾ ਕਰਕੇ ਆਜੂ। 9 ਦੀ ਵੈਲਿਊ ਤਾਂ ਬੱਚੇ 117 ਹੈ, 13 ਗੁਣਾ ਕਰਕੇ ਆਜੂ, ਤਾਂ 13 ਗੁਣਾ ਕਰਕੇ ਇਹਨੂੰ ਮਿਲੇ 26 ਰੁਪਏ, ਇਹਨੂੰ ਮਿਲੇ 39 ਰੁਪਏ, C ਨੂੰ ਮਿਲੇ 13 ਗੁਣਾ ਕਰਕੇ 52 ਰੁਪਏ। ਤਾਂ ਗਲਤੀ ਨਾਲ ਜਿਹੜੇ ਪੈਸੇ ਮਿਲੇ ਉਹ ਤਾਂ ਆਪਾਂ ਬਹੁਤ ਈਜ਼ੀਲੀ ਕੱਢ ਲਏ, ਪਰ ਜਿਹੜੇ ਮਿਲਨੇ ਸੀ ਅਸਲ 'ਚ ਉਹ 1/2 ਰੇਸ਼ੋ 1/3 ਰੇਸ਼ੋ 1/4 'ਚ ਦੇਣੇ ਸੀ, ਪਰ ਆਪਾਂ ਫਰੈਕਸ਼ਨ ਵਾਲੀ ਰੇਸ਼ੋ ਨੂੰ ਹਲੇ ਹੋਲ ਨੰਬਰ 'ਚ ਕਨਵਰਟ ਕਰਨਾ। ਜਿਹੜੀ ਰੇਸ਼ੋ 'ਚ ਗਲਤੀ ਨਾਲ ਵੰਡਤੇ ਉਹਦਾ ਹੋਲ ਨੰਬਰ 'ਚ ਹੈ ਰੇਸ਼ੀਓ, ਇੱਥੇ ਆਪਾਂ ਹੋਲ ਨੰਬਰ 'ਚ ਕਨਵਰਟ ਕਰਨਾ। ਤਾਂ 2 3 4 ਦਾ ਐਲਸੀਐਮ 12, ਤਾਂ ਬੱਚੇ ਸਾਰਿਆਂ ਨੂੰ ਉੱਪਰ 12 ਨਾਲ ਮਲਟੀਪਲਾਈ ਕਰ ਦਿਓ। ਸਾਰਿਆਂ ਨੂੰ ਉੱਪਰ 12 ਨਾਲ ਮਲਟੀਪਲਾਈ ਕੀਤਾ ਤਾਂ ਸਾਡੀ ਰੇਸ਼ੋ ਕੀ ਬਣ ਗਈ, 6 ਰੇਸ਼ੋ 4 ਰੇਸ਼ੋ 3। ਜਿਹੜੀ ਤੁਹਾਡੀ ਫਰੈਕਸ਼ਨ 'ਚ ਰੇਸ਼ੋ ਦਿੱਤੀ ਹੋਈ ਆ ਉਹ ਹੋਲ ਨੰਬਰ 'ਚ ਬਣ ਗਈ 6 ਰੇਸ਼ੋ 4 ਰੇਸ਼ੋ 3। ਵੰਡਨੇ ਇੱਥੇ ਵੀ 117 ਰੁਪਏ ਨੇ, ਇੱਥੇ ਵੀ ਟੋਟਲ 117 ਹੀ ਹੈ। ਰੇਸ਼ੋ 'ਚ ਟੋਟਲ ਬਣੇ 6 4 10 3 13, 13 ਦੀ ਵੈਲਿਊ 117 ਹੈ, ਤਾਂ ਬੱਚੇ 9 ਗੁਣਾ ਹੋ ਗਿਆ। ਉਧਰ ਟੋਟਲ 9 ਬਣਿਆ ਸੀ, 9 ਦੀ ਵੈਲਿਊ 117 ਬਣਾਈ ਤਾਂ 13 ਗੁਣਾ, ਇੱਧਰ ਟੋਟਲ 13 ਬਣਿਆ ਤਾਂ 13 ਦੀ ਵੈਲਿਊ 117 ਬਣਾਉਣੀ ਹੈ ਤਾਂ 9 ਗੁਣਾ। ਤਾਂ 9 ਗੁਣਾ 54 A ਨੂੰ ਮਿਲਨੇ ਸੀ, 9 ਗੁਣਾ 36 B ਨੂੰ ਮਿਲਨੇ ਸੀ, 27 C ਨੂੰ ਮਿਲਨੇ ਸੀ। ਸਹੀ ਆ ਮਿਲਨੇ ਸੀ, ਪਰ ਗਲਤੀ ਨਾਲ ਆ ਮਿਲ ਗਏ, ਤਾਂ ਕਿਹਨੂੰ ਫਾਇਦਾ ਹੋਇਆ, A ਨੂੰ ਤਾਂ ਨੁਕਸਾਨ ਹੋ ਗਿਆ, 54 ਦੀ ਥਾਂ ਤੇ 26 ਮਿਲੇ। B ਨੂੰ 36 ਤੋਂ 39 ਫਾਇਦਾ ਹੋ ਗਿਆ ਪਰ 3 ਰੁਪਏ ਦਾ। C ਨੂੰ 27 ਤੋਂ 52 ਫਾਇਦਾ ਹੋ ਗਿਆ 25 ਰੁਪਏ ਦਾ। ਸੋ ਹੂ ਗੇਨਸ ਦਾ ਮੋਸਟ, C 25 ਰੁਪਏ ਦਾ ਫਾਇਦਾ। C ਆਪਸ਼ਨ ਆਨਸਰ ਆ ਜਾਊਗਾ ਬੱਚੇ ਇਸ ਕੁਐਸਚਨ ਦਾ। ਤਾਂ ਇਹ ਬੱਚੇ ਆਪਣਾ ਕੁਐਸਚਨ ਸੀ, ਜਾਂ ਜਿਹੜਾ ਪਿਛਲਾ ਓਰੀਜਨਲ ਕੁਐਸਚਨ ਸੀ ਪੇਪਰ 'ਚ ਆਇਆ ਹੋਇਆ, ਜਿੱਥੇ ਸਾਨੂੰ ਐਗਜ਼ਾਮੀਨਰ ਨੇ ਫਰੈਕਸ਼ਨ 'ਚ ਰੇਸ਼ੋ ਦਿੱਤੀ ਹੋਈ ਹੈ, ਅਸੀਂ ਉਹਨੂੰ ਹੋਲ ਨੰਬਰ 'ਚ ਕਨਵਰਟ ਕਰਨਾ ਹੈ। ਅਸੀਂ ਇਹਨਾਂ ਦੋਨਾਂ ਸਵਾਲਾਂ 'ਚ, ਜਿਹੜਾ ਪੇਪਰ ਦਾ ਪਿਛਲਾ ਕੁਐਸਚਨ ਹੈ ਤੇ ਜਿਹੜਾ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ, ਦੋਨਾਂ ਕੁਐਸਚਨਾਂ 'ਚ ਇੰਪੋਰਟੈਂਟ ਚੀਜ਼ ਕੀ ਹੈ ਕਿ ਸਾਨੂੰ ਰੇਸ਼ੀਓ ਫਰੈਕਸ਼ਨ 'ਚ ਦਿੱਤੀ ਹੋਈ ਹੈ, ਅਸੀਂ ਉਹਨੂੰ ਹੋਲ ਨੰਬਰ ਦੇ ਵਿੱਚ ਕਨਵਰਟ ਕਰਨਾ ਹੈ। ਫਰੈਕਸ਼ਨ ਵਾਲੀ ਰੇਸ਼ੀਓ ਨੂੰ ਹੋਲ ਨੰਬਰ 'ਚ ਕਨਵਰਟ ਕਰਕੇ ਫਿਰ ਤਾਂ ਕੁਐਸਚਨ ਹੋ ਗਿਆ। ਪਿਛਲਾ ਵੀ ਬਹੁਤ ਈਜ਼ੀ ਸੀ, ਇਹ ਵੀ ਬਹੁਤ ਈਜ਼ੀ ਹੈ, ਫਿਰ ਤਾਂ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ। ਇਹ ਇੰਪੋਰਟੈਂਟ ਚੀਜ਼ ਸੀ ਸਮਝਣ ਵਾਲੀ। ਤਾਂ ਬੱਚੇ ਇੱਥੇ ਤੱਕ ਕਲੀਅਰ ਆ। ਇਸ ਤੋਂ ਬਾਅਦ ਅਗਲਾ ਕੁਐਸਚਨ, ਐਗਜ਼ਾਮੀਨਰ ਕਹਿੰਦਾ A ਕੈਨ ਡੂ ਅ ਪੀਸ ਆਫ ਵਰਕ ਇਨ 32 ਡੇਜ਼। ਇਹ ਪੇਪਰ ਦਾ ਕੁਐਸਚਨ ਹੈ ਟਾਈਮ ਐਂਡ ਵਰਕ ਦਾ। ਇਹਦੇ ਨਾਲ ਦਾ ਫਿਰ ਟਾਈਮ ਐਂਡ ਵਰਕ ਦਾ ਇੱਕ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ। ਇਸ ਕੁਐਸਚਨ 'ਚ ਐਗਜ਼ਾਮੀਨਰ ਕਹਿੰਦਾ A ਕੈਨ ਡੂ ਅ ਪੀਸ ਆਫ ਵਰਕ ਇਨ 32 ਡੇਜ਼। A ਇਕੱਲਾ ਕਿਸੇ ਕੰਮ ਨੂੰ 32 ਦਿਨਾਂ 'ਚ ਕਰਦਾ ਹੈ। B ਅਲੋਨ ਕੈਨ ਡੂ ਦਾ ਸੇਮ ਪੀਸ ਆਫ ਵਰਕ ਇਨ 20 ਡੇਜ਼। B ਉਸੇ ਕੰਮ ਨੂੰ 20 ਦਿਨਾਂ 'ਚ ਕਰਦਾ ਹੈ। ਸੋ ਹੋਇਆ ਕਿਵੇਂ ਕੰਮ, B ਸਟਾਰਟਡ ਦਾ ਵਰਕ ਅਲੋਨ ਐਂਡ A ਜੁਆਇਨਡ ਹਿਮ ਲੇਟਰ। B ਨੇ ਇਕੱਲੇ ਨੇ ਕੰਮ ਸ਼ੁਰੂ ਕੀਤਾ ਤੇ A ਨੇ ਅੱਧ ਚ ਆ ਕੇ ਉਹਨੂੰ ਜੁਆਇਨ ਕੀਤਾ। ਸੋ ਦਾ ਵਰਕ ਵਾਸ ਨਾਓ ਕੰਪਲੀਟਡ ਇਨ 15 ਡੇਜ਼। ਇਸ ਹਿਸਾਬ ਨਾਲ ਕੰਮ 15 ਦਿਨਾਂ ਚ ਨਿਬੜ ਗਿਆ। ਹਾਊ ਮੈਨੀ ਡੇਜ਼ ਮੋਰ B ਵਰਕਡ ਦੈਨ A। ਤਾਂ ਉਹ ਕਹਿੰਦੇ B ਹੈ ਜਿਹੜਾ A ਤੋਂ ਪਹਿਲਾਂ ਆ ਗਿਆ ਸੀ ਨਾ, ਤਾਂ A ਤੋਂ ਕਿੰਨੇ ਦਿਨ ਜ਼ਿਆਦਾ ਕੰਮ ਕੀਤਾ B ਨੇ, ਆਪਾਂ ਇਹ ਫਾਈਂਡ ਕਰਨਾ ਹੈ। ਤਾਂ ਬੱਚੇ ਐਗਜ਼ਾਮੀਨਰ ਕੀ ਕਹਿ ਰਿਹਾ, A ਇਕੱਲਾ ਕਿਸੇ ਕੰਮ ਨੂੰ 32 ਦਿਨਾਂ 'ਚ ਕਰਦਾ ਹੈ, B ਇਕੱਲਾ ਉਸੇ ਕੰਮ ਨੂੰ 20 ਦਿਨਾਂ 'ਚ ਕਰਦਾ ਹੈ। ਤਾਂ ਕੰਮ ਤਾਂ ਸੇਮ ਹੈ, ਤਾਂ ਐਲਸੀਐਮ ਕਿੰਨਾ ਆ ਜਾਊਗਾ, ਟੋਟਲ ਵਰਕ ਆ ਗਿਆ 160 ਟੋਫੀਜ਼, ਟੋਟਲ ਵਰਕ ਆ ਗਿਆ 160 ਟੋਫੀਆਂ। ਐਫੀਸ਼ੀਐਂਸੀ A 32 ਦਿਨਾਂ 'ਚ 160 ਟੋਫੀਆਂ ਖਾਂਦਾ, ਡੇਲੀ 5 ਖਾਂਦਾ। B 20 ਦਿਨਾਂ 'ਚ 160 ਟੋਫੀਆਂ ਖਾਂਦਾ ਤਾਂ ਡੇਲੀ 8 ਖਾਂਦਾ। ਐਗਜ਼ਾਮੀਨਰ ਕਹਿੰਦਾ A ਤੇ B ਨੇ ਕੰਮ ਕਿਵੇਂ ਕੀਤਾ, B ਨੇ ਸ਼ੁਰੂ ਕੀਤਾ ਤੇ ਕੁਝ ਦਿਨ ਬਾਅਦ A ਆ ਕੇ ਜੁੜ ਗਿਆ ਤੇ ਕੰਮ
द वर्क वॉज कंप्लीटेड इन 15 डेज, तो काम 15 दिनों च निबड़ गया। एग्जामिनर ने यही पूछा कि फॉर हाउ मैनी डेज मोर बी वर्कड देन ए, बी ए तो कितने दिन ज़्यादा काम करके गया। तो बच्चे आप की फाइंड करना है, आ काले रंग नाल डॉटेड लाइन, ए दे आउण तो पहला बी कल्ला लग्या रहा ना, उन्ने दिन ज़्यादा काम किया, आपां ओह फाइंड करना बच्चे। तो बच्चे जे काम 15 दिनों च निबड़ रहा है, काम 15 दिनों च निबड़ रहा है, तो बी तो पहले दिन तो लैके अखीर तक काम कर रहा है, तो बी ने तो 15 ही दिन काम किया। बी ने 15 दिनों च कितना काम कर लिया, बी डेली 8 टॉफियां खाता है, तो 15 दिनों च 8 के हिसाब नाल 120 टॉफियां खा गया। इन्नी गल क्लीयर है जी सारिਆਂ ਨੂੰ। बी ने तो डेली काम किया, ए कुछ दिन बाद आऊगा तो काम वो 15 दिनों च खत्म कर देंगे, तो बी ने तो 15 के 15 दिन काम किया, तो 15 दिनों च कितनी टॉफियां खा गया, डेली 8 के हिसाब नाल 120 खा गया। तो आह बी दियां टॉफियां ने 120, टोटल 160 चो जे तुसी 120 माइनस कर दोगे तो बाकी 40 टॉफियां रह गई। वो 40 टॉफियां किन्ने खादियां होणगियां, वो ए ने खादियां होणगियां इत्थे। तो ए ने किन्ने दिन काम किया, डेली 5 टॉफियां खाण वाला बंदा 40 टॉफियां किन्ने दिनां च खाऊगा, 8 दिनां च खाऊगा। तो यदा मतलब बच्चे ए ने 8 दिन काम किया, ए ने जे 8 दिन काम किया तो टोटल 15 चो 8 माइनस कर दो, बी ने 7 दिन ज़्यादा काम किया। तो इस क्वेश्चन का आंसर की है 7 डेज। तो समझ आ गया बच्चे सारिਆਂ ਨੂੰ। सिंपल क्वेश्चन सी पर कहानी जिहो जी बनाई हुई है वो बहुत ध्यान नाल देखने वाली है, तो पेपर का क्वेश्चन है। पेपर दे विच जे इहो जिहा क्वेश्चन है तो फिर ये नाल दा अपना क्वेश्चन बिल्कुल मिलता जुलता होगा। देखो ध्यान नाल, A and B can do a piece of work in 20 days and 12 days respectively। एग्जामिनर कहता A किसी काम नूं 20 दिनों च करता है, B उस काम नूं 12 दिनों च करता है। A started the work alone, A ने कल्ले ने शुरू किया, then after 4 days B joined him, इत्थे कॉमा होगा, 4 दिनों बाद बी भी उन्होंने ज्वाइन करता टिल द कंप्लीशन ऑफ द वर्क। सो क्वेश्चन है हाउ लॉन्ग डिड द वर्क लास्ट, काम किन्ने दिनों च निबड़िया। तो बच्चे क्वेश्चन मिलता जुलता पर सेम नहीं है। ए किसी काम नूं 20 दिनों च करता है, बी उस काम नूं 12 दिनों च करता है, तो काम सेम है। कितना अज्यूम करांगे, 20 ते 12 का एलसीएम 60 टॉफियां। एफिशिएंसी कितनी आ गई, ए 20 दिनों च 60 टॉफियां खाता तो डेली 3 खाता है, बी 12 दिनों च 60 टॉफियां खाता तो डेली 5 खाता है। काम करया किमें बच्चे, ए ने कल्ले ने शुरू किया, 4 दिन बाद बी आ गया, तो बच्चे 4 दिन बाद बी आ गया तो मतलब 4 दिन तो ए कल्ला करी गया। ए ने 4 दिन की ही तीर मारता, डेली 3 के हिसाब नाल 12 टॉफियां खा गया वो। तो फिर काम बच कितना गया, 4 दिन बाद बी ने भी आ जाना, तो काम कितना बच गया, 60 चों 12 माइनस कर दो, 48 टॉफियां बच गई। जो बी भी आ जाऊगा तो वह टॉफियां खानियां ए ते बी ने रल के, तो 48 टॉफियां डेली 8 के हिसाब नाल, तो बच्चे 6 दिन लगणगे ते काम निबेड़ देणगे। एग्जामिनर ने पूछा कि हाउ लॉन्ग डिड द वर्क लास्ट, एग्जामिनर ने पूछा काम किन्ने दिनों च निबड़िया। एग्जामिनर ने ये नहीं पूछा कि बचा होया काम किन्ने दिनों च निबड़िया, भी भाई ए ने कल्ले ने शुरू किया तो 4 दिन बाद बी आ गया, फिर उन्होंने काम निबेड़िया, तो बचा होया काम उन्होंने किन्ने दिनों च निबेड़िया, वो 6 डेज है। पर काम पूरा किन्ने दिनों च निबड़िया, वो 4 दिन ए दे कल्ले दे, 6 दिन उन्होंने कट्ठियां दे, तो आंसर विल बी 4 + 6 10 डेज। तो बच्चे ये ध्यान नाल आंसर मार्क करना है। जे किते 6 डेज भी ऑप्शन होया तो अद्धिया का जलूस निकलूगा, आंसर 10 डेज आऊगा। एग्जामिनर ने रिमेनिंग वर्क नहीं पूछा कि बचा होया काम फिर ए ते भी किन्ने दिनों च करनगे, वो तो 6 डेज आ गया। एग्जामिनर पूछ रहा काम पूरा किन्ने दिनों च निबड़िया, तो पूरा काम किन्ने दिनों च निबड़िया, वो तुसी ए ने कल्ला 4 दिन काम किया, ए ते बी ने अगले 6 दिनों च निबेड़ता, तो 4 ते 6 आंसर आऊगा 10 दिन। तो इस क्वेश्चन का आंसर बच्चे तुहाडा सारिਆਂ ਦਾ सही होना चाहिए 10 डेज। क्लीयर है बच्चे सारिਆਂ ਨੂੰ। आह अपना बच्चे अगला क्वेश्चन मिक्सचर एलीगेशन ਦੇ ਵਿੱਚੋਂ, मिक्सचर एलीगेशन ਦੇ ਵਿੱਚੋਂ भी मिक्सचर का क्वेश्चन है, यह पेपर का क्वेश्चन है, मैं करवाना। अगला क्वेश्चन बिल्कुल सिमिलर मैं लैके आया हुआ आपदे वालों, वो भी आप करांगे। तो मेरे ख्याल से इत्थे अपनी क्लास शायद खत्म हो जाए, एक अद्धा क्वेश्चन हो रहा होगा। देयर आर 2 वैसल्स ए एंड बी कंटेनिंग मिल्क, वो कहता 2 वैसल ने ए ते बी दोनों च दुध भरिया होया। इफ 10 लीटर्स ऑफ मिल्क इज पोर्ड फ्रॉम ए टू बी, वो कहते जे ए तो बी च 10 लीटर पा दिए, ए ते बी की क्वांटिटी पता नहीं किहदी वध है किहदी घट है, बराबर है, कौन छोटा कौन वड्डा कुछ नहीं पता, दोनों दुध दे भरे हुए ने। वो कहते जे ए दे विचों 10 लीटर कढ़ के बी च पा दिए, दैन द मिल्क इन बोथ द वैसल्स इज सेम, तो दोनों वैसल्स दे विच मिल्क सेम हो जाऊगा। मतलब ए चो बी च पाना, तो यदा मतलब ए ऑलरेडी उपर है, ए दे विचों 10 लीटर कढ़िया तो बी च पाता, तो बराबर हो गए। तो यदा मतलब ओरिजिनली कित्थे ने 20 के डिफरेंस ते ने, तो बच्चे ओरिजिनली कित्थे ने, ए च 20 लीटर ज़्यादा है।
A ਦੇ ਵਿੱਚ B ਦੇ ਵਿੱਚ ਕਿੰਨਾ ਦੁੱਧ ਹੈ, ਇਹ ਦੁੱਧ ਦੇ ਭਰੇ ਹੋਏ ਨੇ। ਉਹ ਕਹਿੰਦੇ ਜੇ A ਚੋਂ 10 ਲੀਟਰ ਕੱਢੀਏ ਤਾਂ A 10 ਥੱਲੇ ਆ ਜਾਊਗਾ ਨਾ ਬੱਚੇ, A 10 ਥੱਲੇ ਆ ਗਿਆ, ਉਹ B ਚ ਪਾ ਦਈਏ ਤਾਂ B 10 ਉੱਪਰ ਚਲ ਗਿਆ ਤਾਂ ਬਰਾਬਰ ਹੋ ਜਾਣਗੇ। ਕਹਿਣ ਦਾ ਮਤਲਬ A ਤੇ B ਚ ਕਿੰਨਾ ਡਿਫਰੈਂਸ ਹੈ, 20 ਲੀਟਰ ਦਾ ਡਿਫਰੈਂਸ ਹੈ। ਤਾਂ ਬੱਚੇ A ਤੇ B ਦੇ ਵਿੱਚ 20 ਦਾ ਡਿਫਰੈਂਸ ਹੈ। ਮੈਂ A - B = 20 ਵੀ ਲਿਖ ਦੇਣਾ। ਚਲੋ ਫਿਰ ਉਹ ਕਹਿੰਦਾ ਇਫ 20 ਲੀਟਰ ਆਫ ਮਿਲਕ ਇਜ਼ ਪੋਰਡ ਫਰੋਮ B ਟੂ A, ਜੇ B ਚੋਂ 20 ਲੀਟਰ ਕੱਢ ਕੇ A ਚ ਪਾਈਏ, ਮਤਲਬ B ਦੇ 20 ਘਟ ਜਾਣ, A ਦੇ 20 ਵੱਧ ਜਾਣ, ਦੈਨ ਦਾ ਮਿਲਕ ਇਨ A ਇਜ਼ ਡਬਲ ਆਫ ਦਾ ਮਿਲਕ ਇਨ B, ਤਾਂ A ਦਾ ਮਿਲਕ B ਤੋਂ ਡਬਲ ਹੋ ਜਾਊਗਾ। ਤਾਂ ਬੱਚੇ ਡਬਲ ਕਦੋਂ ਹੋਊਗਾ, A ਦਾ ਮਿਲਕ B ਤੋਂ ਡਬਲ ਕਦੋਂ ਹੋਊਗਾ, ਜਦੋਂ B ਆਲਰੇਡੀ A ਤੋਂ ਥੱਲੇ ਆ। B ਹੈ ਜਿਹੜਾ ਆਲਰੇਡੀ A ਤੋਂ 20 ਥੱਲੇ ਹੈ। ਜੇ ਚੋਂ 20 ਲੀਟਰ ਹੋਰ A ਚ ਪਾ ਦਈਏ ਤਾਂ ਇਹ 20 ਹੋਰ ਥੱਲੇ ਚਲ ਗਿਆ, ਉਹ 20 ਲੀਟਰ A ਚ ਪੈ ਜੂ, ਇਹ 20 ਉੱਪਰ ਚਲ ਜੂਗਾ। ਤਾਂ ਆਲਰੇਡੀ 20 ਦਾ ਡਿਫਰੈਂਸ ਹੈ, ਇਹ 20 ਹੋਰ ਥੱਲੇ ਚਲ ਜੂਗਾ, ਉਹ 20 ਹੋਰ ਉੱਪਰ ਚਲ ਜੂਗਾ, ਤਾਂ 60 ਲੀਟਰ ਆ ਗਿਆ ਬੱਚੇ। ਤਾਂ ਰੇਸ਼ੀਓ ਚੋਂ 60 ਲੀਟਰ ਵੱਧ ਜੂਗਾ, ਐਕਚੁਅਲ ਚੋਂ 60 ਲੀਟਰ ਵੱਧ ਜੂ। ਰੇਸ਼ੀਓ ਚ ਕਿੰਨਾ ਜ਼ਿਆਦਾ, 1 ਯੂਨਿਟ, 1 ਦੀ ਵੈਲਿਊ 60 ਲੀਟਰ। ਤਾਂ ਫਾਈਂਡ ਦਾ ਇਨੀਸ਼ੀਅਲ ਕੁਆਂਟੀਟੀ ਆਫ ਮਿਲਕ ਇਨ ਵੈਸਲ A, ਤਾਂ A ਦਾ ਮਿਲਕ, ਤਾਂ 2 ਦੀ ਵੈਲਿਊ 120 ਲੀਟਰ, 2 ਦੀ ਵੈਲਿਊ ਜੇ 120 ਲੀਟਰ ਹੈ, ਇਹ 2 ਕਦੋਂ ਆਇਆ 120 ਲੀਟਰ, ਜਦੋਂ ਇਧਰੋਂ 20 ਲੀਟਰ ਇਹ ਚ ਪਾਇਆ ਹੋਇਆ, ਤਾਂ ਇਹਦੀ ਐਕਚੁਅਲ ਕੁਆਂਟੀਟੀ ਕਿੰਨੀ ਹੋ ਜੂ, 20 ਮਾਈਨਸ ਕਰੋ 120 ਚੋਂ 20 ਕੱਢੇ, 100 ਲੀਟਰ ਬੱਚੇ ਤੁਹਾਡਾ ਆਨਸਰ ਆ ਗਿਆ। ਮਤਲਬ ਉਹ ਚ 80 ਲੀਟਰ ਹੋਣਾ, ਤਾਂ ਇਹ ਆਪਸ਼ਨ ਆ ਗਿਆ 100 ਲੀਟਰ। ਮੈਨੂੰ ਲੱਗਦਾ ਵੀ ਕੁਝ ਬੱਚਿਆਂ ਨੂੰ ਇਹ ਨਹੀਂ ਸਮਝ ਲੱਗਿਆ ਹੋਣਾ, ਕਿਉਂਕਿ ਮੈਂ ਥੋੜਾ ਜਿਹਾ ਕਾਹਲੀ ਚ ਸਮਝਾ ਗਿਆ। ਕਾਹਲੀ ਚ ਨਹੀਂ ਸਮਝਾਇਆ, ਘੱਟ ਲਿਖ ਕੇ ਸਮਝਾਇਆ, ਘੱਟ ਵੀ ਲਿਖਿਆ ਤੇ ਡਾਇਗਰਾਮਾਂ ਵੀ ਪ੍ਰੋਪਰ ਨਹੀਂ ਬਣਾਈਆਂ, ਆਪਦੇ ਵੱਲੋਂ ਹੀ ਹੱਥ ਪੱਲਾ ਜਾਂ ਮਾਰ ਕੇ ਜਿਵੇਂ ਆਪਾਂ ਪੇਪਰ 'ਚ ਬਣਾ ਲੈਂਦੇ ਆ ਕਾਲੀ ਜਿਹੇ 'ਚ, ਉਵੇਂ ਜੇ ਬਣਾਤੀਆਂ। ਮੈਂ ਥੋੜਾ ਜਿਹਾ ਐਕਸਪਲੇਨ ਕਰਦਾ ਇਸ ਕੁਐਸਚਨ ਨੂੰ, ਰਿਪੀਟ ਹੀ ਕਰ ਦਿੰਦਾ ਮੈਂ ਸਾਰੇ ਦਾ ਸਾਰਾ ਕੁਐਸਚਨ। ਐਗਜ਼ਾਮੀਨਰ ਕਹਿੰਦਾ 2 ਵੈਸਲ ਨੇ A ਤੇ B ਦੁੱਧ ਦੇ ਭਰੇ ਹੋਏ। ਉਹ ਕਹਿੰਦੇ ਇਫ 10 ਲੀਟਰਸ ਆਫ ਮਿਲਕ ਇਜ਼ ਪੋਰਡ ਫਰੋਮ A ਟੂ B, ਜੇ A ਚੋਂ 10 ਲੀਟਰ B ਚ ਪਾਈਏ, ਦੈਨ ਦਾ ਮਿਲਕ ਇਨ ਬੋਥ ਦਾ ਵੈਸਲਸ ਇਜ਼ ਸੇਮ, ਤਾਂ ਦੋਨਾਂ ਵੈਸਲਸ ਦੇ ਵਿੱਚ ਮਿਲਕ ਸੇਮ ਹੋ ਜੂ। ਜਿਹੜੇ ਬੱਚਿਆਂ ਨੂੰ ਕੁਐਸਚਨ ਪਹਿਲੀ ਵਾਰ ਚ ਨਹੀਂ ਸਮਝ ਲੱਗਿਆ ਉਹਨਾਂ ਲਈ ਮੈਂ ਰਿਪੀਟ ਕਰ ਰਿਹਾ, ਫਿਰ ਇਸ ਤੋਂ ਅਗਲਾ ਕੁਐਸਚਨ ਮਿਲਦਾ ਜੁਲਦਾ ਉਹ ਤੁਸੀਂ ਸਾਰੇ ਕਰੋਗੇ। A ਤੇ B ਚ ਦੁੱਧ ਭਰਿਆ ਹੋਇਆ, A ਚੋਂ 10 ਲੀਟਰ ਕੱਢਿਆ B ਚ ਪਾਇਆ, ਮਤਲਬ A 10 ਥੱਲੇ ਆ ਗਿਆ ਤੇ ਉਹ B ਚ ਪੈ ਗਿਆ, B 10 ਉੱਪਰ ਚਲ ਗਿਆ, ਫਿਰ ਉਹ ਬਰਾਬਰ ਹੋ ਰਹੇ ਨੇ। ਤਾਂ ਬਰਾਬਰ ਕਦੋਂ ਹੋ ਰਹੇ ਨੇ, ਜਦੋਂ A ਨੂੰ 10 ਥੱਲੇ ਕੀਤਾ ਤੇ B ਨੂੰ 10 ਉੱਪਰ ਕੀਤਾ। ਤਾਂ A ਅਸਲ 'ਚ 10 ਉੱਪਰ ਹੈ, B 10 ਥੱਲੇ ਹੈ, ਤਾਂ ਇਹਦਾ ਮਤਲਬ 20 ਲੀਟਰ ਦਾ ਡਿਫਰੈਂਸ ਹੈ ਓਰੀਜਨਲ ਦੇ ਵਿੱਚ। ਓਰੀਜਨਲ ਦੇ ਵਿੱਚ ਕੀ ਹੈ, 20 ਲੀਟਰ ਦਾ ਡਿਫਰੈਂਸ ਹੈ। ਮੈਂ ਡਾਇਗਰਾਮ ਥੋੜੀ ਜਿਹੀ ਸੋਹਣੀ ਬਣਾਉਣ ਦੀ ਕੋਸ਼ਿਸ਼ ਕਰੂੰ ਕਿ ਸਾਰਿਆਂ ਨੂੰ ਸਮਝ ਆ ਜੇ, ਡਾਇਗਰਾਮ ਦੇ ਨਾਲ ਹੀ ਸਮਝ ਆ ਜੇ, ਫਿਰ ਪੇਪਰ 'ਚ ਤੁਸੀਂ ਮਾਰੀ ਜਾਓ ਮੱਥਾ ਜਿਵੇਂ ਮਾਰਨਾ। ਆਹ A ਹੈ, ਆਹ B ਹੈ, ਧਿਆਨ ਨਾਲ ਦੇਖਿਓ। ਉਹ ਕਹਿੰਦੇ A ਦੇ ਵਿੱਚੋਂ 10 ਲੀਟਰ ਕੱਢਿਆ ਤੇ B ਚ ਪਾਤਾ, ਮਤਲਬ A 10 ਥੱਲੇ ਆ ਗਿਆ, B 10 ਉੱਪਰ ਚਲ ਗਿਆ, ਤਾਂ ਉਹ ਬਰਾਬਰ ਹੋ ਗਏ। ਤਾਂ ਬੱਚੇ ਬਰਾਬਰ ਕਦੋਂ ਹੋ ਰਹੇ ਨੇ, ਬਰਾਬਰ ਹੋ ਰਹੇ ਨੇ ਜਦੋਂ A ਨੂੰ 10 ਥੱਲੇ B ਨੂੰ 10 ਉੱਪਰ ਕੀਤਾ, ਤਾਂ ਓਰੀਜਨਲ ਦੇ ਵਿੱਚ 20 ਦਾ ਡਿਫਰੈਂਸ ਹੈ। ਇਸੇ ਕਰਕੇ ਮੈਂ ਲਿਖ ਲਿਆ A - B = 20। ਇਸੇ ਕਰਕੇ ਮੈਂ ਲਿਖ ਲਿਆ ਕਿ ਇਹਨਾਂ 'ਚ 20 ਦਾ ਡਿਫਰੈਂਸ ਹੈ। ਤਾਂ ਫਿਰ ਉਹ ਕਹਿੰਦੇ ਇਫ, ਅਗਲੀ ਸਿਚੁਏਸ਼ਨ, ਇਫ 20 ਲੀਟਰਸ ਆਫ ਮਿਲਕ ਇਜ਼ ਪੋਰਡ ਫਰੋਮ B ਟੂ A, ਜੇ B ਦੇ ਵਿੱਚੋਂ 20 ਲੀਟਰ A 'ਚ ਪਾਈਏ, ਮਤਲਬ B ਨੂੰ ਆਪਾਂ, ਹੁਣ ਮੈਂ ਰੈੱਡ ਮਾਰਕਰ ਰੱਬ ਹੀ ਕਰ ਦਿੰਦਾ, ਹੁਣ 10 ਲੀਟਰ ਵਾਲਾ ਕੇਸ ਮਾਈਨਸ ਹੀ ਕਰਤਾ, ਹੁਣ ਮੈਂ ਸਿੱਧਾ ਲਿਖਦਾ ਕਿ ਇੱਥੇ 20 ਦਾ ਡਿਫਰੈਂਸ ਹੈ, ਆ 20 ਦਾ ਡਿਫਰੈਂਸ ਹੈ। ਇਹ ਮੈਂ ਲਿਖਤਾ, ਉਹ A - B ਵੀ ਲਿਖਣ ਦੀ ਲੋੜ ਨਹੀਂ ਹੈਗੀ। ਐਗਜ਼ਾਮੀਨਰ ਅਗਲੀ ਸਿਚੁਏਸ਼ਨ 'ਚ ਕਹਿੰਦਾ ਜੇ 20 ਲੀਟਰ B ਚੋਂ A 'ਚ ਪਾਈਏ, ਤਾਂ B ਤਾਂ 20 ਹੋਰ ਥੱਲੇ ਚਲ ਗਿਆ, B ਤਾਂ ਇੱਥੇ ਪਹੁੰਚ ਗਿਆ, A 20 ਉੱਪਰ ਚਲ ਜੂਗਾ, A ਇੱਥੇ ਪਹੁੰਚ ਜੂਗਾ। ਐਗਜ਼ਾਮੀਨਰ ਕਹਿੰਦਾ ਇਫ 20 ਲੀਟਰ ਆਫ ਮਿਲਕ ਇਜ਼ ਪੋਰਡ ਫਰੋਮ B ਟੂ A, ਦੈਨ ਦਾ ਮਿਲਕ ਇਨ A ਇਜ਼ ਡਬਲ ਆਫ ਦਾ ਮਿਲਕ ਇਨ B, ਤਾਂ A ਦਾ ਮਿਲਕ B ਤੋਂ ਡਬਲ ਹੋ ਜੂਗਾ। A ਦਾ ਮਿਲਕ B ਤੋਂ ਡਬਲ ਮਤਲਬ 2:1, 2:1 ਕਦੋਂ ਹੋਊਗਾ, ਜਦੋਂ ਆਹ ਸਿਚੁਏਸ਼ਨ ਬਣ ਜੂ, B ਇੱਥੇ ਪਹੁੰਚ ਜੂ, A ਇੱਥੇ ਪਹੁੰਚ ਜੂ। ਤਾਂ ਬੱਚੇ ਉਦੋਂ A ਤੇ B 'ਚ ਕਿੰਨਾ ਡਿਫਰੈਂਸ ਹੈ, 20 20 20, ਤਾਂ 60 ਦਾ ਡਿਫਰੈਂਸ ਹੈ। ਤਾਂ ਰੇਸ਼ੀਓ 'ਚ ਕਿੰਨਾ ਡਿਫਰੈਂਸ ਹੈ, 1 ਯੂਨਿਟ। 1 ਯੂਨਿਟ ਦੀ ਵੈਲਿਊ ਕੀ ਹੈ, 60 ਲੀਟਰ।
ਤਾਂ ਆਪਾਂ A ਦਾ ਫਾਈਂਡ ਕਰਨਾ, ਤਾਂ 2 ਦੀ ਵੈਲਿਊ 120 ਲੀਟਰ। A ਦੀ ਕੁਆਂਟੀਟੀ 120 ਲੀਟਰ ਕਦੋਂ ਆਈ, ਜਦੋਂ ਉਹਦੇ ਕੋਲ 20 ਐਕਸਟਰਾ ਹੈ। ਤਾਂ A ਦੀ ਐਕਚੁਅਲ ਕੁਆਂਟੀਟੀ ਕਿੰਨੀ ਹੋ ਜੂ, 120 ਦੇ ਵਿੱਚੋਂ 20 ਮਾਈਨਸ ਕਰੋ 100 ਲੀਟਰ A ਦੀ ਐਕਚੁਅਲ ਕੁਆਂਟੀਟੀ ਹੈ ਬੱਚੇ। ਸੋ ਇਸ ਕੁਐਸਚਨ ਦਾ ਆਨਸਰ ਫਸਟ ਆਪਸ਼ਨ 100 ਲੀਟਰ। ਸਮਝ ਆ ਗਿਆ। ਜੇ B ਫਾਈਂਡ ਕਰਨਾ ਹੁੰਦਾ ਤਾਂ 1 ਦੀ ਵੈਲਿਊ 60 ਲੀਟਰ ਹੈ, 1 ਯੂਨਿਟ 60 ਹੈ ਤਾਂ 1 ਦੀ ਵੈਲਿਊ 60, ਪਰ ਉਹ ਕਦੋਂ, ਜਦੋਂ 20 ਘੱਟ ਹੈ ਤਾਂ ਐਕਚੁਅਲ 'ਚ 20 ਜ਼ਿਆਦਾ 80 ਲੀਟਰ ਆ ਜਾਊਗਾ। ਤਾਂ B 80 ਆ ਜਾਂਦਾ, A 100 ਲੀਟਰ ਆਨਸਰ ਹੈ ਬੱਚੇ ਆਪਣਾ ਇਸ ਕੁਐਸਚਨ ਦਾ। ਇਹਦੇ ਨਾਲ ਦਾ ਕੁਐਸਚਨ ਮੈਂ ਆ ਲੈ ਕੇ ਆਇਆ, ਤੇ ਹਲੇ ਕੁਐਸਚਨ ਹੈਗੇ, ਕਾਫੀ ਕੁਐਸਚਨ ਨੇ ਬੱਚੇ ਆਪਣੀ ਕਲਾਸ ਦੇ ਅੱਜ ਦੇ। ਅ ਜਾਰ ਕੰਟੇਨਸ ਅ ਮਿਕਸਚਰ ਆਫ 2 ਲਿਕੁਇਡਸ A ਐਂਡ B ਇਨ ਦਾ ਰੇਸ਼ੀਓ 4:1। ਐਗਜ਼ਾਮੀਨਰ ਕਹਿੰਦਾ ਇੱਕ ਭਾਂਡੇ ਦੇ ਵਿੱਚ A ਤੇ B ਮਿਕਸਚਰ ਨੇ, A ਤੇ B ਲਿਕੁਇਡ ਨੇ 4:1 ਦੇ ਵਿੱਚ। ਉਹ ਕਹਿੰਦਾ when 10 ਲੀਟਰਸ ਆਫ ਦਾ ਮਿਕਸਚਰ ਇਜ਼ ਟੇਕਨ ਆਊਟ, ਜਦੋਂ ਉਹਦੇ ਵਿੱਚੋਂ 10 ਲੀਟਰ ਬਾਹਰ ਕੱਢਿਆ, ਐਂਡ 10 ਲੀਟਰਸ ਆਫ B ਇਜ਼ ਪੋਰਡ ਇਨਟੂ ਦਾ ਜਾਰ, ਦਾ ਰੇਸ਼ੀਓ ਬਿਕਮਸ 2:3। ਉਹ ਕਹਿੰਦੇ ਓਰੀਜਨਲੀ ਜਾਰ ਦੇ ਵਿੱਚ A ਤੇ B ਲਿਕੁਇਡ 4:1 ਦੇ ਵਿੱਚ ਨੇ, ਸਾਨੂੰ ਨਹੀਂ ਪਤਾ ਜਾਰ ਦੀ ਕੁਆਂਟੀਟੀ ਕਿੰਨੀ ਹੈ, ਉਹਦੇ ਵਿੱਚ A ਤੇ B 4:1 ਦੇ ਵਿੱਚ ਨੇ। ਉਹਦੇ ਵਿੱਚੋਂ ਕਹਿੰਦਾ ਜੇ 10 ਲੀਟਰ ਕੱਢੀਏ ਤੇ ਜਿਹੜਾ 10 ਲੀਟਰ ਖਾਲੀ ਹੋਇਆ ਉਹ ਸਾਰੇ ਦਾ ਸਾਰਾ ਇਜ਼ ਫਿਲਡ ਬਾਈ B ਐਂਡ 10 ਲੀਟਰਸ ਆਫ ਲਿਕੁਇਡ B ਇਜ਼ ਪੋਰਡ ਇਨਟੂ ਦਾ ਜਾਰ। ਤਾਂ ਜਿਹੜਾ 10 ਲੀਟਰ ਖਾਲੀ ਹੋਇਆ ਸਾਰੇ ਦਾ ਸਾਰਾ B ਪਾ ਦਈਏ ਤਾਂ ਰੇਸ਼ੀਓ ਚੇਂਜ ਹੋ ਗਈ, 2:3 ਬਣ ਗਈ। ਉਹ ਕਹਿੰਦੇ ਹਾਊ ਮੈਨੀ ਲੀਟਰਸ ਆਫ ਲਿਕੁਇਡ A ਵਾਜ਼ ਕੰਟੇਨਡ ਇਨ ਦਾ ਜਾਰ, ਤਾਂ ਜਾਰ ਦੇ ਵਿੱਚ ਇਨੀਸ਼ੀਅਲੀ A ਲਿਕੁਇਡ ਕਿੰਨਾ ਸੀਗਾ। ਤਾਂ ਬੱਚੇ ਇਸ ਕੁਐਸਚਨ ਨੂੰ ਕਈ ਥਾਵਾਂ ਤੇ ਕੁਆਂਟੀਟੀ ਕਢਾ ਕੇ ਪੜ੍ਹਾ ਦਿੰਦੇ ਨੇ ਕਿ ਭਾਈ A ਤੇ B 4:1 ਦੇ ਵਿੱਚ ਨੇ, ਪੂਰੇ ਜਾਰ ਦੇ ਵਿੱਚ A ਤੇ B 4:1 ਦੇ ਵਿੱਚ ਨੇ। ਉਹਦੇ ਵਿੱਚੋਂ 10 ਲੀਟਰ ਕੱਢਿਆ ਤਾਂ ਉਹ 4x ਤੇ 1x ਬਣਾ ਦਿੰਦੇ ਨੇ। ਕਈ ਥਾਵਾਂ ਤੇ ਪੜਾਉਣ ਦਾ ਤਰੀਕਾ ਕੀ ਹੈ ਮੈਂ ਉਹ ਵੀ ਬੋਲ ਕੇ ਸਮਝਾ ਦਿੰਦਾ। ਉਹ ਕਹਿਣਗੇ A ਤੇ B 4x ਤੇ 1x ਹੈ। ਹੁਣ ਜੇ ਆਪਾਂ 10 ਲੀਟਰ ਕੱਢਿਆ ਤਾਂ ਉਹ 10 ਲੀਟਰ 4:1 'ਚ ਨਿਕਲੂਗਾ, ਤਾਂ 8 ਲੀਟਰ ਤੇ 2 ਲੀਟਰ ਹੋ ਗਿਆ। ਤਾਂ A ਕਿੰਨਾ ਰਹਿ ਗਿਆ, 4x - 8, B ਕਿੰਨਾ ਰਹਿ ਗਿਆ, x - 2। ਪਰ ਉਹ ਕਹਿੰਦੇ 10 ਲੀਟਰ B ਪਾਤਾ, ਤਾਂ ਜਿਹੜਾ ਇਹ x - 2 ਰਹਿ ਗਿਆ ਸੀ, 10 ਐਡ ਕਰਕੇ x + 8 ਹੋ ਗਿਆ। x - 2 + 10 ਕੀਤਾ ਤਾਂ x + 8 ਹੋ ਗਿਆ। ਇਹ 4x - 8, ਇਹ x + 8। ਉਹ ਕਹਿੰਦੇ 2:3 'ਚ ਹੈ, ਤਾਂ ਉਹਦੇ ਥੱਲੇ 2 ਉਹਦੇ ਥੱਲੇ 3 ਲਾ ਕੇ ਇਕੁਅਲ ਪੁੱਟ ਕਰਦੇ x ਦੀ ਵੈਲਿਊ ਜੀ ਕੱਢਣ ਲੱਗ ਜਾਂਦੇ, ਫਿਰ 4x ਆਨਸਰ ਆ ਜਾਂਦਾ। ਜਮੀ ਇਹੋ ਜਿਹਾ ਕੁਝ ਕਰਨ ਦੀ ਲੋੜ ਨਹੀਂ। ਇਨੀਸ਼ੀਅਲੀ A ਤੇ B 4:1 ਦੇ ਵਿੱਚ ਹੈ, ਫਿਰ ਇਹ ਚੋਂ 10 ਲੀਟਰ ਕੱਢਿਆ, ਇਹ ਟੋਟਲ ਹੈ, ਇਹਦੇ ਵਿੱਚੋਂ 10 ਲੀਟਰ ਕੱਢਿਆ ਤੇ 10 ਦਾ 10 ਲੀਟਰ B ਐਡ ਕਰਤਾ, ਤਾਂ ਰੇਸ਼ੀਓ ਕੀ ਬਣ ਗਈ ਬੱਚੇ ਤੁਹਾਡੀ 2:3। ਧਿਆਨ ਨਾਲ ਦੇਖੋ ਰੇਸ਼ੀਓ ਕੀ ਬਣ ਗਈ 2:3। ਆਹ ਰੇਸ਼ੀਓ ਤੋਂ ਆਹ ਰੇਸ਼ੀਓ ਕਦੋਂ ਬਣੀ, ਜਦੋਂ ਟੋਟਲ ਚੋਂ 10 ਲੀਟਰ ਮਿਕਸਚਰ ਕੱਢਿਆ ਤੇ ਕੱਲਾ B ਐਡ ਕਰਤਾ। ਤਾਂ ਬੱਚੇ ਜਿੰਨਾ ਮਿਕਸਚਰ ਕੱਢਿਆ ਉਨਾ ਹੀ ਵਾਪਸ ਐਡ ਹੋ ਗਿਆ, 10 ਲੀਟਰ ਕੱਢਿਆ 10 ਹੀ ਲੀਟਰ ਐਡ ਹੋ ਗਿਆ। ਤਾਂ ਟੋਟਲ ਤੇ ਤਾਂ ਕੋਈ ਫਰਕ ਨਹੀਂ ਪਿਆ, ਟੋਟਲ ਤਾਂ ਜੇ 10 ਥੱਲੇ ਆਇਆ ਵਾਪਸ 10 ਉੱਪਰ ਭੇਜਤਾ। ਜਦੋਂ ਟੋਟਲ ਸੇਮ ਹੈ ਤਾਂ ਰੇਸ਼ੀਓ 'ਚ ਵੀ ਟੋਟਲ ਸੇਮ ਹੋਣਾ ਚਾਹੀਦਾ। ਜੇ ਐਕਚੁਅਲ ਟੋਟਲ ਸੇਮ ਆ ਤਾਂ ਰੇਸ਼ੀਓ 'ਚ ਵੀ ਟੋਟਲ ਸੇਮ ਹੋਣਾ ਚਾਹੀਦਾ। ਬੱਚੇ ਰੇਸ਼ੀਓ 'ਚ ਟੋਟਲ ਕਿੰਨਾ, 4 ਤੇ 1 ਦਾ 5, 2 ਤੇ 3 ਦਾ 5। ਰੇਸ਼ੀਓ 'ਚ ਬਾਏ ਚਾਂਸ ਸਾਡਾ ਟੋਟਲ ਆਲਰੇਡੀ ਸੇਮ ਹੈ, ਫਿਰ ਅਸੀਂ ਕੀ ਕਰਾਂਗੇ ਬੱਚੇ, ਅਸੀਂ ਵਾਪਸ ਕਿਹਨੂੰ ਐਡ ਕੀਤਾ, B ਨੂੰ ਐਡ ਕੀਤਾ ਨਾ। ਜਦੋਂ ਕੱਢਿਆ ਬਾਹਰ ਉਹ ਤਾਂ ਮਿਕਸਚਰ ਕੱਢਿਆ, ਦੋਨੇ ਨਿਕਲਣਗੇ A ਤੇ B, ਪਰ ਵਾਪਸ B ਐਡ ਕਰਤਾ। ਸੋ ਇਸ ਕਰਕੇ ਅਸੀਂ B ਨਹੀਂ ਦੇਖਣਾ, ਅਸੀਂ A ਦੇਖਾਂਗੇ। A ਕਿੰਨਾ ਸੀ, ਕਿੰਨਾ ਰਹਿ ਗਿਆ, 4 ਸੀ, 2 ਰਹਿ ਗਿਆ, ਯਾਨੀ ਕਿ 2 ਨਿਕਲਿਆ ਆਊਟ ਆਫ ਇਨੀਸ਼ੀਅਲੀ 4। ਤਾਂ ਬੱਚੇ A ਕਿੰਨਾ ਨਿਕਲਿਆ, 2 ਨਿਕਲਿਆ 4 ਦੇ ਵਿੱਚੋਂ, ਯਾਨੀ ਕਿ 1/2। ਤਾਂ A 1/2 ਨਿਕਲਿਆ। ਜੇ A 1/2 ਨਿਕਲਿਆ, 4 ਦੀ ਥਾਂ ਤੇ 2 ਰਹਿ ਗਿਆ, ਯਾਨੀ ਕਿ 2 ਨਿਕਲ ਗਿਆ 4 ਚੋਂ, ਤਾਂ 2 ਨਿਕਲ ਗਿਆ 4 ਚੋਂ, ਮਤਲਬ 1/2 ਨਿਕਲ ਗਿਆ। ਤਾਂ ਟੋਟਲ ਵੀ 1/2 ਹੀ ਨਿਕਲਿਆ ਹੋਊਗਾ। ਟੋਟਲ ਵੀ 1/2 ਨਿਕਲਿਆ ਹੋਊਗਾ ਤੇ ਉਹ 1/2 ਕਹਿੰਦੇ 10 ਲੀਟਰ ਨਿਕਲਿਆ। ਤਾਂ ਬੱਚੇ 1/2 ਦੀ ਵੈਲਿਊ 10 ਲੀਟਰ, ਤਾਂ ਪੂਰਾ 20 ਲੀਟਰ ਆ ਗਿਆ। ਪੂਰਾ 1 ਯੂਨਿਟ 20 ਲੀਟਰ, ਮਤਲਬ ਟੋਟਲ 20 ਲੀਟਰ ਆ ਗਿਆ। ਪਰ ਉਹਦੇ ਵਿੱਚ A ਤੇ B 4:1 ਦੇ ਵਿੱਚ ਹੈ, ਤਾਂ 20 ਲੀਟਰ ਨੂੰ ਜੇ ਆਪਾਂ 4:1 'ਚ ਵੰਡਾਂਗੇ ਤਾਂ 4 ਦੀ ਵੈਲਿਊ 16 ਲੀਟਰ ਆ ਜੂਗੀ। ਤਾਂ A ਫਾਈਂਡ ਕਰਨਾ ਸੀ, ਟੋਟਲ ਨਹੀਂ ਸੀ ਫਾਈਂਡ ਕਰਨਾ 20 ਲੀਟਰ, A ਫਾਈਂਡ ਕਰਨਾ ਸੀ। ਤਾਂ 16 ਲੀਟਰ ਬੱਚੇ ਆਪਣਾ ਆਨਸਰ ਆ ਗਿਆ ਇਸ ਕੁਐਸਚਨ ਦਾ। ਤਾਂ ਇਹ ਬੱਚੇ ਮੈਂ ਆਪਣੇ ਵੱਲੋਂ ਕੁਐਸਚਨ ਲੈ ਕੇ ਆਇਆ। ਇਸ ਤੋਂ ਬਾਅਦ ਆਪਣਾ ਮਿਕਸਚਰ ਐਲੀਗੇਸ਼ਨ ਦਾ ਕੁਐਸਚਨ ਆ। ਦੇਖੀਏ ਕਿੰਨੇ ਕੁ ਕੁਐਸਚਨ ਰਹਿ ਗਏ ਅੱਜ ਦੀ ਕਲਾਸ ਦੇ। 4 ਕੁਐਸਚਨ ਪਏ ਨੇ, 4 ਕੁਐਸਚਨ ਮਤਲਬ 2 ਤਰ੍ਹਾਂ ਦੇ 2-2 ਕੁਐਸਚਨ ਪਏ ਨੇ। ਹਾਂਜੀ ਬੱਚੇ, ਕੁਐਸਚਨ ਹੈ ਆ ਮਿਕਸਚਰ ਐਲੀਗੇਸ਼ਨ ਦਾ ਜਿਹੜਾ ਕੁਐਸਚਨ ਹੈ, ਇਹ ਵੀ ਆਪਾਂ ਇੱਕ ਸੈਸ਼ਨ ਲਾ ਚੁੱਕੇ ਆਂਗੇ।
ਆਪਣੇ PYQ ਦਾ ਜਿਹੜਾ ਦੁਪਹਿਰੇ 2 ਵਜੇ ਸੈਸ਼ਨ ਚੱਲਦਾ ਹੈ, ਇਹਦੇ ਵਿੱਚ ਆਪਾਂ ਇੱਕ ਸੈਸ਼ਨ ਦੇ ਵਿੱਚ LCM HCF ਵਾਲੇ ਕੁਐਸਚਨਸ ਕਰ ਚੁੱਕੇ ਹਾਂ, ਮੇਰੇ ਖਿਆਲ 'ਚ 2 ਸੈਸ਼ਨਾਂ 'ਚ ਕਰ ਚੁੱਕੇ ਹਾਂ, ਤਾਂ ਇਹ ਪੇਪਰ 'ਚ ਵੀ ਆਇਆ ਹੋਇਆ। There are 6 bells in a temple which commence tolling together and toll at an interval of 2, 4, 6, 8, 10 and 12 seconds। ਐਗਜ਼ਾਮੀਨਰ ਕਹਿੰਦਾ ਕਿਸੇ ਟੈਂਪਲ ਦੇ ਵਿੱਚ, ਕਿਸੇ ਮੰਦਿਰ 'ਚ 6 ਘੰਟੀਆਂ ਲੱਗੀਆਂ ਹੋਈਆਂ ਨੇ, ਉਹ 6 ਦੀਆਂ 6 ਘੰਟੀਆਂ ਇਕੱਠੀਆਂ ਵੱਜਣੀਆਂ ਸ਼ੁਰੂ ਕਰਦੀਆਂ ਨੇ, ਤੇ ਕਦੋਂ ਵੱਜਦੀਆਂ ਨੇ? ਟੋਲ ਐਟ ਐਨ ਇੰਟਰਵਲ ਆਫ 2, 4, 6, 8 ਐਂਡ 12 ਸੈਕਿੰਡਸ। ਪਹਿਲੀ 2-2 ਸਕਿੰਟ ਬਾਅਦ, ਦੂਜੀ 4-4 ਸਕਿੰਟ ਬਾਅਦ, ਤੀਜੀ 6, ਚੌਥੀ 8, ਪੰਜਵੀਂ 10, ਛੇਵੀਂ 12 ਸਕਿੰਟਾਂ ਬਾਅਦ ਵੱਜਦੀ ਹੈ। ਉਹ ਕਹਿੰਦੇ ਇਨ 1 ਆਵਰ, 1 ਘੰਟੇ ਦੇ ਵਿੱਚ ਹਾਊ ਮੈਨੀ ਟਾਈਮਸ ਡੂ ਦੇ ਰਿੰਗ ਟੂਗੇਦਰ। ਆਪਾਂ ਕੁਐਸਚਨ ਕਰਦੇ ਹੁੰਦੇ ਸੀ ਕਿ ਭਾਈ ਜੇ ਉਹ ਦੁਪਹਿਰੇ 2 ਵਜੇ ਇਕੱਠੀਆਂ ਵੱਜੀਆਂ, ਫਿਰ ਇਸ ਤੋਂ ਬਾਅਦ ਕਦੋਂ ਇਕੱਠੀਆਂ ਵੱਜਣਗੀਆਂ? ਉਹ LCM ਕੱਢ ਲੈਂਦੇ ਸੀ ਤੇ 2 ਵਜੇ 'ਚ ਐਡ ਕਰ ਦਿੰਦੇ ਸੀ। ਹੁਣ ਕਹਿੰਦੇ ਇੱਕ ਪੂਰੇ 60 ਮਿੰਟਾਂ 'ਚ, 1 ਘੰਟੇ 'ਚ, ਯਾਨੀ ਕਿ ਪੂਰੇ 60 ਮਿੰਟਾਂ 'ਚ ਕਿੰਨੀ ਵਾਰ ਇਕੱਠੀਆਂ ਵੱਜਣਗੀਆਂ। ਤਾਂ ਬੱਚੇ ਦੇਖੋ, ਆਪਾਂ ਇਹ ਦੇਖਣਾ ਕਿ ਉਹ ਕਿੰਨੇ ਸਕਿੰਟ ਬਾਅਦ ਦੁਬਾਰਾ ਇਕੱਠੀਆਂ ਵੱਜਣਗੀਆਂ, ਤਾਂ ਉਹਦੇ ਲਈ ਆਪਾਂ LCM ਕੱਢਣਾ। 2, 4, 6, 8, 10, 12 ਦਾ LCM ਕੱਢਣ ਲਈ ਹੋਰ ਕੁਛ ਨਾ ਕਰੋ। 2 ਤੇ 4 ਦਾ LCM 4, 4 ਤੇ 8 ਦਾ LCM 8, 6 ਤੇ 12 ਦਾ LCM 12, 8 ਤੇ 12 ਦਾ LCM 24, 24 ਤੇ 10 ਦਾ LCM 120। ਤਾਂ ਇਹਨਾਂ ਦਾ LCM ਆ ਗਿਆ 120। LCM ਆ ਗਿਆ 120 ਸਕਿੰਟ। 120 ਸਕਿੰਟ ਦਾ ਮਤਲਬ 2 ਮਿੰਟ ਬਾਅਦ ਇਕੱਠੀਆਂ ਵੱਜਦੀਆਂ ਨੇ। ਤਾਂ 1 ਘੰਟੇ ਯਾਨੀ ਕਿ 60 ਮਿੰਟਾਂ 'ਚ ਕਿੰਨੀ ਵਾਰ ਇਕੱਠੀਆਂ ਵੱਜਣਗੀਆਂ? 60 ਮਿੰਟਾਂ ਬਟੇ 2, 30 ਵਾਰੀ ਇਕੱਠੀਆਂ ਵੱਜਣਗੀਆਂ। ਪਰ ਹਾਂਜੀ, 60 ਮਿੰਟ ਬਟੇ 2 'ਚ 30 ਵਾਰੀ ਇਕੱਠੀਆਂ ਵੱਜਣਗੀਆਂ, ਪਰ ਜਦੋਂ ਸ਼ੁਰੂ ਹੋਈਆਂ ਉਹਨੂੰ ਵੀ ਜੋੜਨਾ ਹੈ। ਸੋ ਇਸ ਕਰਕੇ ਇਸ ਕੁਐਸਚਨ ਦਾ ਆਨਸਰ 30 + 1 ਆਊਗਾ 31 ਵਾਰੀ, 31 ਟਾਈਮਸ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਬੜੇ ਆਰਾਮ ਨਾਲ 30 ਆ ਗਿਆ ਸੀ, ਤੇ ਆਪਾਂ ਕਾਲਜ 'ਚ 30 ਮਾਰਕ ਕਰ ਦੇਣ ਲੱਗੇ ਸੀ, ਪਰ ਆਪਸ਼ਨਸ ਤੇ ਜਦੋਂ ਨਿਗਾਹ ਪਈ 30 ਦੇ ਨਾਲ 31 ਪੜਿਆ, ਉਦੋਂ ਪਤਾ ਲੱਗ ਗਿਆ ਕਿ ਉਹ ਇਕੱਠੀਆਂ ਵੱਜੀਆਂ ਜਦੋਂ ਵੀ, ਜਿਹੜੇ ਵੀ ਮੂਵਮੈਂਟ ਤੇ, ਜਦੋਂ ਆਪਾਂ ਘੰਟਾ ਗਿਣਨਾ ਸ਼ੁਰੂ ਕਰਨਾ, ਇਕੱਠੀਆਂ ਵੱਜੀਆਂ, ਫਿਰ 2, 4, 6, 8, 10, 12 ਸਕਿੰਟਾਂ ਦੇ ਇੰਟਰਵਲ ਤੇ ਵੱਜਦੀਆਂ ਗਈਆਂ, ਤਾਂ ਉਹਦਾ LCM ਕੱਢ ਕੇ ਆ ਗਿਆ ਕਿ 120 ਸਕਿੰਟਾਂ ਬਾਅਦ ਦੁਬਾਰਾ ਇਕੱਠੀਆਂ, ਯਾਨੀ ਕਿ 2 ਮਿੰਟਾਂ ਬਾਅਦ, ਫਿਰ 4 ਮਿੰਟਾਂ ਬਾਅਦ, 6 ਮਿੰਟਾਂ ਬਾਅਦ, 8 ਮਿੰਟਾਂ ਬਾਅਦ। ਤਾਂ 1 ਘੰਟੇ 'ਚ ਕਿੰਨੀ ਵਾਰ ਇਕੱਠੀਆਂ ਵੱਜਣਗੀਆਂ? ਮਤਲਬ 60 ਮਿੰਟਾਂ 'ਚ, 60 ਮਿੰਟਾਂ 'ਚ 2 ਦੇ ਹਿਸਾਬ ਨਾਲ ਦੇਖਿਆ 30 ਆ ਗਿਆ, 30 ਵਾਰ ਇਕੱਠੀਆਂ ਵੱਜੀਆਂ। ਪਰ 30 ਕਿਹੜਾ ਆਇਆ? ਜਦੋਂ ਆਪਾਂ 2 ਮਿੰਟ ਬਾਅਦ, 4, 6, 8, 10, 12 ਬਾਅਦ ਦੇਖ ਰਹੇ ਹਾਂ, ਪਰ 0 ਮਿੰਟ ਤਾਂ ਦੇਖੇ ਨਹੀਂ ਜਦੋਂ ਸ਼ੁਰੂ ਹੋਈਆਂ, ਤਾਂ ਉਹਨੂੰ ਵੀ ਕਾਊਂਟ ਕਰਾਂਗੇ ਤਾਂ ਇੱਕ ਉਹ ਵੀ ਗਿਣਿਆ ਜਾਊਗਾ, ਤਾਂ 31 ਟਾਈਮਸ ਆਨਸਰ ਆ ਜਾਊਗਾ। ਤਾਂ ਇਹ 31 ਵਾਰ ਇਕੱਠੀਆਂ ਵੱਜਣਗੀਆਂ 1 ਘੰਟੇ 'ਚ। ਬੱਚੇ ਇਹ ਆਪਣਾ ਕੁਐਸਚਨ ਸੀ। ਇਸ ਤੋਂ ਬਾਅਦ ਅਗਲਾ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ। ਆ ਪਿਛਲਾ ਜਿਹੜਾ ਕੁਐਸਚਨ ਕੀਤਾ 31 ਟਾਈਮਸ, ਇਹ ਪੇਪਰ ਦਾ ਕੁਐਸਚਨ ਹੈ। ਅਗਲਾ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ। 4 bells ring at an interval of 4, 6, 8, 14 ਸਕਿੰਟ। They start ringing simultaneously at 12 noon. At what time will they again ring simultaneously? ਉਹ ਕਹਿੰਦੇ ਜੇ ਇਹਨਾਂ ਨੂੰ ਦੁਪਹਿਰੇ 12 ਵਜੇ ਵਜਾਇਆ, ਤਾਂ ਇਸ ਤੋਂ ਬਾਅਦ ਦੁਬਾਰਾ ਕਦੋਂ ਵੱਜਣਗੀਆਂ? ਤਾਂ ਬੱਚੇ ਉਹ ਕਿਹੜੇ ਇੰਟਰਵਲਸ ਤੇ ਵੱਜ ਰਹੀਆਂ ਨੇ? 4, 6, 8, 4, 6, 8 ਤੇ 14। ਤਾਂ 4, 6, 8, 14 ਦੇ LCM ਤੇ ਦੁਬਾਰਾ ਵੱਜਣਗੀਆਂ। 4, 6, 8, 14 ਦਾ LCM 4 ਤੇ 8 ਦਾ LCM 8, 6 ਤੇ 8 ਦਾ LCM 24, 24 ਤੇ 14 ਦਾ LCM 168, 168 ਸੈਕਿੰਡਸ ਬਾਅਦ ਦੁਬਾਰਾ ਵੱਜਣਗੀਆਂ। ਤਾਂ 168 ਸੈਕਿੰਡਸ ਕੀ ਬਣ ਗਿਆ? 2 ਮਿੰਟ 48 ਸਕਿੰਟ। 2 ਮਿੰਟ 48 ਸਕਿੰਟ। ਤਾਂ ਜੇ ਪਹਿਲਾਂ 12 ਵਜੇ ਵੱਜੀਆਂ, ਤਾਂ ਉਹ ਤੋਂ ਬਾਅਦ 2 ਮਿੰਟ 48 ਸਕਿੰਟ ਦਾ ਮਤਲਬ 12 ਘੰਟੇ 2 ਮਿੰਟ 48 ਸਕਿੰਟ ਬਾਅਦ ਦੁਬਾਰਾ ਵੱਜਣ ਗਿਆ। ਤਾਂ ਬੇਸਿਕਲੀ 12 ਘੰਟੇ 2 ਮਿੰਟ 48 ਸਕਿੰਟ ਨਹੀਂ ਲਿਖਣਾ ਚਾਹੀਦਾ, 12:02:48 PM ਲਿਖਣਾ ਚਾਹੀਦਾ। ਮੇਰੇ ਹਿਸਾਬ ਨਾਲ ਇਹਨੂੰ ਆਹ ਆਪਸ਼ਨ ਲਿਖਣਾ ਚਾਹੀਦਾ ਸੀ, ਪਤਾ ਨਹੀਂ ਉਹਨੇ ਉਹ ਕਿਵੇਂ ਲਿਖਤਾ। ਆਹ ਆਪਸ਼ਨ ਲਿਖਣਾ ਚਾਹੀਦਾ ਸੀਗਾ 12:02:48 PM। ਇਹ ਆਪਸ਼ਨ ਹੋਣਾ ਸੀ, ਕਿਉਂਕਿ 12 ਨੂਨ ਹੈ ਤਾਂ ਉਸ ਤੋਂ ਬਾਅਦ ਆਹ ਟਾਈਮ ਬਣਦਾ ਹੈਗਾ। ਤਾਂ ਦੇਖ ਲਿਓ ਆਪਸ਼ਨਸ ਦੇ ਵਿੱਚ ਮੈਂ ਸ਼ਾਇਦ ਆਪਸ਼ਨ ਲਿਖਣ ਲੱਗਿਆ ਗਲਤੀ ਕਰ ਗਿਆ, ਜਾਂ ਜਿੱਥੋਂ ਮੈਂ ਸਵਾਲ ਦੇਖ ਰਿਹਾ ਉੱਥੇ ਹੋ ਸਕਦਾ ਇਹ ਪ੍ਰੋਬਲਮ ਹੋਵੇ। ਤਾਂ ਇਹ ਬੱਚੇ ਆਪਣਾ ਕੁਐਸਚਨ ਸੀਗਾ, LCM HCF ਦਾ ਕੁਐਸਚਨ ਸੀ। ਇਸ ਤੋਂ ਬਾਅਦ ਇਹ ਬੱਚੇ ਆਪਣਾ ਪੇਪਰ ਦਾ ਆਖਰੀ ਕੁਐਸਚਨ, ਤਾਂ ਅੱਜ ਦੀ ਕਲਾਸ ਦਾ ਵੀ ਆਖਰੀ ਕੁਐਸਚਨ, ਇਹਦੇ ਨਾਲ ਦਾ ਕੁਐਸਚਨ ਮਤਲਬ ਆਖਰੀ ਹੋਊਗਾ ਇਹ ਪੇਪਰ ਦਾ। ਇਸ ਤੋਂ ਅਗਲਾ ਕੁਐਸਚਨ ਜਿਹੜਾ ਮੈਂ ਆਪਦੇ ਵੱਲੋਂ ਲੈ ਕੇ ਆਇਆ, 3 partners A, B and C distribute the earnings they got after doing a particular assignment। ਤਾਂ ਕਹਿੰਦੇ 3 ਦੋਸਤ ਨੇ ABC, ਉਹਨਾਂ ਨੇ ਕੋਈ ਅਸਾਈਨਮੈਂਟ ਪੂਰੀ ਕੀਤੀ, ਤਾਂ ਅਸਾਈਨਮੈਂਟ ਪੂਰੀ ਕਰਨ ਦੇ ਬਦਲੇ 'ਚ ਜਿਹੜੇ ਪੈਸੇ ਮਿਲੇ ਉਹ ਉਹਨਾਂ ਨੇ ਆਪਸ 'ਚ ਵੰਡੇ। They got an amount of 1360 ਰੁਪਏ। ਅਸਾਈਨਮੈਂਟ ਬਦਲੇ ਉਹਨਾਂ ਨੂੰ 1360 ਰੁਪਏ ਮਿਲੇ, ਜਿਹੜੇ ਉਹਨਾਂ ਨੇ ਆਪਸ 'ਚ ਵੰਡਣੇ ਆ। ਵੰਡੇ ਕਿਵੇਂ? A gets 2/3 of B। ਤਾਂ A ਨੂੰ ਕਿੰਨੇ ਮਿਲੇ? 2/3 of B। and B gets 1/4 of C। ਤੇ B ਨੂੰ ਕਿੰਨੇ ਮਿਲੇ? 1/4 of C।
ਉਹ ਕਹਿੰਦੇ ਵਟ ਇਜ਼ ਏਜ਼ ਸ਼ੇਅਰ ਏ ਬੀ ਸੀ ਦਾ ਟੋਟਲ 1360 ਦਿੱਤਾ ਹੋਇਆ, ਉਹ ਆਪਾਂ ਉੱਪਰ ਲਿਖ ਲੈਂਦੇ ਆ a + b + c, ਉਹ 1360 ਦਿੱਤਾ ਹੋਇਆ, ਜਿਹਦੇ ਵਿੱਚ a ਦੀ ਵੈਲਿਊ ਕਿੰਨੀ ਹੈ 2/3 ਆਫ b, b ਦੀ ਵੈਲਿਊ ਕਿੰਨੀ ਹੈ 1/4 ਆਫ c, ਤਾਂ ਉਹ ਕਹਿੰਦੇ a b c ਦਾ ਸ਼ੇਅਰ ਦੱਸੋ ਕੀ ਹੋਊਗਾ। ਤਾਂ ਬੱਚੇ ਧਿਆਨ ਨਾਲ ਦੇਖੋ, ਆਪਾਂ ਅੱਧ ਜੇ ਚ ਸੀਗੇ ਜਦੋਂ ਇੱਕ ਕੁਐਸਚਨ ਦੇ ਵਿੱਚ ਆਪਾਂ a b ਦੀ ਰੇਸ਼ੋ ਕੱਢੀ ਸੀ ਕਿ ਜੋ a ਦੇ ਥੱਲੇ ਜੋ b ਦੇ ਥੱਲੇ ਹੈ ਉਹ ਰੇਸ਼ੀਓ ਹੈ, ਤਾਂ ਆ ਜਿਹੜਾ 2 ਹੈ ਇਹ a ਦੇ ਥੱਲੇ ਚੱਲ ਜੂਗਾ, ਤਾਂ a/2 b/3 ਬਣ ਗਿਆ, ਤਾਂ a ਤੇ b ਦੀ ਰੇਸ਼ੀਓ ਆ ਗਈ ਤੁਹਾਡੀ 2:3। ਆਹ ਜਿਹੜਾ 1 ਹੈ ਇਹ b ਦੇ ਥੱਲੇ ਚੱਲ ਜੂਗਾ, c ਦੇ ਥੱਲੇ 4 ਹੈਗਾ ਹੀ ਹੈ, ਤਾਂ b ਤੇ c ਦੀ ਰੇਸ਼ੀਓ ਕੀ ਆ ਗਈ 1:4। ਤਾਂ ਆਪਾਂ ਜਿਹੜੇ ਪੈਸੇ a b c ਚ ਵੰਡਨੇ ਆ ਉਹ ਉਦੋਂ ਹੀ ਵੰਡ ਸਕਾਂਗੇ ਜਦੋਂ a b c ਦੀ ਕੰਬਾਈਨਡ ਰੇਸ਼ੀਓ ਹੋਊਗੀ। ਤਾਂ ਬੱਚੇ a b c ਦੀ ਕੰਬਾਈਨਡ ਰੇਸ਼ੀਓ ਕੀ ਨਿਕਲ ਗਈ ਤੁਹਾਡੀ, a ਦੀ ਵੈਲਿਊ 2 ਤਾਂ b ਦੀ ਵੈਲਿਊ 3, b ਦੀ ਵੈਲਿਊ 1 ਹੈ ਤਾਂ c ਦੀ ਉਹ ਤਾਂ 4 ਗੁਣਾ, ਤਾਂ 3 ਦੇ ਹਿਸਾਬ ਨਾਲ 4 ਗੁਣਾ 12, ਤਾਂ a b c ਦੀ ਕੰਬਾਈਨਡ ਰੇਸ਼ੀਓ ਕੀ ਆ ਗਈ 2:3:12। ਅਦਰਵਾਈਜ਼ ਵੀ ਰੇਸ਼ੀਓਸ ਕੰਬਾਈਨ ਕਰਨੀਆਂ ਤੁਹਾਨੂੰ ਆਉਂਦੀਆਂ ਨੇ, ਤੇ ਇਹਦਾ ਟੋਟਲ ਕੀ ਹੈ 1360। ਰੇਸ਼ੀਓ ਦੇ ਵਿੱਚ ਟੋਟਲ ਕਿੰਨਾ ਬਣਿਆ ਬੱਚੇ 12 3 15 2 17, 17 ਦੀ ਵੈਲਿਊ 1360 ਹੈ, ਤਾਂ 17 ਦਾ 8 ਗੁਣਾ 136 ਪਿੱਛੇ 0, ਤਾਂ 1 ਦੀ ਵੈਲਿਊ 80, ਆਪਾਂ a ਦਾ ਸ਼ੇਅਰ ਦੱਸਣਾ ਤਾਂ 2 ਦੀ ਵੈਲਿਊ 160, ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਕਿੰਨਾ ਆਜੂ ਸੈਕਿੰਡ ਆਪਸ਼ਨ 160। ਤਾਂ ਇਹ ਬੱਚੇ ਤੁਹਾਡਾ ਕੁਐਸਚਨ ਸੀ ਪੇਪਰ ਦਾ ਆਖਰੀ ਕੁਐਸਚਨ। ਇਸ ਤੋਂ ਅਗਲਾ ਜਿਹੜਾ ਕੁਐਸਚਨ ਹੈ ਉਹ ਮੈਂ ਆਪਦੇ ਵੱਲੋਂ ਲੈ ਕੇ ਆਇਆ ਹੋਇਆ ਕੁਐਸਚਨ, ਤਾਂ ਆਪਾਂ ਇਸ ਸੈਸ਼ਨ ਦੇ ਵਿੱਚ ਪਤਾ ਨਹੀਂ ਹੁਣੇ ਸਵਾ ਕੁ ਘੰਟੇ ਦਾ ਤਾਂ ਮੇਰੇ ਖਿਆਲ 'ਚ ਅੱਜ ਵੀ ਹੋ ਗਿਆ, ਤਾਂ ਇਸ ਸੈਸ਼ਨ ਦੇ ਵਿੱਚ ਪੰਜਾਬ ਦੇ ਪੁਰਾਣੇ ਪੇਪਰ 'ਚ ਜਿੰਨਾ ਮੈਥ ਤੇ ਰੀਜ਼ਨਿੰਗ ਦਾ ਕੰਟੈਂਟ ਪੁੱਛਿਆ ਗਿਆ, ਆਪਾਂ ਇੱਕ ਦਿਨ ਮੈਥ ਤੇ ਇੱਕ ਦਿਨ ਰੀਜ਼ਨਿੰਗ ਦੀ ਕਲਾਸ ਲਾ ਕੇ ਉਹ ਡਿਸਕਸ ਕਰ ਰਹੇ ਹਾਂਗੇ। ਤਾਂ ਮੈਥ ਦੇ ਵਿੱਚ ਤਾਂ ਮੈਂ ਜੋ ਪੇਪਰਾਂ 'ਚ ਪੁੱਛਿਆ ਗਿਆ ਉਹ ਪਲੱਸ ਉਹਦੇ ਨਾਲ ਦਾ ਮਿਲਦਾ ਜੁਲਦਾ ਇੱਕ ਅੱਧਾ ਕੁਐਸਚਨ ਲਿਆਉਣਾ, ਮਿਲਦਾ ਜੁਲਦਾ ਜਮਾ ਡਿਟੋ ਵੀ ਹੁੰਦਾ ਹੈ, ਥੋੜਾ ਜਿਹਾ ਚੇਂਜ ਵੀ ਹੋ ਗਿਆ ਹੁੰਦਾ ਹੈ ਕਿ ਪੇਪਰ 'ਚ ਜੇ ਸੇਮ ਨਾ ਸਵਾਲ ਆਇਆ, ਜੇ ਸੇਮ ਆ ਗਿਆ ਉਹਦੀ ਤਾਂ ਪ੍ਰੈਕਟਿਸ ਹੋ ਰਹੀ ਹੈ, ਜੇ ਸੇਮ ਨਾ ਵੀ ਆਇਆ ਤਾਂ ਕੁਝ ਮਿਲਦਾ ਜੁਲਦਾ ਜਦੋਂ ਆ ਰਿਹਾ ਤਾਂ ਉਹਦੀ ਵੀ ਸਾਡੀ ਪ੍ਰੈਕਟਿਸ ਹੋ ਜੇ। ਤਾਂ ਉਹਦੇ ਹਿਸਾਬ ਨਾਲ ਆਹ ਪੇਪਰ ਦਾ ਕੁਐਸਚਨ ਹੈ। ਅਗਲਾ ਕੁਐਸਚਨ ਆਪਣਾ ਅੱਜ ਦੀ ਕਲਾਸ ਦਾ ਮੇਰੇ ਖਿਆਲ 'ਚ ਆਖਰੀ ਕੁਐਸਚਨ ਹੈ। ₹3000 ਇਜ਼ ਡਿਸਟ੍ਰੀਬਿਊਟਡ ਅਮੰਗ A, B and C such that, ਉਹ ਕਹਿੰਦੇ A, B ਤੇ C ਦੇ ਵਿੱਚ 3000 ਰੁਪਏ ਵੰਡੇ, ਕਿਵੇਂ ਵੰਡੇ, such that A gets 2/3 of B and C together। A ਨੂੰ ਕਿੰਨਾ ਮਿਲਿਆ 2/3 of B and C together, and C gets 1/2 of A and B together, ਤੇ C ਨੂੰ ਕਿੰਨਾ ਮਿਲਿਆ 1/2 of A and B together। ਤਾਂ ਬੱਚੇ ਇਹ ਪੂਰੇ ਦਾ ਪੂਰਾ ਟਾਈਪ ਆਪਾਂ ਰੇਸ਼ੀਓ ਦੇ ਵਿੱਚ ਕਰਦੇ ਆ, ਜਿਹੜਾ ਪਿਛਲਾ ਸੀਗਾ ਉਹ ਵੀ ਰੇਸ਼ੀਓ ਦਾ ਟਾਈਪ ਹੈ ਪਰ ਉਹ ਈਜ਼ੀ ਹੈ, ਉਹਦੇ ਵਿੱਚ ਤਾਂ A B ਦੀ ਰੇਸ਼ੀਓ ਬਹੁਤ ਆਰਾਮ ਨਾਲ ਆ ਗਈ, B C ਦੀ ਰੇਸ਼ੀਓ ਆਰਾਮ ਨਾਲ ਆ ਗਈ, ਬਸ ਕੰਬਾਈਨ ਕਰਨਾ ਸੀਗਾ। ਇਸ ਕੁਐਸਚਨ ਦੇ ਵਿੱਚ A ਦੀ ਰੇਸ਼ੀਓ B + C ਦੇ ਨਾਲ ਨਿਕਲੂਗੀ, C ਦੀ ਰੇਸ਼ੀਓ A + B ਦੇ ਨਾਲ ਨਿਕਲੂਗੀ, ਤਾਂ A ਦੀ ਰੇਸ਼ੀਓ B + C ਦੇ ਨਾਲ ਕਿੰਨੀ ਨਿਕਲ ਗਈ, ਆ 2 ਇੱਧਰ ਥੱਲੇ ਆ ਜਾਊਗਾ 2:3। C ਦੀ ਰੇਸ਼ੀਓ A + B ਦੇ ਨਾਲ ਕਿੰਨੀ ਨਿਕਲੂਗੀ, ਆ 1 ਇੱਧਰ ਥੱਲੇ ਆ ਜਾਊਗਾ 1:2। ਤਾਂ ਇੱਧਰ A B C ਦੀ ਕੰਬਾਈਨਡ ਰੇਸ਼ੀਓ ਕੱਢਣ ਲਈ ਮੈਂ ਕੀ ਕਹਿੰਦਾ ਸੀ ਤੁਹਾਨੂੰ, ਜਦੋਂ ਰੇਸ਼ੀਓ ਦੇ ਵਿੱਚ ਆਪਾਂ ਪੜ੍ਹਿਆ ਸੀਗਾ, ਫਿਰ ਆਪਾਂ ਟਾਈਮ ਐਂਡ ਵਰਕ ਦੇ ਵਿੱਚ, ਇਹ ਤਾਂ ਰੇਸ਼ੀਓ ਦਾ ਹੀ ਸਵਾਲ ਹੈ, ਟਾਈਮ ਐਂਡ ਵਰਕ ਦੇ ਵਿੱਚ ਪੂਰੇ ਦਾ ਪੂਰਾ ਇੱਕ ਟਾਈਪ ਵੀ ਇਹਦੇ ਨਾਲ ਦਾ ਕੀਤਾ ਸੀ ਕਿ ਭਾਈ ਪਹਿਲਾ ਕੇਸ ਹੈ ਉਹ 'ਚ ਵੀ A B C ਹੈ, ਆ ਪਹਿਲਾ ਕੇਸ ਹੈ, ਇਹਦੇ ਵਿੱਚ ਵੀ 3 ਪਰਸਨ ਕਿਹੜੇ A B C, A ਇੱਕ ਪਾਸੇ B C ਇੱਕ ਪਾਸੇ ਹੈ। ਆ ਦੂਜਾ ਕੇਸ ਹੈ, ਇਹ 'ਚ ਵੀ ਕਿਹੜੇ 3 ਪਰਸਨ ਹੈ, ਇਹ 'ਚ ਵੀ A B C ਹੈ, C ਇੱਕ ਪਾਸੇ A B ਦੂਜੇ ਪਾਸੇ ਆ। ਤਾਂ ਦੋਨੇ ਕੇਸਿਸ ਦੇ ਵਿੱਚ ਕੁੱਲ ਤਾਂ A B C ਤੇ A B C ਨੇ, ਤਾਂ A B C ਦਾ ਟੋਟਲ ਸੇਮ ਹੋਣਾ ਚਾਹੀਦਾ, ਤਾਂ A B C ਦਾ ਟੋਟਲ ਇੱਧਰ ਕਿੰਨਾ 2 ਤੇ 3 ਦਾ 5, ਇੱਧਰ 1 ਤੇ 2 ਦਾ ਟੋਟਲ ਕਿੰਨਾ 3, ਤਾਂ A B C ਦਾ ਐਕਚੁਅਲ ਟੋਟਲ ਤਾਂ ਸੇਮ ਹੋਣਾ ਚਾਹੀਦਾ, ਤਾਂ A B C ਦਾ ਐਕਚੁਅਲ ਟੋਟਲ 5 3 ਦਾ ਐਲਸੀਐਮ ਮੰਨ ਲਿਆ ਆਪਾਂ 15, ਤਾਂ A B C ਦਾ ਐਕਚੁਅਲ ਟੋਟਲ ਕਿੰਨਾ ਆ ਗਿਆ ਬੱਚੇ 15। ਤਾਂ ਇਹਨੂੰ 15 ਬਣਾਓ 3 ਗੁਣਾ ਕਰਕੇ ਬਣੂ, ਤਾਂ 3 ਗੁਣਾ ਕਰਕੇ 6, ਤਾਂ A ਦੀ ਵੈਲਿਊ ਆ ਗਈ 6, B + C ਕੱਢਣ ਦੀ ਲੋੜ ਨਹੀਂ। ਇਹਨੂੰ 15 ਬਣਾਓ 5 ਗੁਣਾ ਕਰਕੇ ਬਣੂ, ਤਾਂ C ਦੀ ਵੈਲਿਊ ਆ ਗਈ 1 ਦਾ 5 ਗੁਣਾ 5, ਤਾਂ C ਦੀ ਵੈਲਿਊ ਆ ਗਈ 5, ਤਾਂ A + B ਕੱਢਣ ਦੀ ਲੋੜ ਨਹੀਂ। ਤਾਂ B ਕਿੰਨਾ ਆਜੂ 6 ਤੇ 5 11 ਹੋ ਗਿਆ, 15 ਚੋਂ 11 ਕੱਢਿਆ, B ਦੀ ਵੈਲਿਊ ਆ ਗਈ 4, ਤਾਂ ਬੱਚੇ A B C ਦੀ ਰੇਸ਼ੀਓ ਆ ਗਈ 6:4:5। ਇਸ ਕੁਐਸਚਨ 'ਚ ਬਸ A B C ਦੀ ਰੇਸ਼ੀਓ ਧਿਆਨ ਨਾਲ ਬਣਾਉਣੀ ਹੁੰਦੀ ਹੈ, 6:4:5। ਜਦੋਂ ਟੋਟਲ 15 ਹੈ ਪਰ 15 ਦੀ ਵੈਲਿਊ ਤਾਂ 300 ਹੈ, ਸੌਰੀ 3000 ਹੈ, 15 ਦੀ ਵੈਲਿਊ 3000 ਹੈ, ਤਾਂ 1 ਦੀ ਵੈਲਿਊ 200 ਹੈ, 1 ਦੀ ਵੈਲਿਊ 200 ਹੈ, ਤਾਂ B ਦਾ ਸ਼ੇਅਰ ਕੀ ਆ ਜਾਊਗਾ 4, 4 ਦੀ ਵੈਲਿਊ 200 ਦੇ ਹਿਸਾਬ ਨਾਲ 800 ਰੁਪਏ, ਤਾਂ B ਦਾ ਸ਼ੇਅਰ ਇਸ ਕੁਐਸਚਨ 'ਚ ਆਜੂ ਬੱਚੇ ਫਸਟ ਆਪਸ਼ਨ 800 ਰੁਪਏ। ਤਾਂ ਇਹ ਬੱਚੇ ਆਪਣੀ ਅੱਜ ਦੀ ਕਲਾਸ ਸੀ।
ਅੱਜ ਦੀ ਕਲਾਸ ਦੇ ਵਿੱਚ ਆਪਾਂ ਪੀਪੀਐਸਸੀ ਦਾ ਐਨਾਲਿਸਟ ਦਾ ਪੇਪਰ ਜਿਹੜਾ ਹੁਣੇ ਜਨਵਰੀ 'ਚ ਹੋਇਆ ਸੀਗਾ ਉਹ ਡਿਸਕਸ ਕੀਤਾ। ਉਹਦੇ ਵਿੱਚ ਕੱਲਾ ਕੁਆਂਟਸ ਦਾ ਪੋਰਸ਼ਨ ਚੱਕਿਆ, ਡੀਆਈ ਨਹੀਂ ਚੱਕਿਆ। ਡੀਆਈ ਦੇ ਲਈ ਆਪਣਾ ਜਿਹੜਾ ਅਲੱਗ ਇੱਕ ਸੈਸ਼ਨ ਸਟਾਰਟ ਹੋਇਆ, ਕਾਫੀ ਬੱਚਿਆਂ ਨੇ ਉਹ ਦੇਖ ਲਿਆ ਹੋਊਗਾ ਕਿ ਸ਼ੁਰੂ ਹੋਇਆ। ਉਹਦੇ ਵਿੱਚ ਡੇਲੀ ਸਵੇਰੇ 10 ਵਜੇ ਆਪਾਂ ਇਸੇ YouTube ਚੈਨਲ ਤੇ ਸਕਸੈਸ ਟਰੀ ਦੇ YouTube ਚੈਨਲ ਤੇ ਬਿਲਕੁਲ ਫ੍ਰੀ ਆਫ ਕੋਸਟ ਡੀਆਈ ਦਾ ਸਾਰਾ ਸਿਲੇਬਸ ਨਾਇਬ ਤਹਿਸੀਲਦਾਰ ਦੇ ਪੇਪਰ ਤੋਂ ਪਹਿਲਾਂ ਕਵਰ ਕਰਾਂਗੇ। ਮਤਲਬ ਉਹ ਸਵੇਰੇ 10 ਵਜੇ ਸੈਸ਼ਨ ਚੱਲਦਾ ਤਾਂ ਡੀਆਈ ਦਾ ਕੁਐਸਚਨ ਆਪਾਂ ਤਾਂ ਹੀ ਨਹੀਂ ਪਾਇਆ ਕਿ ਆਪਾਂ ਡੀਆਈ ਉਹਦੇ ਵਿੱਚ ਡਿਸਕਸ ਕਰਾਂਗੇ, ਤਾਂ ਉਹਦੇ ਵਿੱਚ ਹੀ ਉਹ ਕੁਐਸਚਨ ਕਰ ਲਾਂਗੇ। ਸਿਰਫ ਉਹ ਕੁਐਸਚਨ ਨਹੀਂ, ਕੋਆਪਰੇਟਿਵ ਇੰਸਪੈਕਟਰ ਦਾ ਜਿਹੜਾ 2018 ਚ ਵੈਨ ਡਾਇਗਰਾਮ ਦਾ ਕੁਐਸਚਨ ਆਇਆ ਹੋਇਆ ਸੀਗਾ ਉਹ ਖੈਰ ਆਪਾਂ ਇਹ 'ਚ ਕਰ ਲਿਆ ਸੀਗਾ, ਉਹ 'ਚ ਕਰਾਂਗੇ। ਪੂਰੀ ਦੀ ਪੂਰੀ ਕੇਸ ਸਟੱਡੀਜ਼ ਕਰਾਂਗੇ ਜਿਹਦੇ ਵਿੱਚ ਵੈਨ ਡਾਇਗਰਾਮ ਵਾਲੇ ਕੁਐਸਚਨ ਜਾਂ ਬਿਨਾਂ ਵੈਨ ਡਾਇਗਰਾਮ ਤੋਂ ਹੋਣ ਵਾਲੇ ਕੁਐਸਚਨ ਹੁੰਦੇ ਆ, ਲਾਈਨ ਚਾਰਟ, ਪਾਈ ਚਾਰਟ, ਡਾਟਾ ਟੇਬਲ, ਬਾਰ ਗ੍ਰਾਫ, ਉਹ ਸਾਰਾ ਕੁਝ ਕਵਰ ਕਰਾਂਗੇ। ਤਾਂ ਸਵੇਰੇ 10 ਵਜੇ ਡੀਆਈ ਦਾ ਸੈਸ਼ਨ ਆਪਣਾ ਡੇਲੀ ਚੱਲੂਗਾ ਟਿਲ ਐਗਜ਼ਾਮ, ਜਿਹੜਾ ਨਾਇਬ ਤਹਿਸੀਲਦਾਰ ਦਾ 22 ਤਰੀਕ ਨੂੰ ਐਗਜ਼ਾਮ ਹੋਣਾ ਤਾਂ 21 ਤਰੀਕ ਤੱਕ ਉਹ ਸੈਸ਼ਨ ਚੱਲੂਗਾ। ਉਹ ਸਵੇਰੇ 10 ਵਜੇ ਹੁੰਦਾ। ਜਿਹੜਾ 2 ਵਜੇ ਆਪਣਾ PYQ ਦਾ ਕੁਆਂਟਸ ਤੇ ਰੀਜ਼ਨਿੰਗ ਦਾ ਸੈਸ਼ਨ ਚੱਲ ਰਿਹਾ, ਉਹਦੇ ਵਿੱਚ ਆਪਾਂ ਕੁਆਂਟਸ ਦੇ ਵਿੱਚ, ਮੈਥ ਦੇ ਵਿੱਚ ਸਿਰਫ ਕੁਆਂਟਸ ਵਾਲੇ ਕੁਐਸਚਨ ਚੱਕ ਰਹੇ ਹਾਂ ਜਿਹੜੇ ਆਪਣੇ 15-16 ਚੈਪਟਰ ਨੇ। ਤਾਂ ਅੱਜ ਦੇ ਕਲਾਸ 'ਚ ਆਪਾਂ ਐਨਾਲਿਸਟ ਦਾ ਪੇਪਰ ਕੀਤਾ। ਅਗਲੀ ਕਲਾਸ ਦੇ ਵਿੱਚ ਆਪਾਂ, ਅੱਜ ਆਪਣੀ ਮੇਰੇ ਖਿਆਲ 'ਚ 12ਵੀਂ ਕਲਾਸ ਹੋ ਗਈ, ਤਾਂ ਅਗਲੀ ਕਲਾਸ ਦੇ ਵਿੱਚ ਆਪਾਂ ਅਗਲਾ ਪੇਪਰ ਚੱਕਾਂਗੇ। ਉਹਦੇ ਵਿੱਚ ਜਿੰਨੇ ਕੁਐਸਚਨਸ ਆਏ ਹੋਏ ਨੇ ਸੌਖੇ ਕੁਐਸਚਨ ਅਵੋਇਡ ਕਰਾਂਗੇ। ਅੱਜ ਤਾਂ ਮੈਂ ਸੌਖੇ ਕੁਐਸਚਨ ਵੀ ਫਿਰ ਲੈ ਆਇਆ ਤੇ ਸਿਮਿਲਰ ਕੁਐਸਚਨ ਵੀ ਫਿਰ ਉਹੋ ਜਿਹੇ ਲੈ ਆਇਆ। ਤਾਂ ਸੌਖੇ ਜਿਹੜੇ ਬਹੁਤ ਈਜ਼ੀ ਕੁਐਸਚਨ ਨੇ ਅਵੋਇਡ ਕਰਾਂਗੇ, ਉਹਨਾਂ ਦੇ ਨਾਲ ਦੇ ਥੋੜੇ ਜਿਹੇ ਟਿਪੀਕਲ ਕੁਐਸਚਨ ਕਰਾਂਗੇ ਕਿ ਜਿਹੜੇ ਸਿੰਪਲ ਕੁਐਸਚਨ, ਈਜ਼ੀ ਕੁਐਸਚਨਸ ਨੇਗੇ ਉਹ ਤਾਂ ਤੁਸੀਂ ਆਪਦੇ ਵੱਲੋਂ ਵੈਸੇ ਹੀ ਕਰ ਸਕਦੇ ਹੋ। ਤਾਂ ਪੇਪਰ 'ਚ ਜੇ ਆਸਾਨ ਕੁਐਸਚਨ ਆ ਗਿਆ ਉਹ ਤਾਂ ਤੁਹਾਡੀ ਪ੍ਰੈਕਟਿਸ ਹੈਗੀ ਆ ਆਲਰੇਡੀ, ਸਮਝ ਆਈਆਂ ਹੋਈਆਂ ਨੇ, ਚੀਜ਼ਾਂ ਸੋਲਵ ਕਰਨੀਆਂ ਆਉਂਦੀਆਂ ਉਹਨੇ। ਜਿਹੜੇ ਥੋੜੇ ਜਿਹੇ ਟਿਪੀਕਲ ਲੈਵਲ ਦੇ ਕੁਐਸਚਨਸ ਨੇ ਆਪਾਂ ਪੇਪਰ 'ਚ ਉਹ ਵੀ ਕਰ ਸਕੀਏ, ਜੇ ਰਿਪੀਟ ਹੁੰਦੇ ਨੇ, ਜੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਹੁੰਦੇ ਨੇ ਜਾਂ ਹੋਰ ਜੋ ਵੀ ਆਉਣ ਦੇ ਚਾਂਸਿਸ ਨੇ, ਆਪਾਂ ਉਹ ਸਾਰਾ ਇਹਨਾਂ ਮਤਲਬ ਜਿਹੜਾ ਇਹ ਸੈਸ਼ਨ ਹੈ ਇਹਨਾਂ ਫਾਈਲਸ ਦੇ ਵਿੱਚ ਕਵਰ ਕਰਦੇ ਜਾਂਦੇ ਆਂਗੇ। ਤਾਂ ਅਗਲੀ ਕਲਾਸ ਦੇ ਵਿੱਚ ਬੱਚੇ ਮਿਲਾਂਗੇ। ਥੈਂਕ ਯੂ।